ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ। ਹਾਂਜੀ ਵੀ ਵਿਸ਼ਾ ਤੁਸੀਂ ਦੇਖ ਹੀ ਚੁੱਕੇ ਸੀ ਅੱਜ, ਜਿਵੇਂ ਵੀ ਸਿੱਖ ਇਤਿਹਾਸ ਨੂੰ ਵੇਖਣਾ ਤੇ ਪੜ੍ਹਨ ਦਾ ਨਜ਼ਰੀਆ ਕੀ ਹੋਵੇ, ਤਾਂ ਸਾਰੇ ਵੀਰ ਜਾਣਦੇ ਹੋ ਕਿ ਆਪਣਾ ਜਿਹੜਾ ਮਕਸਦ ਆ ਉਹ ਕਿਤਾਬਾਂ ਬਾਰੇ ਹੀ ਗੱਲਬਾਤ ਕਰਨ ਦਾ ਹੈ, ਖਾਸ ਤੌਰ 'ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਜੋ ਵੀ ਕਿਤਾਬਾਂ ਨੇ। ਅਤੇ ਇਸ ਨਜ਼ਰੀਏ ਦੇ ਬਾਰੇ ਅੱਜ ਜਿਹੜੀ ਗੱਲਬਾਤ ਉਹ ਵੀਰ ਪ੍ਰਗਟ ਸਿੰਘ ਹੀ ਕਰੇਗਾ ਸਾਰੀ, ਅਤੇ ਮੈਂ ਤਾਂ ਖੁਦ ਅੱਜ ਸੁਣਨ ਵਾਲਿਆਂ 'ਚ ਹਾਂ। ਤਾਂ ਉਸ ਤੋਂ ਬਸ ਆਪਾਂ ਜ਼ਿਆਦਾ ਟਾਈਮ ਵੀ ਨਹੀਂ ਲਾਉਣਾ, ਪਿਛਲੇ ਸਮੇਂ ਜਿੰਨਾ ਹੀ ਸਮਾਂ ਲੱਗੇਗਾ ਬਸ ਘੰਟੇ ਕੁ ਤੱਕ ਕੋਸ਼ਿਸ਼ ਕਰਾਂਗੇ ਖ਼ਤਮ ਕਰਨ ਦੀ। ਅਤੇ ਇਹਦੇ ਤੋਂ ਬਾਅਦ ਨਾ ਇੱਕ ਕਿਤਾਬ ਦਾ ਵੀ ਰਿਵਿਊ ਦੇਵਾਂਗਾ। ਜਿਵੇਂ ਆਖਿਆ ਸੀ ਕਿ ਆਪਾਂ ਜਿਵੇਂ ਕਲੱਬ ਹਾਊਸ ਸ਼ੁਰੂ ਕਰਾਂਗੇ ਆਪਣਾ ਗਰੁੱਪ 'ਤੇ ਆਪਾਂ ਆਇਆ ਕਰਾਂਗੇ 2 ਵੀਕਾਂ ਦੇ ਬਾਅਦ ਜਾਂ 3 ਵੀਕਾਂ ਦੇ ਬਾਅਦ, ਤਾਂ ਇੱਕ ਕਿਤਾਬ ਦੇ ਬਾਰੇ ਜ਼ਰੂਰ ਦੱਸਿਆ ਕਰਾਂਗੇ। ਤੋਂ ਇੱਕ ਕਿਤਾਬ ਦਾ ਰਿਵਿਊ ਵੀ ਦੇਵਾਂਗੇ ਅੱਜ। ਅਤੇ ਉਸ ਤੋਂ ਪਹਿਲਾਂ ਪ੍ਰਗਟ ਬਾਈ ਹਾਂਜੀ, ਤੁਹਾਡੇ ਨਾਲ ਜੋ ਗੱਲਬਾਤ ਕੀਤੀ ਸੀ ਇਸ ਵਿਸ਼ੇ 'ਤੇ, ਹਾਂ ਉਹਦੇ ਬਾਰੇ ਕਰੋ ਸਟਾਰਟ, ਅਤੇ ਮੈਂ ਮਾਈਕ ਆਪਣਾ ਆਫ ਕਰਨ ਲੱਗਾ। ਠੀਕ ਹੈ ਵੀਰੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਜਿਵੇਂ ਆਪਣਾ ਵਿਸ਼ਾ ਹੈ ਕਿ ਸਿੱਖ ਇਤਿਹਾਸ ਨੂੰ ਵੇਖਣ ਅਤੇ ਪੜ੍ਹਨ ਦਾ ਨਜ਼ਰੀਆ ਕੀ ਹੋਵੇ। ਹਾਲਾਂਕਿ ਇਸ ਨਜ਼ਰੀਏ ਦੇ ਵਿੱਚ ਗੱਲ ਬਹੁਤ ਵੱਡੀ ਕੀਤੀ ਜਾ ਸਕਦੀ ਹੈ, ਪਰ ਮੈਂ ਇਹਦੇ 'ਚੋਂ ਇੱਕ ਹੀ ਪੁਆਇੰਟ ਲਿਆ ਇਸ ਸਾਰੀ ਗੱਲਬਾਤ ਦੇ ਵਿੱਚੋਂ। ਅਸੀਂ ਅਕਸਰ ਜਦੋਂ ਪੜ੍ਹਨਾ ਸਟਾਰਟ ਕਰਦੇ ਹਾਂ, ਇੱਕ ਨਵਾਂ ਰੀਡਰ ਜਦੋਂ ਵੀ ਪੜ੍ਹਨਾ ਸ਼ੁਰੂ ਕਰਦਾ ਅਤੇ ਉਹਨੂੰ ਕਿਹਾ ਜਾਂਦਾ ਕਿ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੂੰ ਪੜ੍ਹੀਏ, ਹੈ ਨਾ, ਗਿਆਨੀ ਸੋਹਣ ਸਿੰਘ ਸ਼ੀਤਲ ਹੋਰਾਂ ਨੂੰ ਪੜ੍ਹੀਏ, ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੂੰ ਪੜ੍ਹੀਏ, ਜਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਹੋਰਾਂ ਨੂੰ ਪੜ੍ਹੀਏ। ਅਤੇ ਇਹ ਕੁਝ ਸਾਡਾ ਇਸ ਤਰ੍ਹਾਂ ਦੇ ਜੋ ਸਾਡੇ ਰਾਈਟਰਸ ਨੇ ਜਿਨ੍ਹਾਂ ਨੇ ਸਾਡਾ ਇਤਿਹਾਸ ਲਿਖਿਆ, ਉਹਨਾਂ ਤੋਂ ਇੱਕ ਨਵਾਂ ਰੀਡਰ ਨੂੰ ਅਸੀਂ ਸ਼ੁਰੂ ਕਰਨ ਵਾਸਤੇ ਕਹਿੰਦੇ ਹਾਂ। ਪਰ ਇੱਕ ਜੋ ਰੀਸੈਂਟ ਟਾਈਮ ਤੋਂ ਇੱਕ ਜਿਹੜਾ ਚੈਲੰਜ, ਮੈਂ ਸਭ ਤੋਂ ਪਹਿਲਾਂ ਇੱਕ ਗੱਲ ਦੀ ਜ਼ਰੂਰ ਮਾਫ਼ੀ ਮੰਗਦਾ ਕਿ ਮੇਰਾ ਪ੍ਰੋਫੈਸ਼ਨ ਇੱਦਾਂ ਦਾ, ਮੈਂ ਕਾਰਪੋਰੇਟ ਟ੍ਰੇਨਰ ਹਾਂ ਅਤੇ ਮੇਰੀ ਗੱਲਬਾਤ ਦੇ ਵਿੱਚ ਅੰਗਰੇਜ਼ੀ ਆ ਜਾਂਦੀ ਹੈ ਆਪਣੇ ਆਪ, ਅਤੇ ਉਸ ਗੱਲ ਵਾਸਤੇ ਮਾਫ਼ੀ ਮੰਗਦਾ। ਅਤੇ ਮੈਂ ਸਮਝਦਾ ਕਿ ਉਸ ਗੱਲ ਲਈ ਮਾਫ਼ੀ ਕਰੋਗੇ, ਹੈ ਨਾ। ਅਤੇ ਜਿਹੜਾ ਆਪਣਾ ਇੱਕ ਚੈਲੰਜ ਹੁੰਦਾ ਕਿ ਸਾਨੂੰ ਨਾ ਰੀਸੈਂਟ ਟਾਈਮ ਤੋਂ ਕਿਹਾ ਜਾਂਦਾ ਕਿ ਨਹੀਂ ਤੁਸੀਂ ਨਾ ਬੜੀ ਉਲਾਰ ਇੱਕ ਸਾਹਿਤ ਪੜ੍ਹ ਰਹੇ ਹੋ, ਹੈ ਨਾ, ਉਲਾਰ ਇਤਿਹਾਸ ਪੜ੍ਹਦੇ ਹੋ, ਬੈਲੈਂਸਡ ਪੜ੍ਹਿਆ ਕਰੋ। ਹੁਣ ਇਹ ਜਿਹੜਾ ਬੈਲੈਂਸਡ ਵਰਡ ਹੈ ਇਹ ਸੁਣਨ ਨੂੰ ਬੜਾ ਪਿਆਰਾ ਜਿਹਾ ਲੱਗਦਾ, ਅਤੇ ਕੋਈ ਸ਼ੱਕ ਨਹੀਂ ਬੈਲੈਂਸਡ ਰਹਿਣਾ ਜ਼ਰੂਰੀ ਵੀ ਹੈ। ਇੱਕ ਘਟਨਾ ਮੈਨੂੰ ਯਾਦ ਆਉਂਦੀ, ਉਮਰ ਮੁਖਤਾਰ ਹੋਰਾਂ ਦੀ, ਸ਼ਾਇਦ ਤੁਹਾਡੇ 'ਚੋਂ ਬਹੁਤਿਆਂ ਨੂੰ ਉਸ ਬਾਰੇ ਪਤਾ ਵੀ ਹੋਵੇ। ਉਮਰ ਮੁਖਤਾਰ ਜੋ ਲੀਬੀਆ ਦਾ ਬਾਗੀ ਸੀ, ਉਸਨੂੰ ਕਿਹਾ ਗਿਆ, ਉਹ ਇੱਕ ਬੇਸਿਕਲੀ ਟੀਚਰ ਵੀ ਸੀ, ਨਾਲ ਹੀ ਪੜ੍ਹਾਉਂਦਾ ਵੀ ਹੁੰਦਾ ਸੀ, ਅਤੇ ਉਸਨੇ ਆਪਣੇ ਸਟੂਡੈਂਟਸ ਨੂੰ ਪੁੱਛਿਆ ਕਿ ਖੁਦਾ ਨੇ ਇਸ ਦੁਨੀਆ 'ਚ ਸਭ ਤੋਂ ਖੂਬਸੂਰਤ ਚੀਜ਼ ਕੀ ਬਣਾਈ ਹੈ। ਅਤੇ ਉਹ ਸਟੂਡੈਂਟਸ ਉਹਨਾਂ ਨੂੰ ਪਤਾ ਨਹੀਂ ਹੁੰਦਾ, ਅਤੇ ਉਹ ਕਹਿੰਦੇ ਮੈਂ ਇੱਕ ਹਿੰਟ ਦਿੰਦਾ। ਉਹਨੇ ਇੱਕ ਪੈਨ ਆਪਣੇ ਉਂਗਲ ਦੇ ਉੱਤੇ ਇੱਕ ਖੜਾ ਕੀਤਾ ਆਪਣੇ ਹੱਥ 'ਤੇ, ਅਤੇ ਉਹ ਫਿਰ ਕਿਹਾ ਕਿ ਹਾਂ ਹੁਣ ਦੱਸੋ। ਉਹ ਕਹਿੰਦੇ ਕਿ ਖੁਦਾ ਨੇ ਸਭ ਤੋਂ ਜਿਹੜੀ ਵਧੀਆ ਚੀਜ਼ ਬਣਾਈ ਹੈ ਉਹ ਤਵਾਜ਼ਨ, ਬੈਲੈਂਸ ਬਣਾਇਆ। ਅਤੇ ਫਿਰ ਉਹ ਕਹਿੰਦਾ ਕਿ ਕਿਉਂ ਬਣਾਇਆ। ਫਿਰ ਕੋਈ ਸਟੂਡੈਂਟ ਨਹੀਂ ਬੋਲਿਆ, ਅਤੇ ਉਸਨੇ ਆਪਣਾ ਮਾੜਾ ਜਿਹਾ ਹੱਥ ਹਿਲਾਇਆ ਅਤੇ ਉਹ ਥੱਲੇ ਡਿੱਗ ਗਿਆ। ਕਹਿੰਦੇ ਇਸ ਕਰਕੇ ਬਣਾਇਆ ਬੈਲੈਂਸ ਕਿ ਇਸ ਤੋਂ ਬਿਨਾਂ ਸਾਰਾ ਕੁਛ ਡਿੱਗ ਜਾਏਗਾ। ਸੋ ਬੈਲੈਂਸ ਰਹਿਣਾ ਜ਼ਰੂਰੀ ਵੀ ਹੈ, ਪਰ ਜਦੋਂ ਸਾਨੂੰ ਬੈਲੈਂਸਡ ਪੜ੍ਹਨ ਵਾਸਤੇ ਕਿਹਾ ਜਾਂਦਾ, ਬੇਸਿਕਲੀ ਉਹਦੇ ਵਿੱਚ ਹੁੰਦਾ ਕੀ ਹੈ, ਇਸ ਚੀਜ਼ ਨੂੰ ਵੇਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੈਨੂੰ ਲੱਗਦਾ। ਕਿਉਂਕਿ ਇੱਕ ਨਵੇਂ ਰੀਡਰ ਨੂੰ ਅਸੀਂ ਕਿਹੜੇ ਪਾਸੇ ਲੈ ਕੇ ਜਾਣਾ, ਇੱਕ ਨਵੇਂ ਰੀਡਰ ਨੇ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਨੇ ਆਪਣੇ ਇਤਿਹਾਸ ਨਾਲ ਜੁੜੀਆਂ। ਆਪਣਾ ਤੇ ਜਿਹੜੇ ਮੈਂ ਪਹਿਲਾਂ ਨਾਮ ਕੁਛ ਲਏ ਸੀ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦਾ, ਜਾਂ ਗਿਆਨੀ ਸੋਹਣ ਸਿੰਘ ਸ਼ੀਤਲ ਹੋਰਾਂ ਦਾ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਇੱਥੋਂ ਸ਼ੁਰੂ ਅਸੀਂ ਕਰਨੇ ਹਾਂ। ਪਰ ਜਦੋਂ ਬੈਲੈਂਸ ਦੀ ਗੱਲ ਹੁੰਦੀ ਹੈ, ਇਹਦੇ 'ਚ ਕੁਛ ਮੈਂ ਜਿਵੇਂ ਖੁਸ਼ਵੰਤ ਸਿੰਘ ਹੋਰਾਂ ਦਾ ਲਿਖਿਆ ਹੋਇਆ, ਹੈ ਨਾ, ਰਾਜ ਮੋਹਨ ਗਾਂਧੀ ਹੋਰਾਂ ਨੇ ਲਿਖਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, ਜਾਂ ਜਦੋਂ ਅਸੀਂ 1984 ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਘੱਲੂਘਾਰੇ ਦੇ ਬਾਰੇ, ਅਤੇ ਇਹਦੇ 'ਚ ਬੈਲੈਂਸਡ ਕਿਤਾਬਾਂ 'ਚ ਨਾਮ ਲਿਆ ਜਾਂਦਾ ਮਾਰਕ ਟਲੀ ਜਾਂ ਸਤੀਸ਼ ਜੈਕਬ ਹੋਰਾਂ ਦਾ, ਹੈ ਨਾ। ਬੈਲੈਂਸ ਦੀ ਇਹ ਗੱਲ ਨਵੇਂ ਰੀਡਰ ਨੂੰ ਅਟਰੈਕਟ ਵੀ ਕਰਦੀ ਹੈ। ਕੋਈ ਵੀ ਬੰਦਾ ਹੋਏ ਕੋਈ ਬੈਲੈਂਸਡ ਪੜ੍ਹਨਾ ਇਹਦੇ 'ਚ ਮਾੜੀ ਗੱਲ ਕੀ ਹੈ ਨਾ, ਚੰਗੀ ਗੱਲ ਹੀ ਹੈ ਬੈਲੈਂਸਡ ਪੜ੍ਹਨਾ। ਤੇ ਪਰ ਕਿਤੇ ਇਹ ਬੈਲੈਂਸਡ ਜੋ ਮੇਰਾ ਕੰਸਰਨ ਹੈ ਕਿ ਕਿਤੇ ਇਹ ਜਿਹੜਾ ਬੈਲੈਂਸਡ ਕਿਹਾ ਜਾਂਦਾ, ਕਿਤੇ ਇਹ ਆਪਣੇ ਲਈ ਮਿੱਠਾ ਜ਼ਹਿਰ ਤੇ ਨਹੀਂ। ਜਿਹੜਾ ਮੈਂ ਅੱਜ ਦਾ ਆਪਣੀ ਜਿਵੇਂ ਕਿਹਾ ਨਾ ਕਿ ਇੱਕ ਪੱਖ ਨੂੰ ਹੀ ਛੇੜਾਂਗਾ, ਉਹ ਪੱਖ ਇਹੀ ਹੈ ਬੈਲੈਂਸਡ ਵਾਲਾ
ਕਿ ਕਿਤੇ ਜਿਹੜਾ ਸਾਨੂੰ ਬੈਲੈਂਸਡ ਪੜ੍ਹਨ ਨੂੰ ਹਮੇਸ਼ਾ ਕਿਹਾ ਜਾਂਦਾ ਹੈ, ਇਹ ਬੈਲੈਂਸਡ ਕਿਤੇ ਸਾਡੇ ਵਾਸਤੇ ਮਿੱਠਾ ਜ਼ਹਿਰ ਤੇ ਨਹੀਂ ਹੈਗਾ। ਸਾਨੂੰ ਆਪਣੇ ਇਤਿਹਾਸ ਨੂੰ ਕਿਸ ਤਰ੍ਹਾਂ ਪੜ੍ਹਨਾ ਚਾਹੀਦਾ, ਕਿਸ ਨਜ਼ਰੀਏ ਨਾਲ ਪੜ੍ਹਨਾ ਚਾਹੀਦਾ, ਤੇ ਉਹਦੇ 'ਚ ਜਿਹੜੀ, ਕਿਉਂਕਿ ਇੱਕ ਇਤਿਹਾਸ ਨੂੰ ਬੇਸਿਕਲੀ ਲਿਖਣ ਦੇ 3 ਪੱਖ ਹੁੰਦੇ ਨੇ, 3 ਤਰ੍ਹਾਂ ਦੇ ਲੋਕ ਹੁੰਦੇ ਨੇ ਇਤਿਹਾਸਕਾਰ ਜਿਹੜੇ ਇਤਿਹਾਸ ਨੂੰ ਲਿਖਦੇ ਨੇ। ਇੱਕ ਪੱਖ 'ਚ ਹੁੰਦਾ, ਇੱਕ ਵਿਰੋਧ 'ਚ ਹੁੰਦਾ, ਤੇ ਇੱਕ ਉਹ ਤੇ ਹੁੰਦੀ ਜਿਹੜੀ ਕਹਿੰਦੀ ਅਸੀਂ ਨਿਊਟਰਲ ਹਾਂ, ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਵੇਖਿਆ ਜਾਏ। ਬੇਸਿਕਲੀ ਆਪਾਂ ਉਹਦੇ ਬਾਰੇ ਮੈਂ ਹੁਣ ਅੱਗੇ ਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਕਰਨੀ ਹੈ। ਹੁਣ ਜਦੋਂ ਬੈਲੈਂਸਡ ਲਈ ਕਿਹਾ ਜਾਂਦਾ ਹੈ ਤੇ ਉਹਦੇ 'ਚ ਨਾ ਇੱਕ ਚੀਜ਼ ਆਉਂਦੀ ਹੈ ਕਿ ਮੈਂ ਇੱਕ ਐਗਜ਼ਾਮਪਲ ਦਿੰਦਾ। ਮੈਂ 2-3 ਨਾਮ ਲਏ ਸੀ ਕਿ ਕਿਹੜੇ ਕਿਹੜੇ ਉਹ ਲਿਖਾਰੀ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਨਹੀਂ, ਇਹਨਾਂ ਨੇ ਕਿਸੇ ਪਾਸੇ ਉਲਾਦ ਹੋ ਕੇ ਨਹੀਂ ਲਿਖਿਆ। ਜਿਹਦੇ 'ਚ ਖੁਸ਼ਵੰਤ ਸਿੰਘ ਹੋਰਾਂ ਦਾ ਨਾਮ ਲਿਆ ਸੀ ਜਾਂ ਰਾਜ ਮੋਹਨ ਗਾਂਧੀ ਹੋਰਾਂ ਦਾ ਨਾਮ ਲਿਆ ਸੀ। ਮੈਂ ਪਹਿਲਾਂ ਕੁਛ ਇਹਨਾਂ ਦੀਆਂ ਐਗਜ਼ਾਮਪਲ ਦਿੰਦਾ। ਇੱਕ ਦੋ ਰਾਜ ਮੋਹਨ ਗਾਂਧੀ ਦੀ ਕਿਤਾਬ ਹੈ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ। ਉਹ ਸ਼ਾਇਦ ਤੁਹਾਡੇ ਵਿੱਚੋਂ ਕਈਆਂ ਨੇ ਪੜ੍ਹੀ ਹੋਏਗੀ। ਉਹਦੇ ਵਿੱਚ ਹੁਣ ਰਾਜ ਮੋਹਨ ਗਾਂਧੀ ਨੂੰ ਆਪਾਂ ਅਕਸਰ ਗੱਲ ਕਰਦੇ ਵੀ ਹੁੰਦੇ ਹਾਂ ਕਈ ਵਾਰੀ ਕਿ ਇੱਕ ਝੋਲਾ ਜਿਵੇਂ ਲੱਗਾ ਹੁੰਦਾ ਨਾ, ਕਿ ਉਹ ਇੱਕ ਗੱਲ ਬਾਰ-ਬਾਰ ਕਹਿੰਦਾ ਕਿ ਜਦੋਂ ਮੁਗਲ ਰਾਜ ਪੰਜਾਬ 'ਚੋਂ ਗਿਆ, ਪੰਜਾਬ ਦੇ ਵਿੱਚ ਮੈਜੋਰਿਟੀ ਜਿਹੜੀ ਸੀ ਉਹ ਪੰਜਾਬੀ ਮੁਸਲਮਾਨਾਂ ਦੀ ਸੀ। ਫਿਰ ਉਹ ਰਾਜ ਅੱਗੇ ਪੰਜਾਬੀ ਮੁਸਲਮਾਨਾਂ ਕੋਲ ਕਿਉਂ ਨਹੀਂ ਆਇਆ, ਉਹ ਰਾਜ ਸਿੱਖਾਂ ਕੋਲ ਕਿਉਂ ਆਇਆ ਹੈ ਨਾ। ਤੇ ਜਦਕਿ ਇੱਕ ਬੜੀ ਨੋਰਮਲ ਜਿਹੀ ਗੱਲ ਹੈ ਕਿ ਰਾਜ ਉਸਦੇ ਕੋਲ ਆਉਣਾ ਜਿਹੜਾ ਉਸਦੇ ਵਾਸਤੇ ਐਫਰਟਸ ਕਰੇਗਾ। ਤੇ ਜੇ ਹੁੰਦਾ ਨਾ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਤੇ ਰਾਜ ਤੇ ਆਪਣੇ ਐਫਰਟਸ ਦੇ ਨਾਲ ਆਉਣਾ ਸੀ। ਜਿਸਨੇ ਰਾਜ ਵਾਸਤੇ ਸੰਘਰਸ਼ ਕੀਤਾ ਸੀ ਉਹਨਾਂ ਕੋਲ ਆਉਣਾ ਸੀ। ਜਿਹੜਾ ਵਾਕਈ ਉਹ ਪਾਤਸ਼ਾਹੀ ਦਾਅਵਾ ਰੱਖਦਾ ਸੀ ਉਹਨਾਂ ਕੋਲ ਆਉਣਾ ਸੀ। ਮੈਂ ਜਦੋਂ ਰਾਜ ਮੋਹਨ ਗਾਂਧੀ ਦਾ ਨੇ ਆਪਣੀ ਇਸ ਕਿਤਾਬ ਦੇ ਵਿੱਚ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ, ਪਰ ਕਿਤੇ ਨਾ ਕਿਤੇ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਇਹ ਸਵਾਲ ਇਹ ਸਾਨੂੰ ਹੋਣ ਦੀ ਜਗ੍ਹਾ ਤੇ ਉਹਨਾਂ ਨੂੰ ਹੋਣਾ ਚਾਹੀਦਾ ਸੀ ਨਾ, ਕਿ ਤੁਸੀਂ ਐਫਰਟਸ ਕਿਉਂ ਨਹੀਂ ਕੀਤਾ। ਜਦੋਂ ਅਸੀਂ ਮੁਗਲਾਂ ਦੇ ਪੂਰੇ ਰਾਜ ਦੇ ਵਿੱਚ ਵੇਖਦੇ ਹਾਂ ਤੇ ਕੁਛ ਸਿਲੈਕਟਿਡ ਐਗਜ਼ਾਮਪਲਸ ਨੇ ਜਿਹੜੀਆਂ ਪੰਜਾਬੀ ਮੁਸਲਮਾਨ ਵੱਲੋਂ ਕਿਤੇ ਉਸ ਰਾਜ ਦੇ ਖਿਲਾਫ ਬਗਾਵਤ ਦੀਆਂ ਆਉਂਦੀਆਂ ਨੇ। ਕੋਈ ਵੀ ਕੰਸਟਰਕਟਿਵ ਸਟਰਗਲ ਜਿਸ ਤਰ੍ਹਾਂ ਦਾ 18ਵੀਂ ਸਦੀ ਦੇ ਵਿੱਚ ਸਾਰੀ 'ਚ ਸਿੱਖਾਂ ਨੇ ਲੜਿਆ ਰਾਜ ਵਾਸਤੇ, ਇਸ ਤਰ੍ਹਾਂ ਦੀ ਕੋਈ ਵੀ ਉਦਾਹਰਣ ਹੈ ਨਹੀਂ। ਪਰ ਰਾਜ ਮੋਹਨ ਗਾਂਧੀ ਦਾ ਜੋ ਉਸ ਗੱਲ ਤੇ ਹੋਇਆ। ਇਸ ਤੋਂ ਇਲਾਵਾ ਵੀ ਖੈਰ ਕਈ ਹੋਰ ਗੱਲਾਂ ਨੇ, ਮੈਂ ਸਿਰਫ ਇੱਕ ਪੁਆਇੰਟ ਫੜਿਆ। ਜਾਂ ਫਿਰ ਮੈਂ ਇੱਕ ਹੋਰ ਇਸ ਦਾ ਐਗਜ਼ਾਮਪਲ ਦਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਬੀਤੇ ਦਿਨੀ ਮੈਂ ਇੱਕ ਜਗ੍ਹਾ ਤੇ ਵੇਖ ਰਿਹਾ ਸੀ, ਕਿਸੇ ਨੇ ਪੁੱਛਿਆ ਕਿ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ ਹੈ। ਕੋਈ ਨਵਾਂ ਰੀਡਰ ਸੀ, ਉਸਨੇ ਕਿਹਾ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਨਾ ਚਾਹੁੰਦਾ, ਮੈਨੂੰ ਕੀ ਪੜ੍ਹਨਾ ਚਾਹੀਦਾ। ਹੁਣ ਅਸੀਂ ਜੇ ਉਸਨੂੰ ਸੁਜੈਸਟ ਕਰਾਂਗੇ ਤੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨਾ ਸਭ ਤੋਂ ਪਹਿਲਾਂ ਸੁਜੈਸਟ ਕਰਦੇ ਹਾਂ ਅਸੀਂ, ਕਿ ਕਿੰਨਾ ਸੋਹਣਾ ਉਹਨਾਂ ਨੇ ਬਿਆਨ ਕੀਤਾ, ਸੌਖੀ ਭਾਸ਼ਾ 'ਚ ਵੀ ਹੈ ਤੇ ਬੜੀ ਕੰਸਟਰਕਟਿਵ ਉਹਨਾਂ ਨੇ ਗੱਲ ਕੀਤੀ ਹੈ ਉਸ ਸਾਰੇ ਦੇ ਵਿੱਚ, ਹੈ ਨਾ। ਜਾਂ ਡਾਕਟਰ ਸੁਖਦੇਵ ਸਿੰਘ ਹੋਰਾਂ ਨੇ ਇੰਨਾ ਸੋਹਣਾ ਲਿਖਿਆ ਉਹਦੇ ਬਾਰੇ। ਪਰ ਉੱਥੇ ਇੱਕ ਖਾਸ ਸੈਕਸ਼ਨ ਹੈ ਜਿਹਦੇ ਨਾਲ ਜੁੜੇ ਹੋਏ ਲੋਕ ਬਾਰ-ਬਾਰ ਇੱਕ ਗੱਲ ਕਹਿ ਰਹੇ ਨੇ ਕਿ ਨਹੀਂ, ਮਹਾਰਾਜਾ ਰਣਜੀਤ ਸਿੰਘ ਬਾਰੇ ਬੈਲੈਂਸਡ ਹੁਣ ਤੱਕ ਕੁਛ ਲਿਖਿਆ ਹੀ ਨਹੀਂ ਗਿਆ। ਕੁਲਜੀਤ ਸਿੰਘ ਵੀਰ ਜੀ ਨੇ ਵੀ ਸ਼ਾਇਦ ਉਹ ਚੀਜ਼ ਵੇਖੀ ਹੋਏਗੀ ਉੱਥੇ, ਇਹ ਵੀ ਉਸ ਜਗ੍ਹਾ ਤੇ ਹੈ। ਤੇ ਉੱਥੇ ਇੱਕ ਖਾਸ ਧਿਰ ਨਾਲ ਜੁੜੇ ਹੋਏ ਲੋਕ ਬਾਰ-ਬਾਰ ਕਹਿ ਰਹੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਛ ਵੀ ਇਸ ਤਰ੍ਹਾਂ ਦਾ ਕੰਸਟਰਕਟਿਵ ਹੁਣ ਤੱਕ ਬੈਲੈਂਸਡ ਲਿਖਿਆ ਹੀ ਨਹੀਂ ਗਿਆ। ਕਿ ਵਾਕਈ ਅਜਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਬੈਲੈਂਸਡ ਇਤਿਹਾਸ ਲਿਖਿਆ ਹੀ ਨਾ ਗਿਆ। ਕਿ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਹੋਰਾਂ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਲਿਖਿਆ ਹੈ, ਉਹਦੇ ਤੇ ਕੁਐਸਚਨ ਮਾਰਕ ਆ ਸਕਦੇ ਆ, ਉਹਦੇ 'ਚ ਕਮੀਆਂ ਅਸੀਂ ਕੱਢ ਸਕਦੇ ਹਾਂ। ਡਾਕਟਰ ਸੁਖਦੇਵ ਸਿੰਘ ਹੋਰਾਂ ਨੇ ਕਿੰਨਾ ਸੋਹਣਾ ਲਿਖਿਆ। ਫਕੀਰ ਵਹੀਦੁੱਦੀਨ ਹੋਰਾਂ ਨੇ ਜਿਨ੍ਹਾਂ ਨੇ ਦ ਰੀਅਲ ਰਣਜੀਤ ਸਿੰਘ ਕਿਤਾਬ ਲਿਖੀ ਹੈ, ਉਹ ਵੀ ਬਹੁਤ ਕਮਾਲ ਹੈ। ਈਵਨ ਅੱਜ ਵੀ ਜੋ ਇਹਨਾਂ ਨੂੰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਹੋਰਾਂ ਨੂੰ ਜਾਂ ਡਾਕਟਰ ਸੁਖਦੇਵ ਸਿੰਘ ਹੋਰਾਂ ਨੂੰ ਇਹਨਾਂ ਬਾਰੇ ਇੱਕ ਕਿਹਾ ਜਾ ਸਕਦਾ ਹੈ ਕਿ ਚਲੋ ਇਹ ਤਾਂ ਸਿੱਖ ਸਨ, ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸਿਫਤਾਂ ਕਰ ਦਿੱਤੀਆਂ, ਠੀਕ ਹੈ। ਪਰ ਫਕੀਰ ਵਹੀਦੁੱਦੀਨ ਉਹਨਾਂ ਦੇ ਜਿਹੜੇ ਅੱਜ ਵੀ ਵਾਰਸ ਨੇ ਲਾਹੌਰ ਦੇ ਵਿੱਚ ਫਕੀਰਖਾਨਾ ਮਿਊਜ਼ੀਅਮ ਜਿਹੜੇ ਚਲਾ ਰਹੇ ਨੇ, ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਉਂਦੇ ਨੇ ਲਾਹੌਰ ਦੇ ਕਿਲੇ 'ਚੋਂ ਕੋਈ ਨਾ ਕੋਈ ਤੋੜ ਜਾਂਦਾ ਹੈ ਨਾ। ਉਹ ਇਸ ਨਫ਼ਰਤ ਦੇ ਵਿੱਚ ਹੁੰਦੇ ਹੋਏ ਵੀ ਮਹਾਰਾਜਾ ਰਣਜੀਤ ਸਿੰਘ ਦੇ ਹੱਕ ਦੇ ਵਿੱਚ ਅੱਜ ਤੱਕ ਬੋਲ ਤੇ ਲਿਖ ਰਹੇ ਨੇ ਉਹ ਵਾਲੀ ਫੈਮਿਲੀ। ਹੁਣ ਉਹ ਤੇ ਉਸ ਮਾਹੌਲ 'ਚ ਹੈ ਨਾ, ਉਹਨਾਂ ਦਾ ਤੇ ਔਲਾਦ ਹੋਣਾ ਨਹੀਂ ਬਣਦਾ। ਪਰ ਇਹ
ਜਿਹੜੀ ਗੱਲ ਮਹਾਰਾਜਾ ਰਣਜੀਤ ਸਿੰਘ ਬਾਰੇ, ਹੁਣ ਇਹਨਾਂ ਦਾ ਜਿਹੜਾ ਬੈਲੈਂਸ ਦਾ ਨਜ਼ਰੀਆ ਮਹਾਰਾਜਾ ਰਣਜੀਤ ਸਿੰਘ ਦੇ ਪੱਖ 'ਚ, ਹੁਣ ਇਹਨਾਂ ਨੂੰ ਚਾਹੀਦਾ ਕਿ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਜਿੱਥੇ ਸਿਫਤਾਂ ਨੇ ਉੱਥੇ ਨਾਲ ਕਮੀਆਂ ਵੀ ਲਿਖੀਆਂ ਹੋਣ। ਇੱਕ ਇਹਦੇ 'ਚ ਮੈਂ ਛੋਟੀ ਜਿਹੀ ਗੱਲ ਐਡ ਕਰਾਂਗਾ। ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਯਾਦ ਕਿਸ ਵਾਸਤੇ ਕਰਦੇ ਹਾਂ? ਫॉर ਬੀਇੰਗ ਅ ਗ੍ਰੇਟ ਐਂਪਰਰ, ਇੱਕ ਬਹੁਤ ਮਹਾਨ ਮਹਾਰਾਜਾ ਸੀ ਜਿਸਨੇ ਆਪਣੇ ਰਾਜ ਦੇ ਵਿੱਚ, ਜਿਨ੍ਹਾਂ ਦੇ ਰਾਜ ਦੇ ਵਿੱਚ ਪੰਜਾਬ ਦੁਨੀਆ ਦੇ ਵਿੱਚ ਇੱਕ ਕਹਿ ਲਓ ਕਿ ਟੌਪ ਦੇ ਦੇਸ਼ਾਂ ਦੇ ਵਿੱਚ ਇੱਕ ਬਣ ਚੁੱਕਿਆ ਸੀ। ਇਸ ਚੀਜ਼ ਵਾਸਤੇ ਯਾਦ ਕਰਨੇ ਆ ਨਾ। ਚਾਹੇ ਰਾਜ ਦਾ ਕੋਈ ਵੀ ਪਰਸਪੈਕਟਿਵ ਹੋਏ, ਐਜੂਕੇਸ਼ਨ ਸਿਸਟਮ ਉਹਨਾਂ ਨੇ ਪੰਜਾਬ ਦੇ ਵਿੱਚ ਕਮਾਲ ਦਾ ਐਸਟੈਬਲਿਸ਼ ਕੀਤਾ, ਚਾਹੇ ਆਰਮੀ ਦੀ ਪਾਵਰ ਦੀ ਗੱਲ ਹੋਏ, ਟ੍ਰੇਡ ਦੀ ਗੱਲ ਹੋਏ, ਅੰਮ੍ਰਿਤਸਰ ਦੀ ਅਸੀਂ ਗੱਲ ਕਰਨੇ ਆ ਕਿ ਉਸ ਰਾਜ ਦੇ ਵਿੱਚ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਜਿਹੜੇ ਖੁਸ਼ਕ ਬੰਦਰਗਾਹ ਨੇ ਉਹ ਉਹਨਾਂ ਚੋਂ ਇੱਕ ਸੀ, ਸਭ ਤੋਂ ਵੱਡੀਆਂ ਮੰਡੀਆਂ ਦੇ ਵਿੱਚੋਂ ਇੱਕ ਸੀ, ਅੱਜ ਦੇ ਟਾਈਮ ਤੇ ਭਾਵੇਂ ਕਿਤੇ ਵੀ ਹੋਏ। ਤੇ ਉਹ ਅਸੀਂ ਗੱਲ ਕਰਨੇ ਆ ਵੀ ਬੇਸਿਕਲੀ ਰਾਜ ਦੇ ਹਰ ਪਰਸਪੈਕਟਿਵ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਉਸ ਲੈਵਲ ਤੇ ਪਹੁੰਚਾਇਆ। ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਇਸ ਕਰਕੇ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਹੈ, ਪੰਜਾਬ ਦੇ ਜੇ ਸਾਰੇ ਸੈਕਸ਼ਨਸ ਦੀ ਗੱਲ ਕਰੀਏ, ਜਿਹੜੇ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਸਤਿਕਾਰਦੇ ਨੇ ਕਿ ਉਹਨਾਂ ਦੇ ਰਾਜ ਦੇ ਵਿੱਚ ਪੰਜਾਬ ਜਿੱਥੇ ਸੀ ਉਸ ਤੋਂ ਬਾਅਦ ਕਿਤੇ ਵੀ ਉਸ ਤਰ੍ਹਾਂ ਨਹੀਂ ਹੋਇਆ। ਸਿੱਖ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਨੇ ਉਹਦੇ 'ਚ ਇੱਕ ਹੋਰ ਵੀ ਗੱਲ ਜੁੜ ਜਾਂਦੀ ਹੈ ਕਿ ਧਰਮ ਕਾ ਜੈਕਾਰ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੋਇਆ। ਡਾਕਟਰ ਹਰਭਜਨ ਸਿੰਘ ਚੀਮਾ ਹੋਰਾਂ ਨੇ ਪਿੱਛੇ ਜੇ 2 ਕਿਤਾਬਾਂ ਲਿਖੀਆਂ ਨੇ, ਸਿਫਤਾਂ ਖਾਲਸਾ ਰਾਜ ਦੀਆਂ ਤੇ ਜੰਗ ਹਿੰਦ ਪੰਜਾਬ ਦਾ, ਹੋਰਾਂ ਨੇ ਜਾਂ ਹੋਰਾਂ ਨੇ ਕੀਤੀਆਂ। ਉਹ ਸਮਹਾਊ ਚੁੱਭਦੀਆਂ ਕਿਉਂ ਨੇ? ਇਹ ਐਕਸੈਪਟ ਨਹੀਂ ਹੁੰਦੀਆਂ ਗੱਲਾਂ ਉੱਥੇ ਕਿ ਆਪਣਾ ਪੱਖ ਜੇ ਅਸੀਂ ਆਪ ਨਹੀਂ ਰੱਖਾਂਗੇ ਤੇ ਹੋਰ ਕੌਣ ਰੱਖੇਗਾ। ਇਹ ਚੀਜ਼ ਹੈ ਇੱਥੇ ਮਤਲਬ ਜਿਹੜੀ ਸੋਚਣ ਵਾਲੀ ਬਣਦੀ ਹੈ ਕਿ ਜਦੋਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਬੈਲੈਂਸਡ ਪੜ੍ਹਿਆ ਕਰੋ ਜਾਂ ਇਤਿਹਾਸਕਾਰਾਂ ਨੂੰ ਬੈਲੈਂਸਡ ਲਿਖਣਾ ਚਾਹੀਦਾ ਹੈ। ਹੁਣ ਆਪਣਾ ਪੱਖ ਤੇ ਅਸੀਂ ਆਪ ਹੀ ਰੱਖਣਾ ਨਾ। ਜੇ ਅਸੀਂ ਆਪ ਹੀ ਨਹੀਂ ਰੱਖਾਂਗੇ, ਅਸੀਂ ਆਪ ਵੀ ਸਾਡੇ ਵਿਰੋਧੀ ਦੀ ਐਕਸਪੈਕਟੇਸ਼ਨ ਦੇ ਅਕੋਰਡਿੰਗ ਲਿਖਣਾ ਸਟਾਰਟ ਕਰ ਦਈਏ ਵੀ ਉਹ ਨਹੀਂ, ਉਹ ਜਿਹੜਾ ਵਿਰੋਧੀ ਦਾ ਪਰਸਪੈਕਟਿਵ ਹੈ ਉਹ ਵੀ ਮਰਜ ਕਰਕੇ ਸਾਨੂੰ ਲਿਖਣਾ ਚਾਹੀਦਾ ਤੇ ਫਿਰ ਉਹ ਪੱਖ ਹੋਰ ਕਿਸ ਨੇ ਰੱਖਣਾ। ਹੁਣ ਜਿਹੜੇ ਇਹ ਰਾਈਟਰਸ ਨੇ ਐਸੇ ਜਿਨ੍ਹਾਂ ਨੂੰ ਪੜ੍ਹਨ ਵਾਸਤੇ ਕਿਹਾ ਜਾਂਦਾ ਸਾਨੂੰ, ਬਹੁਤੇ ਲਿਬਰਲਸ ਨੇ। ਲਿਬਰਲਸ ਚੋਂ ਵੀ, ਲਿਬਰਲਸ ਦੀ ਤਾਂ ਗੱਲ ਛੱਡੋ, ਜੇ ਈਵਨ ਕਮਿਊਨਿਸਟਾਂ ਨੂੰ ਵੀ ਆਪਣੇ ਇੱਥੇ ਤੇ ਖੋਜਣੇ ਆ ਤੇ ਥੱਲਿਓਂ ਨੈਸ਼ਨਲਿਸਟ ਹੀ ਨਿਕਲ ਕੇ ਆਉਂਦੇ ਨੇ। ਤੇ ਕੀ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਨਹੀਂ ਹੈ ਕਿ ਉਹ ਆਪ ਵਾਕਈ ਨਿਊਟਰਲ ਨੇ? ਜਿਹੜਾ ਬੈਲੈਂਸਡ ਲਿਖਣ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੇ ਲਿਖਿਆ ਉਹ ਪੜ੍ਹਨਾ ਚਾਹੀਦਾ ਕਿ ਉਹ ਆਪ ਨਿਊਟਰਲ ਹੁੰਦੇ ਨੇ। ਬੇਸਿਕਲੀ ਜਦੋਂ ਕਹਿੰਦੇ ਨੇ ਕਿ ਉਲਾਦ ਨਾ ਹੋਵੋ, ਫੈਸਲਾ ਇਹ ਕਿੰਨੇ ਕਰਨਾ ਕਿ ਉਲਾਦ ਹੈ ਕੀ ਤੇ ਸੱਚ ਕੀ ਹੈ। ਕਿ ਰਾਜਮੋਹਨ ਗਾਂਧੀ ਆਪਣੇ ਉਸ ਕਮੈਂਟ ਦੇ ਵਿੱਚ ਪੰਜਾਬੀ ਮੁਸਲਮਾਨਾਂ ਦੇ ਪ੍ਰਤੀ ਤੇ ਸਿੱਖਾਂ ਦੇ ਉਹ ਅਗੇਂਸਟ ਉਹ ਉਲਾਦ ਨਹੀਂ ਹੋਇਆ ਹੁੰਦਾ? ਜਾਂ ਜਦੋਂ ਸੜਕਨਾਮਾ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਇੰਨਾ ਕੁਛ ਲਿਖਦਾ ਹੈ ਕਿ ਉਹ ਉਲਾਦ ਨਹੀਂ ਹੁੰਦਾ? ਜਾਂ ਜੇ ਈਵਨ ਖੁਸ਼ਵੰਤ ਸਿੰਘ ਨੇ ਜਿਹੜਾ ਇਤਿਹਾਸ ਲਿਖਿਆ ਹੈ ਕਿ ਖੁਸ਼ਵੰਤ ਸਿੰਘ ਦੀ ਆਪਣੀ ਇੱਕ ਪੋਲੀਟੀਕਲ ਆਈਡੀਓਲੋਜੀ ਨਹੀਂ ਹੈ, ਕਿ ਉਹ ਨੈਸ਼ਨਲਿਸਟ ਨਹੀਂ ਹੈਗਾ? ਉਹ ਆਪ ਵੀ ਨੈਸ਼ਨਲਿਸਟ ਨਹੀਂ ਹੈ, ਸੋਰੀ ਉਹ ਆਪ ਵੀ ਨਿਊਟਰਲ ਨਹੀਂ ਹੈ। ਉਹਨਾਂ ਦੀ ਵੀ ਆਪਣੀ ਇੱਕ ਪੋਲੀਟੀਕਲ ਆਈਡੀਓਲੋਜੀ ਹੈ ਤੇ ਉਸ ਦੇ ਇੱਕ ਫਰੇਮ ਨੂੰ ਲੈ ਕੇ ਜੋ ਆਪਣੀ ਪਹਿਲਾਂ ਤੋਂ ਉਹਨਾਂ ਦੀ ਮਾਈਂਡ ਦੀ ਪ੍ਰੋਗਰਾਮਿੰਗ ਹੈ, ਜੋ ਪਹਿਲਾਂ ਤੋਂ ਆਈਡੀਓਲੋਜੀ ਹੈ, ਉਸ ਦੇ ਫਰੇਮ ਨੂੰ ਬਣਾ ਕੇ ਉਹਦੇ ਵਿੱਚ ਜੋ ਜੋ ਚੀਜ਼ਾਂ ਫਿੱਟ ਹੁੰਦੀਆਂ ਨੇ ਉਹ ਸਹੀ ਨੇ, ਜੋ ਉਹਦੇ 'ਚ ਫਿੱਟ ਨਹੀਂ ਹੁੰਦੀ ਉਹ ਗਲਤ ਹੈ। ਬੇਸਿਕਲੀ ਇਸ ਤਰ੍ਹਾਂ ਦਾ ਇੱਕ ਤਰੀਕਾ ਹੁੰਦਾ ਹੈ ਜੋ ਉਹਨਾਂ ਨੇ ਜਿਸ ਤਰੀਕੇ ਨਾਲ ਲਿਖਿਆ ਹੁੰਦਾ। ਹੁਣ ਇਸ ਉਲਾਦਪੁਣੇ ਦਾ ਫੈਸਲਾ ਤੇ ਸਾਡੀ ਆਪਣੀ ਬੁੱਧੀ ਨੇ ਕਰਨਾ ਹੈ। ਕਿਸੇ ਵੀ ਵਰਤਾਰੇ ਬਾਰੇ ਬੁੱਧੀ ਦੀ ਸਮਝ ਉਦੋਂ ਹੀ ਵਿਕਸਿਤ ਹੁੰਦੀ ਹੈ ਜਦੋਂ ਉਹ ਬੁੱਧੀ ਉਸ ਵਰਤਾਰੇ ਦੇ ਵਿੱਚ ਜਾ ਕੇ ਪੈਂਦੀ ਹੈ, ਜਦੋਂ ਬੰਦਾ ਉਸ ਵਰਤਾਰੇ ਦੇ ਵਿੱਚ ਜਾ ਕੇ ਪੈਂਦਾ। ਜਦੋਂ ਤੱਕ ਉਹ ਨਹੀਂ ਉਸ ਤਰ੍ਹਾਂ ਪੈ ਰਿਹਾ ਉਸਨੂੰ ਉਸ ਚੀਜ਼ ਦੀ ਸਮਝ ਨਹੀਂ ਆਏਗੀ। ਫੋਰ ਐਗਜ਼ਾਮਪਲ ਅੱਜ 31 ਅਕਤੂਬਰ ਦਾ ਦਿਨ ਹੈ, ਸਾਨੂੰ ਪਤਾ ਹੈ ਭਾਈ ਬੇਅੰਤ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਹੋਰਾਂ ਨੇ ਕੌਮ ਦੀ ਪੱਗ ਮੁੜ ਸਿਰ ਤੇ ਰੱਖੀ ਸੀ, ਅਸੀਂ ਇਹ ਕਹਿ ਕੇ ਯਾਦ ਕਰਨੇ ਆ। ਪਰ ਇੱਕ ਉਹ ਵੀ ਸੈਕਸ਼ਨ ਹੈ ਜਿਹੜਾ ਆਪਣੇ ਆਪ ਨੂੰ ਨਿਊਟਰਲ ਕਹਿੰਦੇ ਹੋਏ ਵੀ ਇਹ ਕਹਿੰਦਾ ਕਿ
ਜੇ ਇਹ ਨਾ ਕੀਤਾ ਹੁੰਦਾ ਤੇ ਸ਼ਾਇਦ ਨਵੰਬਰ 1984 ਵਾਲਾ ਜੋ ਕਤਲੇਆਮ ਹੈ, ਜੋ ਨਸਲਕੁਸ਼ੀ ਹੋਈ ਹੈ, ਉਹ ਨਾ ਹੁੰਦੀ। ਪਰ ਹੁਣ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੀਆਂ ਪਰੰਪਰਾਵਾਂ, ਸਾਡੀਆਂ ਰਵਾਇਤਾਂ ਕੀ ਸਨ, ਤੇ ਜਿਹੜਾ ਇਹ 31 ਅਕਤੂਬਰ ਨੂੰ ਜੋ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਹੋਰਾਂ ਨੇ ਕੀਤਾ, ਇਹ ਪੰਥ ਵਾਸਤੇ ਕਿੰਨਾ ਜ਼ਰੂਰੀ ਸੀ। ਪਰ ਜਿਹੜਾ ਇੱਕ ਬੰਦਾ ਇਹਨਾਂ ਰਵਾਇਤਾਂ ਤੋਂ, ਇਸ ਜਿਹੜਾ ਗੁਰੂ ਨਾਲ ਪ੍ਰੇਮ ਹੈ, ਉਸ ਪ੍ਰੇਮ ਤੋਂ ਦੂਰ ਹੋਏਗਾ, ਉਹ ਉਹਨਾਂ ਗੱਲਾਂ ਨੂੰ ਉਸ ਤਰੀਕੇ ਨਾਲ ਸਮਝ ਨਹੀਂ ਸਕੇਗਾ। ਤੇ ਉਹ ਕਹੇਗਾ, ਤੇ ਜਦੋਂ ਵੀ ਅਸੀਂ ਫਿਰ ਇਹ ਕਹਾਂਗੇ ਕਿ ਭਾਈ ਬੇਅੰਤ ਸਿੰਘ ਨੇ ਤੇ ਭਾਈ ਸਤਵੰਤ ਸਿੰਘ ਨੇ ਕੌਮ ਦੀ ਪੱਗ ਕੌਮ ਦੇ ਸਿਰ ਤੇ ਰੱਖੀ ਦੁਬਾਰਾ, ਉਹ ਕਹੇਗਾ ਨਹੀਂ, ਤੁਸੀਂ ਉਲਾਰ ਹੋ ਕੇ ਗੱਲ ਕਰਦੇ ਹੋ, ਤੁਸੀਂ ਇਸ ਬਾਰੇ ਤਾਂ ਸੋਚਦੇ ਹੀ ਨਹੀਂ ਕਿ ਜੇ ਇਹ ਨਾ ਹੁੰਦਾ ਤੇ ਨਵੰਬਰ 84 ਤੱਕ ਨਸਲਕੁਸ਼ੀ ਵੀ ਨਹੀਂ ਸੀ ਹੋਣੀ। ਸੋ ਇਹ ਗੱਲ ਹੈ। ਅਗਲੀ ਗੱਲ ਕਿ ਜਿਹੜੀ ਇਸ ਤਰ੍ਹਾਂ ਜੋ ਲਿਖਣ ਦੀ ਜੋ ਨੀਂਹ ਹੈ, ਇਸ ਤਰ੍ਹਾਂ ਦਾ ਜਿਹੜਾ ਇਤਿਹਾਸ ਲਿਖਿਆ ਗਿਆ ਹੈ, ਉਹ ਸਮਹਾਊ ਤਰਕ ਦੇ ਉੱਤੇ ਹੈ। ਤੇ ਇਕੱਲੇ ਤਰਕ ਦੇ ਆਧਾਰ ਤੇ ਕਿਸ ਤਰੀਕੇ ਨਾਲ ਉਸ ਇਤਿਹਾਸ ਨੂੰ ਸਮਝਿਆ ਜਾ ਸਕਦਾ ਹੈ ਜਾਂ ਉਸਨੂੰ ਐਕਸਪਲੇਨ ਕੀਤਾ ਜਾ ਸਕਦਾ ਹੈ, ਜਿਸ ਇਤਿਹਾਸ ਦੀ ਨੀਂਹ ਹੀ ਸਾਰੀ ਪ੍ਰੇਮ ਦੇ ਉੱਤੇ ਜਾਂ ਰੂਹਾਨੀਅਤ ਦੇ ਉੱਤੇ ਹੋਏ। ਜਿਵੇਂ ਮੈਂ ਗੱਲ ਕੀਤੀ ਸੀ ਨਾ ਆਪਣਾ ਕਿ ਕੁਛ ਇਤਿਹਾਸਕਾਰ ਪੱਖ 'ਚ ਲਿਖਦੇ ਨੇ, ਕੁਛ ਵਿਰੋਧ 'ਚ ਲਿਖਦੇ ਨੇ, ਤੇ ਕੁਛ ਨੂੰ ਕਿਹਾ ਜਾਂਦਾ ਕਿ ਇਹ ਬੜੇ ਬੈਲੈਂਸਡ ਲਿਖ ਰਹੇ ਨੇ, ਹੈ ਨਾ। ਤੇ ਉਹ ਕਹਿੰਦੇ ਨੇ ਕਿ ਜਿਵੇਂ ਕੋਈ ਸਾਡੇ ਕੋਲ ਚੀਜ਼ ਆਈ, ਅਸੀਂ ਤਾਂ ਉੱਦਾਂ ਲਿਖੀ ਹੈ, ਅਸੀਂ ਕੋਈ ਉਹਦੇ 'ਚ ਕਿ ਕਿਸੇ ਚੁੱਪ ਪ੍ਰਗਟ ਵੀਰੇ ਇੱਕ ਮਿੰਟ, ਤੁਹਾਡੀ ਆਵਾਜ਼ ਕੱਟ ਹੋ ਰਹੀ ਹੈ। ਨਹੀਂ ਲਿਖਿਆ। ਹਾਂਜੀ, ਹਾਂ, ਤੁਹਾਡੀ ਆਵਾਜ਼ ਕੱਟ ਹੋ ਰਹੀ ਹੈ ਵਿੱਚੋਂ। ਕਨੈਕਸ਼ਨ ਦਾ ਥੋੜਾ ਜਿਹਾ ਇਸ਼ੂ ਹੈ। ਹੁਣ ਸਹੀ ਆ ਰਹੀ ਹੈ? ਹਾਂ, ਬੋਲੋ ਵੀਰੇ। ਹਾਂਜੀ, ਸੋ ਪਹਿਲੀ ਗੱਲ ਤੇ ਇਹ ਕਿ ਚੀਜ਼ ਜਿੱਥੋਂ ਆਈ, ਕਿ ਜਿਹੜਾ ਉਸਦਾ ਸੋਰਸ ਹੈ, ਉਸਦੀ ਵੀ ਇੱਕ ਨਰੇਸ਼ਨ ਹੈ, ਤੇ ਉਹ ਨਰੇਸ਼ਨ ਵੀ ਕਿਸੇ ਨਾ ਕਿਸੇ ਬੰਦੇ ਨੇ ਕੀਤੀ ਹੈ, ਤੇ ਉਸ ਬੰਦੇ ਦਾ ਵੀ ਕੋਈ ਨਾ ਕੋਈ ਆਪਣਾ ਥੋਟ ਹੈ। ਉਸ ਤੋਂ ਬਾਅਦ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਜਿਵੇਂ ਚੀਜ਼ ਆਈ ਮੈਂ ਤੇ ਉਸੇ ਤਰ੍ਹਾਂ ਲਿਖੀ ਹੈ, ਕਿ ਮੈਂ ਨਿਊਟਰਲ ਹਾਂ, ਹੁਣ ਉਸ ਬੰਦੇ ਦੀ ਵੀ ਇੱਕ ਮੈਂਟਲ ਪ੍ਰੋਗਰਾਮਿੰਗ ਹੈ, ਤੇ ਉਹਨੇ ਵੀ ਜਿਹੜੀ ਚੀਜ਼ ਲਿਖਣੀ ਹੈ ਉਹ ਕਿਸੇ ਨਾ ਕਿਸੇ ਆਪਣੇ ਦਿਮਾਗ ਦੀ ਪਹਿਲੀ ਪ੍ਰੋਗਰਾਮਿੰਗ ਦੇ ਹੇਠ ਹੀ ਲਿਖਣੀ ਹੈ। ਕੱਲ ਅਸੀਂ ਸਾਕਾ ਪੰਜਾ ਸਾਹਿਬ ਦਾ ਹੈ ਕਿਉਂ ਮਨਾਇਆ ਸੀ 30 ਅਕਤੂਬਰ ਵਾਲੇ ਦਿਨ। ਹੁਣ ਸਾਕਾ ਪੰਜਾ ਸਾਹਿਬ ਬਾਰੇ ਵੀ ਜਦੋਂ ਇਸਨੂੰ ਵੇਖਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਸਾਡੀ ਇੱਕ ਸੇਵਾ ਦੀ ਮਿਸਾਲ ਸੀ, ਹੈ ਨਾ, ਤੇ ਅਸੀਂ ਇਹਨਾਂ ਸ਼ਹਾਦਤਾਂ ਨੂੰ ਉਸ ਤਰੀਕੇ ਨਾਲ ਯਾਦ ਕਰਦੇ ਹਾਂ। ਸਪੋਜ਼ ਇੱਕ ਕੋਈ ਤੀਜਾ ਬੰਦਾ ਇਹਦੇ ਬਾਰੇ ਸਾਕਾ ਪੰਜਾ ਸਾਹਿਬ ਬਾਰੇ ਲਿਖੇਗਾ, ਜਿਹੜਾ ਕਹੇਗਾ ਕਿ ਮੈਂ ਕਿਸੇ ਇਸ ਘਟਨਾ ਨੂੰ ਐਜ਼ ਇਟ ਇਜ਼ ਲਿਖ ਰਿਹਾ, ਤੇ ਉਹਦੀ ਆਪਣੀ ਮਾਇੰਡ ਦੀ ਵੀ ਕੋਈ ਪਹਿਲਾਂ ਤੋਂ ਪ੍ਰੋਗਰਾਮਿੰਗ ਹੋਈ ਹੈ। ਜੇ ਮੰਨ ਲਿਆ ਕਿ ਉਹ ਬੰਦੇ ਦੀ ਸਾਡੇ ਪ੍ਰਤੀ ਵੀ ਕਿਸੇ ਤਰ੍ਹਾਂ ਦਾ ਕੋਈ ਨੈਗੇਟਿਵ ਉਹਦੇ ਮਾਇੰਡ ਦੇ ਵਿੱਚ ਨਹੀਂ ਹੈ, ਤੇ ਉਹ ਉਸਨੂੰ ਐਜ਼ ਇਟ ਇਜ਼ ਹੀ ਲਿਖਣਾ ਚਾਹੁੰਦਾ, ਪਰ ਉਹਦੀ ਵੀ ਇੱਕ ਪ੍ਰੋਗਰਾਮਿੰਗ ਹੈ, ਤੇ ਉਸਦੇ ਮੁਤਾਬਕ ਹੀ ਉਹਨੇ ਉਸ ਗੱਲ ਨੂੰ ਨੈਰੇਟ ਕਰਨਾ। ਜੇ ਅੱਜ ਦੇ ਹਿਸਾਬ ਨਾਲ ਵੀ ਉਸ ਗੱਲ ਨੂੰ ਲਿਖਿਆ ਜਾਏ ਤੇ ਉਹਦੇ 'ਚ ਵੀ ਸਿੰਪਲ ਜੀ ਇਹੀ ਹੁੰਦਾ ਨਾ ਕਿ ਟ੍ਰੇਨ ਦਾ ਤੇ ਇੱਕ ਸ਼ਡਿਊਲ ਹੁੰਦਾ, ਉਸ ਸ਼ਡਿਊਲ ਤੋਂ ਕਿਵੇਂ ਮਤਲਬ ਉੱਥੇ ਟ੍ਰੇਨ ਰੋਕੀ ਜਾ ਸਕਦੀ ਹੈ। ਤੇ ਬੇਸਿਕਲੀ ਇਹ ਇੱਕ ਗੱਲ ਹੈ ਕਿ ਜਿਹੜਾ ਬੰਦਾ ਲਿਖ ਰਿਹਾ ਉਹਦੀ ਆਪਣੀ ਵੀ ਮਾਇੰਡ ਦੀ ਇੱਕ ਪ੍ਰੋਗਰਾਮਿੰਗ ਹੁੰਦੀ ਹੈ ਪਹਿਲਾਂ ਤੋਂ, ਭਾਵੇਂ ਉਹ ਤੁਹਾਡੇ ਵਿਰੋਧ 'ਚ ਸਿੱਧੇ ਤੌਰ ਤੇ ਨਾ ਵੀ ਹੋਏ। ਸੋ ਕੋਈ ਵੀ ਗੱਲ, ਕੋਈ ਵੀ ਘਟਨਾ ਜਿਹੜੀ ਹੈ ਉਸਨੂੰ ਇਸ ਤਰ੍ਹਾਂ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਪੱਕਾ ਉਲਾਰ ਹੈ ਤੇ ਇਹ ਪੱਕਾ ਬੈਲੈਂਸਡ ਹੈ। ਕੋਈ ਵੀ ਬੰਦਾ ਬਿਨਾਂ ਆਪਣੇ ਮੈਂਟਲ ਪ੍ਰੋਗਰਾਮਿੰਗ ਦੇ ਨੂੰ ਵਰਤੇ, ਜੋ ਉਹਦੇ ਮਾਇੰਡ 'ਚ ਪਹਿਲਾਂ ਤੋਂ ਗੱਲਾਂ ਪਈਆਂ ਨੇ, ਉਸ ਗੱਲ ਨੂੰ ਉਸ ਤਰੀਕੇ ਨਾਲ ਨਹੀਂ ਲਿਖ ਸਕਦਾ। ਅੱਗੇ ਮੈਂ ਖੈਰ ਗੱਲ ਨੂੰ ਹੁਣ ਸਮਰਾਈਜ਼ ਹੀ ਕਰਾਂਗਾ। ਤਰਕ ਦੀ ਗੱਲ ਇੱਕ ਆਉਂਦੀ ਹੈ ਨਾ, ਕਿ ਜਿਵੇਂ ਮੈਂ ਕਿਹਾ ਨਾ ਕਿ ਪੋਲੀਟੀਕਲ ਆਈਡੀਓਲੋਜੀ ਦੇ ਵਿੱਚ ਜਾਂ ਆਪਣੇ ਪਹਿਲਾਂ ਤੋਂ ਮੈਂਟਲ ਪ੍ਰੋਗਰਾਮਿੰਗ ਦੇ ਫਰੇਮਵਰਕ ਦੇ ਵਿੱਚ ਫਰੇਮਵਰਕ ਨੂੰ ਸੈੱਟ ਕਰਕੇ ਉਹਦੇ 'ਚ ਇਤਿਹਾਸ ਨੂੰ ਫਿੱਟ ਕਰਦੇ ਨੇ ਕਿ ਜੋ ਉਹਦੇ 'ਚ ਫਿੱਟ ਹੋ ਗਿਆ ਉਹ ਠੀਕ ਹੈ, ਜੋ ਨਹੀਂ ਹੋਇਆ ਉਹ ਗਲਤ ਹੈ। ਹੁਣ ਤਰਕ ਦੀ ਵੀ ਜਿਹੜੀ ਗੱਲ ਹੈ, ਤਰਕ ਇਸ ਨੂੰ ਅਖੀਰਲਾ ਸੱਚ ਮੰਨ ਲਿਆ, ਪਰ ਇਹ ਵੀ ਇੱਕ ਗਿਆਨ ਨੂੰ ਪ੍ਰਾਪਤ ਕਰਨ ਦੀ ਇੱਕ ਵਿਧੀ ਹੈ, ਅਸੀਂ ਕੋਈ ਆਖਰੀ ਸੱਚ ਨਹੀਂ ਹੈ। ਹੁਣ ਤੇ ਕੁਆਂਟਮ ਫਿਜ਼ਿਕਸ ਨੇ ਵੀ ਇਸ ਗੱਲ ਨੂੰ ਸਾਬਿਤ ਕਰਤਾ ਵੀ ਕੌਨਸ਼ੀਅਸਨੈਸ
ਜੋ ਹੈ ਉਹ ਤਰਕ ਤੋਂ ਅੱਗੇ ਹੈ। ਤੇ ਜਦੋਂ ਵੀ ਅਸੀਂ ਇਸ ਤਰਕ ਦੇ ਦਾਇਰੇ ਦੇ ਵਿੱਚ ਆਪਣੇ ਇਤਿਹਾਸ ਨੂੰ ਰੱਖ ਕੇ ਵੇਖਾਂਗੇ ਤੇ ਅਸੀਂ somehow ਆਪਣੇ ਇਸ ਮੂਲ ਤੋਂ, ਜਿਹੜਾ ਉਸ ਇਤਿਹਾਸ ਦਾ ਮੂਲ ਹੈ, ਉਹਦੇ ਨਾਲੋਂ ਟੁੱਟ ਜਾਵਾਂਗੇ। ਜਿਵੇਂ ਹੁਣ ਭਾਈ ਬਚਿੱਤਰ ਸਿੰਘ ਜੀ ਦੀ ਅਸੀਂ ਗੱਲ ਕਰਨੇ ਆ, ਹਾਥੀ ਦਾ ਟਾਕਰਾ ਕਰਨਾ ਹੈ, ਬਾਬਾ ਦੀਪ ਸਿੰਘ ਹੋਰਾਂ ਦੀ ਗੱਲ ਕਰਨੇ ਆ, ਸ਼ੀਸ਼ ਤਲੀ ਤੇ ਰੱਖਣਾ, ਚਮਕੌਰ ਸਾਹਿਬ ਦੀ ਜੰਗ ਦੀ ਗੱਲ ਕਰਨੇ ਆ, ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਹੜੇ ਤਰਕ 'ਚ ਰੱਖ ਕੇ ਵੇਖਿਆ ਜਾ ਸਕਦਾ? ਇਹ ਬਿਲਕੁਲ ਹੀ ਉਸ ਦਾਇਰੇ ਤੋਂ ਬਿਲਕੁਲ ਬਾਹਰ ਦੀ ਗੱਲ ਹੈ। ਜਦੋਂ ਅਸੀਂ ਜੇ ਇਹਨਾਂ ਨੂੰ ਉਹਦੇ 'ਚ ਰੱਖਾਂਗੇ, ਮੰਨ ਲਿਆ ਇਹ ਕਹਿ ਵੀ ਦੇਵਾਂਗੇ ਕਿ ਭਾਈ ਬਚਿੱਤਰ ਸਿੰਘ ਹੋਰਾਂ ਨੇ ਜਿਹੜਾ ਹਾਥੀ ਦਾ ਟਾਕਰਾ ਕੀਤਾ ਸੀ, ਇੱਕ ਜੋਸ਼ ਸੀ, ਉਸ ਜੋਸ਼ ਦੇ ਵਿੱਚ ਹੀ ਕਰਤਾ, ਪਰ ਸਾਡਾ ਇਤਿਹਾਸ ਦਾ ਜਿਹੜਾ ਮੂਲ ਹੈ ਉਹ ਚੀਜ਼ ਤੇ ਗਾਇਬ ਹੋ ਜਾਏਗੀ ਨਾ ਉਹਦੇ 'ਚੋਂ। ਸੋ ਜਦੋਂ ਵੀ ਅਸੀਂ ਇਸ ਦਾਇਰੇ ਦੇ ਵਿੱਚ ਰੱਖਾਂਗੇ, ਅਸੀਂ ਆਪਣੇ ਉਸ ਇਤਿਹਾਸ ਦੇ ਮੂਲ ਤੋਂ ਟੁੱਟਾਂਗੇ। ਜਿਸ ਤਰ੍ਹਾਂ ਦੀ ਇੰਸਪੀਰੇਸ਼ਨ ਸਾਨੂੰ ਆਪਣੇ ਇਤਿਹਾਸ ਤੋਂ ਮਿਲਦੀ ਹੈ, ਜਦੋਂ ਅਸੀਂ ਆਪਣੇ ਇਤਿਹਾਸ ਦੇ ਜਿਹੜੇ ਅਸੀਂ ਗੱਲਾਂ ਦੀ ਸ਼ੁਰੂ 'ਚ ਜਿੰਨਾ ਸੋਰਸਿਸ ਦੀ ਗੱਲ ਕੀਤੀ ਸੀ, ਜਦੋਂ ਅਸੀਂ ਉਹਨਾਂ ਨੂੰ ਪੜ੍ਹ ਰਹੇ ਹਾਂ, ਠੀਕ ਹੈ, ਜਾਂ ਹੋਰ ਜਿਹੜੇ ਸਾਡੇ ਇਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਹੋਏ ਨੇ, ਜਦੋਂ ਉਹਨਾਂ ਦੀ 10 ਮਾਸਟਰਸ ਪੜ੍ਹਨੇ ਆ, ਤੇ ਉੱਥੋਂ ਜਿਸ ਤਰੀਕੇ ਦੀ ਸਾਡੇ ਅੰਦਰ ਉਹ ਗੁਰੂ ਪ੍ਰਤੀ ਪ੍ਰੇਮ ਪੈਦਾ ਹੁੰਦਾ ਉਹਨਾਂ ਨੂੰ ਪੜ੍ਹਦੇ ਹੋਏ, ਜਾਂ ਆਪਣੇ ਇਤਿਹਾਸ ਦੇ ਪ੍ਰਤੀ ਜਿਸ ਤਰ੍ਹਾਂ ਦਾ ਨਜ਼ਰੀਆ ਸਾਡਾ ਪੈਦਾ ਹੁੰਦਾ, ਅਸੀਂ ਉਸ ਇੰਸਪੀਰੇਸ਼ਨ ਤੋਂ ਪੂਰੀ ਤਰ੍ਹਾਂ ਟੁੱਟਾਂਗੇ। ਸੋ ਇਹ ਇੱਕ ਚੀਜ਼ ਹੈ। ਐਟ ਦੀ ਐਂਡ ਇਹ ਕਹਾਂਗਾ, ਇਹ ਨਹੀਂ ਕਿ ਇਹਨਾਂ ਨੂੰ ਪੜ੍ਹੋ ਹੀ ਨਾ, ਜਾਂ ਰਾਜ ਮੋਹਨ ਗਾਂਧੀ ਹੋਰਾਂ ਨੂੰ ਨਾ ਪੜ੍ਹੋ, ਜਾਂ ਖੁਸ਼ਵੰਤ ਹੋਰਾਂ ਨੂੰ ਨਾ ਪੜ੍ਹੋ, ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਾ ਪੜ੍ਹੋ, ਮਾਰਕਟਾਈ ਸਤੀਸ਼ ਜੈਕਬ ਨੂੰ ਨਾ ਪੜ੍ਹੋ ਸਾਰਾ ਕੁਛ। ਪਰ ਇਸ ਤੋਂ ਪਹਿਲਾਂ ਆਪਣਾ ਆਧਾਰ ਸਾਡਾ ਇੰਨਾ ਕੁ ਮਜ਼ਬੂਤ ਹੋ ਚੁੱਕਿਆ ਹੋਵੇ, ਪਹਿਲਾਂ ਅਸੀਂ ਆਪਣਾ ਜਿਹੜੇ ਸਾਡੇ ਪੱਖ ਤੋਂ ਲਿਖੀਆਂ ਹੋਈਆਂ ਗੱਲਾਂ ਨੇ ਉਹਨਾਂ ਨੂੰ ਅਸੀਂ ਇੰਨਾ ਕੁ ਪੜ੍ਹ ਚੁੱਕੇ ਹੋਈਏ, ਉਸ ਇਤਿਹਾਸ ਨੂੰ, ਉਹਨਾਂ ਰਾਈਟਰਸ ਨੂੰ, ਕਿ ਅਸੀਂ ਚਾਹੇ ਅਪੋਜ਼ਿਟ ਪੜ੍ਹ ਰਹੇ ਹਾਂ ਤੇ ਚਾਹੇ ਅਸੀਂ ਉਹ ਚੀਜ਼ ਪੜ੍ਹ ਰਹੇ ਹਾਂ ਜਿਹਨੂੰ ਕਿਹਾ ਜਾਂਦਾ ਕਿ ਬੈਲੈਂਸਡ ਪੜ੍ਹੋ। ਸਾਡਾ ਆਪਣਾ ਜੋ ਨਜ਼ਰੀਆ ਬਣਿਆ ਹੋਇਆ ਉਹ ਸਾਡਾ ਨਾ ਡੋਲੇ ਕਿਸੇ ਵੀ ਪਾਸਿਓਂ। ਇੰਨਾ ਕੁ ਅਸੀਂ ਆਪਣੇ ਆਧਾਰ ਨੂੰ ਮਜ਼ਬੂਤ ਪਹਿਲਾਂ ਕਰ ਚੁੱਕੇ ਹੋਈਏ। ਹਾਂ, ਕੁਛ ਜਗ੍ਹਾ ਦੇ ਉੱਤੇ ਹੁੰਦਾ ਕਿ ਅਸੀਂ ਕਰੈਕਸ਼ਨਸ ਵੀ ਕਰਨੀਆਂ ਹੁੰਦੀਆਂ ਨੇ। ਬੇਸਿਕਲੀ ਸਾਨੂੰ ਆਪਣੇ ਇਤਿਹਾਸ ਦੇ ਸਰੋਤ ਦੀ, ਕਿ ਸਾਡਾ ਇਤਿਹਾਸ ਜਿਹੜਾ ਪੈਦਾ ਹੋਇਆ, ਇਹ ਪੈਦਾ ਹੋਇਆ ਕਿਸ ਚੀਜ਼ 'ਚੋਂ ਹੈ, ਉਸ ਚੀਜ਼ ਦੀ ਇੰਨੀ ਕੁ ਸਮਝ ਆ ਚੁੱਕੀ ਹੋਏ ਕਿ ਅਸੀਂ ਆਪਣੇ ਬੁੱਧ ਤੇ ਵਿਵੇਕ ਦੇ ਨਾਲ ਸੱਚ ਤੇ ਝੂਠ ਦਾ ਨਖੇੜਾ ਕਰ ਸਕੀਏ ਜਦੋਂ ਅਸੀਂ ਉਹਨਾਂ ਦੂਜੇ ਸਰੋਤਾਂ ਨੂੰ ਜਾ ਕੇ ਪੜ੍ਹੀਏ ਤਾਂ। ਸੋ ਇਹੀ ਇੰਨੀ ਕੀ ਗੱਲ ਹੀ ਮੈਂ ਕਹਾਂਗਾ। ਬਾਕੀ ਇਹਦੇ 'ਚ ਕੁਛ ਐਡ ਕਰਨਾ ਹੋਏ ਤੇ ਕੁਲਜੀਤ ਸਿੰਘ ਵੀਰ ਜੀ ਹੋਏ ਕਰ ਦੇਣਗੇ। ਮੈਂ ਖੈਰ ਇਸ ਤਰ੍ਹਾਂ ਦੇ ਵਿਸ਼ੇ ਦੇ ਉੱਤੇ ਮੈਂ ਪਹਿਲੀ ਵਾਰੀ ਗੱਲਬਾਤ ਕੀਤੀ ਹੈ, ਤੇ ਮੇਰਾ ਫੀਲਡ ਜਿਹੜਾ ਆਪਣਾ ਉਹ ਟੋਟਲੀ ਵੱਖਰਾ ਹੈ, ਤੇ ਇੱਕ ਰੀਡਰ ਦੇ ਪੁਆਇੰਟ ਆਫ ਵਿਊ ਤੋਂ ਹੀ ਮੈਂ ਆਪਣੀ ਗੱਲ ਕੀਤੀ ਹੈ। ਕੋਈ ਕਮੀ ਹੋਏ ਤੇ ਮਾਫ਼ ਕਰਨਾ। ਕੁਲਜੀਤ ਵੀਰ ਜੀ, ਤੁਸੀਂ ਕੁਛ ਐਡ ਕਰਨਾ ਹੋਏ ਤੇ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾਂ ਤਾਂ ਸਾਰੇ ਵੀਰਾਂ ਨੂੰ ਇਹ ਕਹਾਂਗਾ ਕਿ ਵੀਰੇ ਕੋਈ ਵੀ ਵੀਰ ਗੱਲਬਾਤ ਕਰ ਸਕਦਾ, ਜਦੋਂ ਅਸੀਂ ਕਹਾਂਗੇ ਆਪਾਂ ਜ਼ਿਆਦਾ ਲੰਬਾ ਨਹੀਂ ਚੱਲਣਾਗਾ। ਤੇ ਹੱਥ ਖੜਾ ਕਰਦਾ ਜੋ ਹਾਂ ਵੀਰੇ ਹੁਣ ਤਾਂ ਤੁਸੀਂ ਨਾਮ ਆਪਣੀ ਫੋਟੋ ਤੇ ਘਰੂੰਡ ਲਿਖਿਆ ਹੋਇਆ ਹੈ, ਤੁਹਾਨੂੰ ਵੀਰੇ ਜ਼ਰੂਰ ਬੋਲਣ ਦਾ ਮੌਕਾ ਦਿੰਦੇ ਹਾਂ। ਤੇ ਹਾਂ, ਤੁਹਾਡਾ ਦੇਖ ਲਿਆ ਤਾਂ ਥੋੜ੍ਹੀਆਂ ਜਿਹੀਆਂ ਜੋ ਹੋਰ ਇੱਕ ਦੱਸਿਆ ਸੀਗਾ ਕਿਤਾਬ ਦਾ ਰਿਵਿਊ ਵੀ ਕਰਾਂਗੇ। ਸੋ ਜਿਸ ਤਰ੍ਹਾਂ ਹੁਣ ਵੀਰ ਪ੍ਰਗਟ ਹੋਣੀ ਬੋਲ ਕੇ ਗਏ ਆ ਕਿ ਕਿਸ ਤਰ੍ਹਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ, ਜਿਵੇਂ ਸਾਨੂੰ ਕਹਿੰਦੇ ਆ ਨਾ ਅੱਜ ਕੱਲ੍ਹ ਫੇਸਬੁੱਕ ਤੇ ਵੀ ਜਾਂ ਹੋਰ ਕਿਤੇ ਵੀ ਸੋਸ਼ਲ ਮੀਡੀਆ ਤੇ ਚੱਲਿਆ ਹੁੰਦਾ ਵੀ ਇਹ ਇੱਕ ਤਰਫਾ ਇਤਿਹਾਸ ਪੜ੍ਹਦੇ ਆ। ਮੈਂ ਸਿੱਧਾ ਸੌਖੇ ਜਿਹੇ ਸ਼ਬਦਾਂ 'ਚ ਸਮਝਾ ਦਿਆਂ, ਕਿਉਂਕਿ ਬਾਈ ਪ੍ਰਗਟ ਪਹਿਲਾਂ ਹੀ ਕਹਿ ਗਿਆ ਕਿ ਉਹਦੀ ਜਿਹੜੀ ਐਜੂਕੇਸ਼ਨ ਆ ਉਹ ਜ਼ਿਆਦਾਤਰ ਇੰਗਲਿਸ਼ ਦੇ ਵਿੱਚ ਆ, ਸੋ ਧੱਕੇ ਨਾਲ ਹੀ ਇੰਗਲਿਸ਼ ਵਿੱਚ ਆ ਜਾਂਦੀ ਆ। ਸੋ ਕਿਸੇ ਨੂੰ ਕੋਈ ਮਾੜੀ ਮੋਟੀ ਨਾ ਵੀ ਸਮਝ ਆਈ ਹੋਵੇ ਹੈ ਨਾ, ਤਾਂ ਉਹਨਾਂ ਨੇ ਜਿਹੜਾ ਉਹ ਸਿੱਧੇ ਰੂਪ ਦੇ ਵਿੱਚ ਵੀ ਇਹ ਗੱਲ ਕੀਤੀ ਆ ਵੀ ਕੁਛ ਲੋਕ ਕਹਿੰਦੇ ਨੇ ਸਾਨੂੰ ਸੋਸ਼ਲ ਮੀਡੀਆ ਤੇ ਕਿ ਭਾਈ ਤੁਸੀਂ ਇੱਕ ਤਰਫਾ ਪੜ੍ਹਦੇ ਹੋ। ਜਿਵੇਂ ਆਪਾਂ ਇਤਿਹਾਸ ਨੂੰ ਪੜ੍ਹਨ ਲੱਗ ਗਏ, ਸਾਡੇ ਸਿੱਖ ਇਤਿਹਾਸ ਨੂੰ, ਤਾਂ ਅਸੀਂ ਸਿੱਧੀ ਗੱਲ ਆ ਕਿ ਸਾਡੇ ਸਿੱਖ ਇਤਿਹਾਸ ਆ ਜਿਹੜਾ ਉਹ ਖੜਾ ਹੀ ਪ੍ਰੇਮ ਤੇ ਰੂਹਾਨੀਅਤ ਦੇ ਉੱਪਰ ਹੈ ਨਾ। ਤੇ ਉਹ ਹੁਣ ਜਿਹੜੇ ਕਹਿੰਦੇ ਆ ਨਾ ਵੀ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਦਾ ਪੜ੍ਹੋ ਵੀ ਤਰਕ ਆਧਾਰਿਤ ਦੋਨਾਂ ਪਾਸਿਆਂ ਦਾ, ਪ੍ਰੇਮ ਵਾਲਾ ਪੱਖ ਵੀ ਪੜ੍ਹੋ ਤੇ ਦੂਜਾ ਵੀ ਪੜ੍ਹੋ, ਠੀਕ ਹੈ। ਤਾਂ ਮਤਲਬ ਵੀ ਅਸੀਂ ਕਿਉਂ ਪੜ੍ਹਨਾ ਦੂਜਾ ਪੱਖ? ਜਿਸ ਤਰ੍ਹਾਂ ਬਾਈ ਪ੍ਰਗਟ ਕਹਿ ਕੇ ਗਿਆ ਕਿ ਜਿਸ ਧਰਮ ਦੀ ਨੀਂਹ ਹੀ ਪ੍ਰੇਮ ਤੇ ਰੂਹਾਨੀਅਤ ਦੀ ਹੋਵੇ ਤੇ ਉੱਥੇ ਤਰਕ ਕੀ ਕਰ ਲੂਗਾ। ਹੁਣ ਜੇ ਅਸੀਂ ਤਰਕ ਦੇ ਆਧਾਰ ਤੇ ਆਪਣੇ ਯੋਧਿਆਂ ਨੂੰ
ਯੋਧਿਆਂ ਦਾ ਇਤਿਹਾਸ ਪੜ੍ਹਨ ਲੱਗ ਗਏ ਨਾ, ਫਿਰ ਅਸੀਂ ਉਹਨਾਂ ਦੇ ਕਿਰਦਾਰ ਦਾ ਫੈਸਲਾ ਨਹੀਂ ਕਰ ਸਕਦੇ, ਅਸੀਂ ਸਗੋਂ ਉਹਨਾਂ ਦੀ ਕਿਰਦਾਰ ਕੁਸ਼ੀ ਹੀ ਕਰਾਂਗੇ। ਮਤਲਬ ਜੇ ਤਰਕ ਦੇ ਆਧਾਰ ਤੇ ਪੜ੍ਹਨਾ ਤਾਂ ਉਹਨਾਂ ਨੂੰ। ਸੋ ਪਿਛਲੇ ਜਿਹੜੀ ਆਪਣੀ ਗੱਲਬਾਤ ਹੋਈ ਸੀ ਉਹਦੇ ਵਿੱਚ ਅਸੀਂ ਦੱਸਿਆ ਹੀ ਸੀਗਾ 2 ਹਫ਼ਤੇ ਪਹਿਲਾਂ ਕਿ ਜਿਹੜੀਆਂ ਕਿਤਾਬਾਂ ਕਿ ਸਾਡਾ ਜਿਹੜਾ ਨਾ ਸ਼ਰਧਾ, ਪਿਆਰ ਤੇ ਵਿਸ਼ਵਾਸ ਦੇ ਪੱਖ ਤੋਂ ਇਤਿਹਾਸ ਲਿਖਿਆ ਗਿਆ ਹੈ। ਤੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਹੋਰਾਂ ਦੀ ਗੱਲ ਚੱਲ ਰਹੀ ਸੀ, ਬਾਬਾ ਪ੍ਰੇਮ ਸਿੰਘ ਹੋਤੀ ਜੀ ਮਰਦਾਨ ਵਾਲਿਆਂ ਨੇ, ਉਹਨਾਂ ਨੇ ਬਹੁਤ ਸੋਹਣਾ ਲਿਖਿਆ। ਮੈਂ ਇੱਕ ਵਾਰੀ ਫੇਰ ਉਹਨਾਂ ਬਾਰੇ ਦੱਸ ਦਿੰਦਾ ਕਿ ਸ਼ਰਧਾ ਦੇ ਪੱਖ ਤੋਂ, ਵਿਸ਼ਵਾਸ ਦੇ ਪੱਖ ਤੋਂ ਹਰ ਗੱਲ ਨੂੰ ਉਹਨਾਂ ਨੇ ਪੂਰਾ, ਯਾਨੀ ਪਹਿਲੀ ਉਹਨਾਂ ਦੀ ਕਿਤਾਬ 1914 ਦੇ ਵਿੱਚ ਆਈ ਸੀਗੀ ਬਾਬਾ ਅਕਾਲੀ ਫੂਲਾ ਸਿੰਘ। ਸੋ ਦੇਖ ਲਓ ਵੀ ਅੱਜ ਤੋਂ 121 ਸਾਲ ਹੋ ਚੁੱਕੇ ਉਸ ਕਿਤਾਬ ਆਈ ਨੂੰ। ਤੇ ਸ਼ਾਇਦ 1918 ਦੇ ਕਰੀਬ ਉਹਨਾਂ ਦੀ ਕਿਤਾਬ ਆ ਗਈ ਸੀਗੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਤਾਂ ਤਕਰੀਬਨ 100 ਸਾਲ ਇਸ ਨੂੰ ਆਇਆ ਹੋ ਚੁੱਕਿਆ। ਤੇ ਉਸ ਸਮੇਂ ਦੇ ਉਹ ਇੱਕ ਵੈਲ ਐਜੂਕੇਟਡ ਪਰਸਨ ਸੀਗੇ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ। ਤੋਂ ਵੀ ਉਹਨਾਂ ਨੇ ਪੂਰਾ ਅੰਗਰੇਜ਼ੀ ਰਾਜ ਦੀਆਂ ਲਿਖਤਾਂ ਨੂੰ ਵੀ ਪੜ੍ਹਿਆ, ਘੋਖਿਆ ਹੈ ਨਾ, ਤੇ ਐਨ ਸ਼ਰਧਾ ਤੇ ਵਿਸ਼ਵਾਸ ਦੇ ਪੱਖ ਤੋਂ ਪੂਰਾ ਇਤਿਹਾਸ ਉਹਨਾਂ ਨੇ ਸਿੱਖ ਰਾਜ ਬਾਰੇ ਜਿਹੜਾ ਲਿਖਿਆ 5-6 ਕਿਤਾਬਾਂ ਦੇ ਵਿੱਚ। ਤੇ ਜਿਹੜਾ ਉਹਨਾਂ ਨੇ ਪੰਜਾਬ ਦਾ ਹੀ ਸਮਾਜਿਕ ਇਤਿਹਾਸ ਲਿਖਿਆ ਉਹ ਤਾਂ ਬਾਕਮਾਲ ਹੈ ਨਾ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਿਰਦਾਰ ਬਾਰੇ ਪੜ੍ਹਨਾ ਹੋਵੇ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤਾਬ ਦਾ ਨਾਂ ਹੈ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ। ਤਾਂ ਮੈਂ ਕਹਿੰਦਾ ਕਿ ਜੇ ਤੁਹਾਨੂੰ ਕੋਈ ਪੁੱਛੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਨ ਬਾਰੇ ਤਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਕਿਤਾਬ ਬਾਰੇ ਦੱਸ ਜ਼ਰੂਰ ਪਾਇਆ ਜੀ ਤੇ ਭਾਈ ਆਪ ਪੜ੍ਹ। ਫਿਰ ਦੂਸਰੀ ਜਿਹੜੀ ਕਿਤਾਬ ਆ ਉਹ ਡਾਕਟਰ ਸੁਖਦਿਆਲ ਸਿੰਘ ਜੀ ਹੋਰਾਂ ਦੀ ਆ, 5 ਦਰਿਆਵਾਂ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ। ਤਾਂ ਇਹ ਤਾਂ ਹੋਰ ਵੀ ਬਹੁਤ ਵਧੀਆ, ਇਹਦੇ 'ਚ ਸਾਰਾ ਜਾਣੀ ਜੋ ਗੋਰਿਆਂ ਨੇ, ਮਤਲਬ ਸਿੱਧਾ ਕਹਾਂਗਾ ਕਿ ਇਸ ਕਿਤਾਬ ਦੇ ਵਿੱਚ ਜਿਹੜਾ ਗੋਰਿਆਂ ਨੇ ਗੰਦ ਸਿੱਟਣ ਦੀ ਕੋਸ਼ਿਸ਼ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ, ਜਾਂ ਸਾਡੇ ਤੇ ਕਈ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਿਰਦਾਰ ਉੱਤੇ, ਤਾਂ ਉਹ ਗੰਦ ਹੀ ਸਾਫ਼ ਕੀਤਾ ਉਹਨਾਂ ਨੇ ਵਿੱਚੋਂ ਕਿ ਸਾਰਿਆਂ ਨੂੰ ਮਤਲਬ ਚੰਗੀ ਤਰ੍ਹਾਂ ਆੜੇ ਹੱਥੀ ਲਿਆ ਉਸ ਕਿਤਾਬ ਦੇ ਵਿੱਚ। ਤੇ ਜਿਸ ਤਰ੍ਹਾਂ ਫਿਰ ਹੋਰ ਕੋਈ ਨਵਾਂ ਪੜ੍ਹਨਾ ਚਾਹੁੰਦਾ ਹੈ ਤਾਂ ਬਈ ਉਹਨਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਦੀਆਂ ਕਿਤਾਬਾਂ ਦੀ ਦੱਸ ਪਾਇਆ ਗੁਰੂ ਸੁੰਦਰੀ ਹੈ, ਭਾਈ ਵਿਜੇ ਸਿੰਘ ਹੈ, ਤੇ ਜਾਂ ਫਿਰ ਹੱਥੋਂ ਹੱਦ ਕੇ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਹੋਰਾਂ ਦੀ ਕਿਤਾਬ ਆਈ ਸੀ ਆਪਣਾ ਸਿੱਖ ਰਾਜ ਕਿਵੇਂ ਬਣਿਆ ਤੇ ਕਿਵੇਂ ਗਿਆ। ਜਿਹੜਾ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਇੱਥੋਂ ਜ਼ਰੂਰ ਸ਼ੁਰੂ ਕਰਾਇਆ ਕਰੋ। ਤਾਂ ਬਾਕੀ ਗੱਲਬਾਤ ਬਾਈ ਜਿਹੜਾ ਪ੍ਰਗਟ ਸਿੰਘ ਉਹ ਕਰ ਹੀ ਚੁੱਕੇ ਆ। ਤੇ ਮੈਂ ਅੱਜ ਇੱਕ ਕਿਤਾਬ ਬਾਰੇ ਬਾਈ ਦੱਸਿਆ ਸੀ ਕਿ ਆਪਾਂ ਰਿਵਿਊ ਕਰਿਆ ਕਰਾਂਗੇ ਕਿਤਾਬ ਦਾ। ਤਾਂ ਕਿਤਾਬ ਦਾ ਨਾਂ ਹੈ ਸਰਦੀਜੇ ਕਾਨ ਨਾ ਕੀਜੇ, ਨਰਿੰਦਰਪਾਲ ਸਿੰਘ ਨਾਵਲ। ਮੈਂ ਸ਼ਾਇਦ ਪਿਛਲੀ ਵਾਰੀ ਵੀ ਇਸ ਦਾ ਕਿਤਾਬ ਬਾਰੇ ਗੱਲਬਾਤ ਕੀਤੀ ਸੀ। ਨਰਿੰਦਰਪਾਲ ਸਿੰਘ ਜੀ ਦਾ ਨਾਵਲ ਸਰਦੀਜੇ ਕਾਨ ਨਾ ਕੀਜੇ। ਇਹ ਨਾ ਨਾਵਲ ਦੇ ਵੀਰੋ 4 ਭਾਗਾਂ ਦੇ ਵਿੱਚ ਸੀਗਾ ਨਾਵਲ। ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤਮਾਰਗ ਜਾਣਾ ਤੇ ਇੱਕ ਸਰਕਾਰ ਬਾਝੋਂ। ਤੇ ਇਹਨਾਂ 4 ਨਾਵਲਾਂ ਨੂੰ ਵੀ ਇੱਕੋ ਕਿਤਾਬ ਦੇ ਵਿੱਚ ਉਹਨਾਂ ਨੇ ਇਕੱਠਿਆਂ ਕਰਤਾ ਤੇ ਉਹ ਕਿਤਾਬ ਦਾ ਨਾਂ ਰੱਖਿਆ ਸਰਦੀਜੇ ਕਾਨ ਨਾ ਕੀਜੇ। ਯਾਨੀ 4 ਨਾਵਲ ਨੇ, ਤੁਸੀਂ 4 ਨਾਵਲ ਅਲੱਗ-ਅਲੱਗ ਲੈ ਕੇ ਵੀ ਪੜ੍ਹ ਸਕਦੇ ਹੋ। ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤਮਾਰਗ ਜਾਣਾ ਤੇ ਇੱਕ ਸਰਕਾਰ ਬਾਝੋਂ, ਤੇ ਇੱਕੋ ਕਿਤਾਬ ਦੇ ਵਿੱਚ ਆ ਗਏ ਨੇ। ਇਹਦੇ ਵਿੱਚ ਕੀ ਹੈ, ਪੰਜਾਬ ਦਾ ਸਿੱਖ ਇਤਿਹਾਸ ਹੈ 1708 ਤੋਂ ਲੈ ਕੇ 1849 ਈਸਵੀ ਤੱਕ। ਇਹਨਾਂ 4 ਨਾਵਲਾਂ ਦੇ ਵਿੱਚ ਉਹਨਾਂ ਨੇ ਵੀ ਸਾਰੇ ਇਸ ਇਤਿਹਾਸ ਨੂੰ ਕਵਰ ਕੀਤਾ ਇੱਕ ਨਾਵਲ ਦੇ ਰੂਪ ਵਿੱਚ। ਦੇਖੋ ਨਾਵਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੰਦੇ ਦੇ ਦਿਮਾਗੀ ਉਪਜ ਹੁੰਦੀ ਆ, ਕਹਾਣੀਆਂ ਹੋ ਗਈਆਂ, ਨਾਵਲ ਹੋ ਗਏ, ਪਰ ਉਹ ਇਹਦੇ 'ਚ ਕਿੰਨਾ ਡੂੰਘਾ ਉਤਰਦਾ ਉਹਨੂੰ ਪੜ੍ਹ ਕੇ ਪਤਾ ਲੱਗਦਾ ਹੈ। ਤਾਂ ਜਦੋਂ ਆਪਾਂ ਨਾਵਲ ਪੜ੍ਹਦੇ ਹਾਂ ਨਾ ਤੇ ਆਪਾਂ ਇਹ ਸੋਚ ਸਕਦੇ ਹਾਂ ਕਿ ਵੀ ਤੁਹਾਨੂੰ ਪਤਾ ਲੱਗੇਗਾ ਕਿ ਇਸ ਨਾਵਲ ਦੇ ਵਿੱਚ ਵੀ ਹੱਦ ਤੋਂ ਹੱਦ ਮੈਂ ਇੱਥੋਂ ਤੱਕ ਕਹਿ ਸਕਦਾ ਕਿ ਵੈਸੇ ਕੋਈ ਵੀ ਫਿਲਮ ਕੁਛ ਵੀ ਹੈ ਨਾ, ਕੋਈ ਅਲਾਉਡ ਨਹੀਂ ਸਿੱਖ ਧਰਮ ਦੇ ਵਿੱਚ। ਪਰ ਮੈਂ ਕਹਿੰਦਾ ਕਿ ਜੇ ਕਿਤੇ ਕਿਸੇ ਦੇ ਮਨ ਦੇ ਵਿੱਚ ਵਿਚਾਰ ਵੀ ਆਉਂਦਾ ਨਾ ਕਿ ਹਾਂ ਯਾਰ ਸਾਡੀ 18ਵੀਂ ਸਦੀ ਦੇ ਸਿੱਖ ਇਤਿਹਾਸ ਤੇ ਜਾਂ ਯੋਧਿਆਂ ਉੱਪਰ ਕੋਈ ਨਾ ਕੋਈ ਡਾਕੂਮੈਂਟਰੀ ਫਿਲਮ ਬਣ ਜਾਵੇ ਤਾਂ ਜਾਂ ਕੋਈ ਇਤਿਹਾਸਕ ਫਿਲਮ ਬਣੇ ਕਿਸੇ ਤਰ੍ਹਾਂ ਦੀ, ਤਾਂ ਮੈਂ ਕਹਿੰਦਾ ਕਿ ਸਭ ਤੋਂ ਵਧੀਆ ਕਿਤਾਬ ਇਹ ਹੈ ਕਿ ਕਿਆ ਸੋਹਣੇ ਸੰਵਾਦ ਰਚਾਏ ਨੇ ਬਿਲਕੁਲ ਸਿੱਖ ਇਤਿਹਾਸ ਦੇ ਪੱਖ ਤੋਂ, ਰੂਹਾਨੀਅਤ ਦੇ ਪੱਖ ਤੋਂ। ਯਾਨੀ ਬਹੁਤ ਸੋਹਣਾ ਮੈਂ ਇਸ ਨਾਵਲ ਨੂੰ ਵੀ ਜਾਣੀ ਜਿੰਨੇ ਨੰਬਰ ਦੇਵਾਂ ਉਨੇ ਥੋੜ੍ਹੇ ਆ। ਤਾਂ ਮੈਂ ਨਾ ਇੱਕ ਨਾਵਲ ਦਾ ਜਿਹੜੀ ਸ਼ੁਰੂਆਤ ਆ ਉਹ ਦੱਸ ਦਿੰਦਾ ਤੇ ਥੋੜ੍ਹਾ ਜਿਹਾ ਮੈਂ ਹੋਰ ਇਹਦੇ ਬਾਰੇ ਬੋਲਾਂਗਾ ਕਿਤਾਬ ਬਾਰੇ। ਨਾਵਲ ਦੇ ਵਿੱਚ ਉਹ ਦੱਸਦਾ ਹੈ ਕਿ ਬਈ ਪੰਜਾਬ ਇੱਕ ਇਹੋ ਜਿਹਾ ਖਿੱਤਾ ਦੁਨੀਆ ਦੇ ਵਿੱਚ, ਇਕੱਲਾ ਪੰਜਾਬ, ਕਿ ਇਸ ਖਿੱਤੇ ਨੂੰ ਲੈ ਕੇ ਜਿੰਨੀਆਂ ਲੜਾਈਆਂ ਹੋਈਆਂ ਨੇ ਪੰਜਾਬ ਨੂੰ, ਉਨੀਆਂ ਦੇਸ਼ ਦੇ ਵਿੱਚ ਕਿਸੇ ਇੱਕ ਖਿੱਤੇ ਨੂੰ ਲੈ ਕੇ ਲੜਾਈਆਂ ਨਹੀਂ ਹੋਈਆਂ। ਮਤਲਬ ਜਿੰਨੀਆਂ ਲੜਾਈਆਂ ਇਕੱਲੇ ਪੰਜਾਬ ਦੇਸ਼ ਦੇ ਕਰਕੇ ਹੋਈਆਂ ਤੇ ਆਖਰ ਇਹਦੇ ਤੇ ਫਤਿਹ ਕਿਹਦੀ ਹੋਈ, ਉਹ ਸਿੱਖਾਂ ਦੀ ਹੋਈ ਆ। ਤੇ ਇਹਦਾ ਨਾ ਮੈਂ ਕਿਤਾਬ ਦੇ ਵੀਰੋ ਤੁਹਾਨੂੰ ਮੈਂ 2 ਪੇਜ ਆ ਸਿਰਫ
क्योंकि मैं चाਹੁੰਦਾ कि ਤੁਹਾਨੂੰ मैं पढ़ के ही सुना ਦਿਆਂ ਤੇ ਵੀ ਇਹਦੇ ਵਿੱਚ ਉਹਨੇ ਕਿੰਨਾ ਸੋਹਣਾ ਲਿਖਿਆ 2 ਪੇਜਾਂ ਦੇ ਵਿੱਚ। ਤਾਂ ਤੁਸੀਂ ਬਾਕੀ ਮੈਂ ਚਾਹੁੰਦਾ ਕਿ ਤੁਹਾਡੇ ਜੋ ਉਹ ਬਣੇ ਦਿਲਚਸਪੀ ਬਣੇ ਕਿ ਯਾਰ ਹਾਂ ਇਹ ਨਾਵਲ ਨੂੰ ਲੈ ਕੇ ਅਸੀਂ ਪੜ੍ਹੀਏ ਤੇ ਸਮਝੀਏ। ਠੀਕ ਹੈ ਜੀ। ਤਾਂ ਮੈਂ ਨਾਵਲ ਦੇ ਤੁਹਾਨੂੰ 2 ਪੇਜ ਪੜ੍ਹ ਕੇ ਸੁਣਾਊਂਗਾ। ਤਾਂ ਮੇਰੇ ਖਿਆਲ 'ਚ 5 ਮਿੰਟ ਲੱਗਣਗੇ ਸਾਰੇ ਜੀ। ਉਹ ਲਿਖਦੇ ਨੇ ਸ਼ੁਰੂ ਦੇ ਵਿੱਚ ਹੀ ਹੈ ਕਿ ਪੰਜਾਬ ਦੀ ਮਿੱਟੀ ਬੜੀ ਸ਼ਕਤੀਵਾਨ ਹੈ। ਇਹ ਮਿੱਟੀ ਕਿਸੇ ਬੌਧਿਕ ਸਲਤਨਤ, ਕਿਸੇ ਰਾਜ, ਕਿਸੇ ਹਕੂਮਤ, ਕਿਸੇ ਰਾਜਸਕ ਤੇ ਬੁੱਧੀਮਾਨ ਪ੍ਰਣਾਲੀ ਜਾਂ ਧਾਰਾ ਨੂੰ ਚਿਰਸਥਾਈ ਨਹੀਂ ਹੋਣ ਦਿੰਦੀ। ਇਸ ਮਿੱਟੀ ਨੂੰ ਸਥਿਰਤਾ ਨਾਲ ਵੈਰ ਹੈ। ਇਸ ਮਿੱਟੀ ਉੱਤੇ ਕਿਸੇ ਸ਼ਹਿਨਸ਼ਾਹ, ਰਾਜੇ, ਰਜਵਾੜੇ ਜਾਂ ਮਨੁੱਖ ਦੇ ਪੈਰ ਪੀੜੇ ਨਹੀਂ ਪੈਂਦੇ। ਜਿੰਨੇ ਰਾਜ ਪੰਜਾਬ ਦੀ ਧਰਤੀ ਉੱਤੇ ਬਣੇ ਤੇ ਉੱਜੜੇ, ਓਨੇ ਰਾਜ ਸ਼ਾਇਦ ਦੁਨੀਆ ਦੇ ਕਿਸੇ ਹੋਰ ਹਿੱਸੇ ਉੱਤੇ ਨਾ ਹੀ ਬਣੇ ਤੇ ਨਾ ਹੀ ਉੱਜੜੇ। ਜਦੋਂ ਤੋਂ ਲਿਖਤੀ ਇਤਿਹਾਸ ਦੀ ਪਰੰਪਰਾ ਸ਼ੁਰੂ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਇਹ ਧਰਤੀ ਹਰ 10ਵੇਂ, 25ਵੇਂ ਜਾਂ 50ਵੇਂ ਸਾਲ ਜੰਗ ਦਾ ਮੈਦਾਨ ਬਣਦੀ ਆਈ ਹੈ। ਇੱਥੇ ਉੱਤਰ ਵੱਲੋਂ ਆਰੀਅਨ, ਯੂਨਾਨੀ, ਈਰਾਨੀ, ਤੁਰਕਸਤਾਨੀ, ਅਰਬੀ, ਮੁਗਲ ਤੇ ਪਠਾਨ ਆਏ ਤੇ ਦੱਖਣ ਵੱਲੋਂ ਮਰਹੱਟੇ ਤੇ ਫਿਰ ਅੰਗਰੇਜ਼ ਆਏ, ਪਰ ਪੰਜਾਬ ਦੀ ਮਿੱਟੀ ਨੇ ਕਿਸੇ ਦੀਆਂ ਜੜ੍ਹਾਂ ਪੱਕੀਆਂ ਨਾ ਹੋਣ ਦਿੱਤੀਆਂ। ਕਮਾਲ ਦੀ ਗੱਲ ਹੈ ਕਿ ਜਿਸ ਧਰਤੀ ਵਿੱਚ ਇੰਨੀਆਂ ਪਾਤਸ਼ਾਹੀਆਂ ਰੁਲੀਆਂ, ਜਿਸ ਮਿੱਟੀ ਵਿੱਚ ਅਨੇਕਾਂ ਤਾਜ ਤੇ ਤਖਤ ਮਿੱਟੀ ਹੋਏ, ਜਿਸ ਧਰਤੀ ਉੱਤੇ ਬੇਤਹਾ ਖੂਨ ਡੁੱਲਿਆ ਤੇ ਜਿਸ ਧਰਤੀ ਵਿੱਚ ਅਣਗਿਣਤ ਲੂਥਾਂ ਦੱਬੀਆਂ ਤੇ ਸਾੜੀਆਂ ਗਈਆਂ, ਉਸ ਧਰਤੀ ਵਿੱਚੋਂ ਆਪ ਬੜਾ ਥੋੜ੍ਹਾ ਕੁਝ ਪ੍ਰਫੁੱਲਤ ਹੋਇਆ। ਆਪ ਪੰਜਾਬ ਵਿੱਚੋਂ ਬੜੇ ਥੋੜ੍ਹੇ ਲੜਾਕੇ ਨਿਤਰੇ, ਬੜੇ ਥੋੜ੍ਹੇ ਸ਼ਹਿਨਸ਼ਾਹ ਬਣੇ ਤੇ ਬੜੇ ਥੋੜ੍ਹੇ ਸਾਹਿਤਕ ਜਾਂ ਬੁੱਧੀਮਾਨ ਪਾਠਸ਼ਾਲੇ ਚੱਲੇ। ਹਾਂ, ਪਰ ਜੇ ਇੱਥੋਂ ਕੁਝ ਉਗਮਿਆ ਤੇ ਪ੍ਰਫੁੱਲਤ ਹੋਇਆ ਤਾਂ ਉਹ ਸਿੱਖ ਧਰਮ ਸੀ। ਇਸ ਸਰਜ਼ਮੀਨ ਨਾਲ ਜੇ ਕਿਸੇ ਦੀ ਲਹੂ ਤੇ ਆਂਦਰਾਂ ਦੀ ਸਾਂਝ ਹੈ ਤਾਂ ਉਹ ਸਿੱਖਾਂ ਨੂੰ ਹੈ। ਕਿਸੇ ਨੇ ਇਸ ਦੇਸ਼ ਨੂੰ ਆਪਣਾ ਨਹੀਂ ਮੰਨਿਆ, ਆਪਣਾ ਨਹੀਂ ਜਾਣਿਆ। ਹਰ ਕੋਈ ਇੱਥੇ ਆਇਆ ਤੇ ਗਿਆ। ਕਿਸੇ ਨੇ ਇਸ ਧਰਤੀ ਨਾਲ ਪਿਆਰ ਨਾ ਪਾਇਆ ਤੇ ਨਾ ਹੀ ਇੱਥੋਂ ਦੀ ਮਿੱਟੀ ਨੇ ਕਿਸੇ ਦਾ ਪਿਆਰ ਮੋੜਿਆ, ਕਿਸੇ ਦਾ ਪਿਆਰ ਪੁੱਗਣ ਦਿੱਤਾ। ਪਰ ਸਿੱਖ ਮਤ ਇੱਥੇ ਨਿੰਮਿਆ, ਇੱਥੇ ਜੰਮਿਆ ਤੇ ਪਲਿਆ। ਪਰ ਇੱਥੋਂ ਦੀ ਮਿੱਟੀ ਨੇ ਸਿੱਖ ਮਤ ਨੂੰ ਵੀ ਕਿਹੜਾ ਅਪਣਾਇਆ। ਇੱਥੋਂ ਜੰਮ ਕੇ ਵੀ ਸਿੱਖ ਮਤ ਨੇ ਇੱਥੇ ਉਹ ਕੁਝ ਸਹਾਰਿਆ ਜਿਵੇਂ ਇਹ ਬੇਗਾਨਾ ਹੋਵੇ। ਇੱਥੇ ਸਿੱਖ ਰਾਜ ਬਣਿਆ ਤੇ ਉੱਜੜਿਆ। ਇੱਥੇ ਸਿੱਖ ਸੰਸਕ੍ਰਿਤੀ ਖਿੜੀ ਤੇ ਮੁਰਝਾਈ। ਇੱਥੇ ਹੀ ਸਿੱਖ ਬਣੇ ਤੇ ਵਿਗੜੇ, ਫਿਰ ਬਣੇ ਤੇ ਫਿਰ ਵਿਗੜੇ। ਪਰ ਤਾਂ ਵੀ ਜੇ ਇੱਥੇ ਕੋਈ ਸ਼ੈ, ਕੋਈ ਇਨਸਾਫ, ਕੋਈ ਸੰਸਕ੍ਰਿਤੀ, ਕੋਈ ਰਾਜ ਸਥਿਰ ਹੋ ਸਕਦਾ ਹੈ ਤਾਂ ਉਹ ਸਿੱਖਾਂ ਦਾ ਹੀ ਹੈ। ਇਹੋ ਜਿਹੀ ਗਹਿਰਵੀਂ ਤੇ ਇਹੋ ਜਿਹੀ ਸ਼ਕਤੀਵਾਨ ਧਰਤੀ ਵਿੱਚੋਂ ਜੰਮ ਕੇ ਹੀ ਕੋਈ ਸ਼ਕਤੀਵਾਨ ਇਸ ਧਰਤੀ ਨੂੰ ਨਿਵਾ ਸਕਦਾ ਹੈ। ਸਿੱਖ ਇਸ ਮਿੱਟੀ ਨੂੰ ਸਮਝਦੇ ਹਨ। ਸਿੱਖ ਇਸ ਮਿੱਟੀ ਦੀ ਸ਼ਕਤੀ ਉੱਤੇ ਮੁਸਕਰਾ ਸਕਦੇ ਹਨ। ਸਿਰਫ ਸਿੱਖ ਹੀ ਕਿਸੇ ਹੱਦ ਤੱਕ ਆਪਣੇ ਨਿਸ਼ਾਨ ਇਸ ਧਰਤੀ ਉੱਤੇ ਸਥਿਰ ਰੱਖ ਸਕਦੇ ਹਨ, ਕਿਉਂਕਿ ਸਿਰਫ ਉਹ ਹੀ ਆਪਣੇ ਨਿਸ਼ਾਨਾਂ ਨੂੰ ਮੁੜ-ਮੁੜ ਮਿੱਟੀ ਵਿੱਚ ਰੋਲਦਿਆਂ ਵੇਖ ਕੇ ਨਿਰਾਸ਼ ਨਹੀਂ ਹੁੰਦੇ। ਉਂਝ ਇਸ ਮਿੱਟੀ ਵਿੱਚ ਕਿਸੇ ਦੇ ਨਿਸ਼ਾਨ ਸਥਾਈ ਤੌਰ ਉੱਤੇ ਨਹੀਂ ਉੱਭਰਦੇ। ਜਦੋਂ ਇੱਥੇ ਹਵਾਵਾਂ ਝੁੱਲਦੀਆਂ ਹਨ ਤਾਂ ਇਸ ਮਿੱਟੀ ਦੀ ਉੱਡਦੀ ਧੂੜ ਤੋਂ ਕੋਈ ਸ਼ੈ ਬਚ ਨਹੀਂ ਸਕਦੀ ਤੇ ਧੂੜ ਮਾਰੂ ਧੂੜ ਹੈ। ਜਿਸ ਸ਼ੈ ਉੱਤੇ ਇਹ ਧੂੜ ਪਵੇ ਉਹਨੂੰ ਇਹ ਖਾ ਜਾਂਦੀ ਹੈ। ਜਿਉਂ-ਜਿਉਂ ਦੱਖਣ ਵੱਲ ਜਾਈਏ ਇਹ ਧੂੜ ਘਟਦੀ ਜਾਂਦੀ ਹੈ। ਮਹਾਰਾਸ਼ਟਰ ਤੋਂ ਥੱਲੇ ਇਹੋ ਜਿਹੀ ਧੂੜ ਬਿਲਕੁਲ ਨਹੀਂ ਉੱਡਦੀ। ਇਸ ਲਈ ਸ਼ਾਇਦ ਉੱਧਰ ਦੇ ਮੰਦਰ, ਮਕਾਨ, ਮਹਿਲ ਸਦੀਆਂ ਤੋਂ ਸਮਿਆਂ ਨੂੰ ਝਟਲਾਉਂਦੇ ਹਨ। 1000 ਤੇ 2000 ਸਾਲ ਪੁਰਾਣੀਆਂ ਗਾਰਾਂ, ਪੁਰਾਣੇ ਮਕਾਨ ਤੇ ਪੁਰਾਣੇ ਨਿਸ਼ਾਨ 9x9 ਹਨ। ਉੱਧਰ ਇਹ ਨਿਸ਼ਾਨ ਪੈਂਦੇ ਭਾਵੇਂ ਮੁਸ਼ਕਲ ਨਾਲ ਹਨ, ਪਰ ਜਦੋਂ ਪੈਂਦੇ ਹਨ ਤਾਂ ਚਿਰਸਥਾਈ ਹੁੰਦੇ ਹਨ। ਇਸ ਦੇ ਉਲਟ ਪੰਜਾਬ ਵਿੱਚ ਹਰ ਰਾਹੀ ਆਪਣੀ ਪੈੜ ਛੱਡਦਾ ਜਾਂਦਾ ਹੈ, ਪਰ ਉਹ ਪੈੜ ਉਤਨੀ ਹੀ ਤੇਜ਼ੀ ਤੇ ਉਤਨੀ ਹੀ ਬੇਫਿਕਰੀ ਵਿੱਚ ਮਿਟਦੀ ਵੀ ਜਾਂਦੀ ਹੈ। ਪੰਜਾਬ ਵਿੱਚ ਲੋਕ ਆਪਣੇ ਮਕਾਨਾਂ, ਦੁਕਾਨਾਂ ਤੇ ਨਿਸ਼ਾਨਾਂ ਦੀਆਂ ਨੀਹਾਂ ਡੂੰਘੀਆਂ ਨਹੀਂ ਖੱਟਦੇ। ਇੱਥੇ ਪੂਤਰੇ ਤੇ ਪੜਪੂਤਰੇ ਜੱਦੀ ਜਾਇਦਾਦਾਂ ਦੀ ਖੱਟੀ ਉੱਤੇ ਨਹੀਂ ਪਲਦੇ। ਹਰ ਦੂਜੇ ਜਾਂ ਤੀਜੀ ਜੱਦ ਨੂੰ ਇੱਥੇ ਨਵੇਂ ਮਕਾਨ ਬਣਾਉਣੇ ਪੈਂਦੇ ਹਨ, ਨਵੀਆਂ ਜਾਇਦਾਦਾਂ ਹਾਸਲ ਕਰਨੀਆਂ ਪੈਂਦੀਆਂ ਹਨ। ਪੰਜਾਬ ਵਿੱਚ ਪੰਜਾਬ ਦੀ ਮਿੱਟੀ ਦਾ ਰਾਜ ਹੈ। ਕਿਸੇ ਰਾਜੇ, ਕਿਸੇ ਸ਼ਹਿਨਸ਼ਾਹ, ਕਿਸੇ ਗਣ ਜਾਂ ਕਿਸੇ ਪਰਜਾ ਦਾ ਰਾਜ ਨਹੀਂ। ਪੰਜਾਬ ਦੇ ਅਨੇਕ ਸ਼ਹਿਰ ਕਈ ਵਾਰ ਢੱਠੇ ਤੇ ਕਈ ਵਾਰ ਉਸਰੇ। ਜਿਹੜੇ ਸ਼ਹਿਰ ਤੇ ਗ੍ਰਾਂ ਅਸੀਂ ਅੱਜ ਵੇਖਦੇ ਹਾਂ, ਇਹ ਸ਼ਹਿਰ ਤੇ ਗ੍ਰਾਂ ਅੱਜ ਤੋਂ 50, 100 ਜਾਂ 200 ਸਾਲ ਪਹਿਲਾਂ ਇਸ ਸ਼ਕਲ ਵਿੱਚ ਨਹੀਂ ਸਨ। ਉਹ ਵੇਲੇ ਹੋਰ ਸਨ, ਉਦੋਂ ਬਹਾਰਾਂ ਹੋਰ ਸਨ, ਉਦੋਂ ਦੀਆਂ ਉਜਾੜਾਂ ਹੋਰ ਸਨ। ਅੱਜ ਦੀ ਸਰਹੰਦ ਤੇ 200-250 ਵਰ੍ਹੇ ਪਹਿਲਾਂ ਦੀ ਸਰਹੰਦ ਵਿੱਚ ਬੜਾ ਫਰਕ ਹੈ। ਅੱਜ 20ਵੀਂ ਸਦੀ ਵਿੱਚ ਸਰਹੰਦ ਦੀ ਪੁੱਛ ਪੜਤਾਲ ਨਹੀਂ। ਇਹ ਨਾ 3 ਵਿੱਚ ਨਾ 13 ਵਿੱਚ। ਇਹ ਨਾ ਸੂਬੇ ਦੀ ਰਾਜਧਾਨੀ, ਨਾ ਕਮਿਸ਼ਨਰੀ, ਨਾ ਜ਼ਿਲ੍ਹਾ। ਅੱਜ ਇੱਥੇ ਕੋਈ ਬਾਗ ਨਹੀਂ, ਬਗੀਚਾ ਨਹੀਂ। ਅੱਜ ਇੱਥੇ ਦਿਲਾਂ ਨੂੰ ਮੋਹਣ ਵਾਲਾ ਕੋਈ ਮਕਾਨ ਨਹੀਂ, ਮੰਜ਼ਿਲ ਨਹੀਂ, ਮਹਿਲ ਨਹੀਂ। ਅੱਜ ਇੱਥੇ ਕੋਈ ਨਾਮਵਰ ਕਾਰੀਗਰ ਨਹੀਂ।
ਅੱਜ ਕਿਸੇ ਕੋਲ ਸਰਹਿੰਦ ਨੂੰ ਇੱਕ ਨਜ਼ਰ ਭਰ ਤੱਕਣ ਦੀ ਵੇਲ ਨਹੀਂ, ਲੋੜ ਨਹੀਂ, ਚਾਅ ਨਹੀਂ, ਖਿਆਲ ਨਹੀਂ। ਪਰ 17ਵੀਂ ਸਦੀ ਵਿੱਚ ਤੇ 18ਵੀਂ ਸਦੀ ਦੇ ਪਹਿਲੇ ਦਹਾਕੇ ਤੱਕ ਸਰਹਿੰਦ ਸਰਹਿੰਦ ਸੀ। ਦਿੱਲੀ ਦੀ ਆਪਣੀ ਸ਼ਾਨ ਸੀ, ਲਾਹੌਰ ਦੀ ਆਪਣੀ, ਪਰ ਸਰਹਿੰਦ ਦੀ ਵੀ ਉਦੋਂ ਆਪਣੀ ਹੀ ਸ਼ਾਨ ਸੀ। ਜੇ ਦਿੱਲੀ ਨੂੰ ਮੁਗਲ ਸ਼ਹਿਨਸ਼ਾਹਾਂ ਦੀ ਸ਼ਾਹਾਨਾ ਰਾਜਧਾਨੀ ਹੋਣ ਦਾ ਮਾਣ ਸੀ ਤੇ ਲਾਹੌਰ ਨੂੰ ਮੁਗਲਿਆ ਸਲਤਨਤ ਦਾ ਇੱਕ ਸਭ ਤੋਂ ਤਕੜਾ ਸੂਬਾ, ਤੇ ਸਰਹਿੰਦ ਨੂੰ ਆਪਣੀ ਸੁੰਦਰਤਾ ਤੇ ਆਪਣੀ ਕਾਰੀਗਰਾਂ ਤੇ ਆਪਣੀ ਸੂਬੇਦਾਰ ਵਜ਼ੀਰ ਖਾਨ ਦਾ ਮਾਣ ਸੀ। ਉਦੋਂ ਦਿੱਲੀ ਤੇ ਲਾਹੌਰ ਵਿਚਕਾਰ ਸਰਹਿੰਦ ਹੀ ਇੱਕੋ ਇੱਕ ਅਜਿਹਾ ਪੜਾਅ ਸੀ ਜਿੱਥੇ ਯਾਤਰੀ ਹਫ਼ਤਾ ਹਫ਼ਤਾ, ਮਹੀਨਾ ਮਹੀਨਾ, ਸਾਲ ਸਾਲ ਭਰ ਟਿਕਾਣਾ ਕੋਈ ਬਹੁਤਾ ਨਹੀਂ ਸਮਝਦੇ। ਉਦੋਂ ਕਰਨਾਲ, ਅੰਬਾਲਾ, ਲੁਧਿਆਣਾ, ਜਲੰਧਰ ਜਾਂ ਅੰਮ੍ਰਿਤਸਰ ਆਦਿ ਸ਼ਹਿਰਾਂ ਵਿੱਚ ਲੋਕ ਮਜਬੂਰਨ ਪੜਾਅ ਪਾਉਂਦੇ ਸਨ, ਪਰ ਸਰਹਿੰਦ ਵਿੱਚ ਚਾਅ ਨਾਲ। ਸਰਹਿੰਦ ਉਦੋਂ ਮੁਗਲਿਆ ਸੱਭਿਆਚਾਰ ਦਾ ਮਾਣ ਸੀ। ਇੱਥੇ ਦਿੱਲੀ ਤੋਂ ਵੀ ਚੰਗੇਰੇ ਕਾਰੀਗਰਾਂ ਦਾ ਵਾਸ ਸੀ। ਇੱਥੇ ਹਾਥੀ ਦੰਦ ਦੀਆਂ ਬੇਨਜ਼ੀਰ ਚੀਜ਼ਾਂ ਬਣਦੀਆਂ ਸਨ। ਚੰਦਨ ਦਾ ਕੰਮ ਕਰਦੇ ਕਾਰੀਗਰ ਵੀ ਸਨ। ਚੰਦਨ ਦੀ ਖੁਸ਼ਬੂ ਨਾਲ ਸ਼ਹਿਰ ਮਹਿਕਿਆ ਰਹਿੰਦਾ ਸੀ। ਇੱਥੋਂ ਦਾ ਗੋਟਾ ਤੇ ਕਿਨਾਰੀ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚਦਾ। ਸੰਗਮਰਮਰ ਬਣਾਉਣ, ਧੋਣ ਤੇ ਉਸਾਰਨ ਦਾ ਮਾਹਰ ਇੱਥੋਂ ਸਲਾਹਾਂ ਦੇਣ ਵਾਸਤੇ ਦਿੱਲੀ ਤੇ ਲਾਹੌਰ ਜਾਂਦੇ ਸਨ। ਅੱਜ ਕੱਲ੍ਹ ਲੋਕ ਪਹਾੜਾਂ ਉੱਤੇ ਬੰਗਲੇ ਉਸਾਰਦੇ ਹਨ, ਇੱਕ ਤਾਂ ਗਰਮੀਆਂ ਕੱਟਣ ਵਾਸਤੇ, ਦੂਜਾ ਦੁਨੀਆ ਨੂੰ ਵਿਖਾਉਣ ਵਾਸਤੇ ਕਿ ਉਹ ਧਨਾੜ ਹਨ। ਇਹ ਬੰਗਲੇ ਅਮੀਰੀ ਤੇ ਵਡੱਤਣ ਦੀ ਨਿਸ਼ਾਨੀ ਜੋ ਹੋਏ, ਪਰ ਉਦੋਂ ਮੁਗਲਿਆ ਰਾਜ ਦੇ ਪਤਵੰਤੀ ਤੇ ਧਨਾੜ ਸਰਹਿੰਦ ਵਿੱਚ ਹਵੇਲੀਆਂ ਤੇ ਕਿਲੇ ਉਸਾਰਦੇ ਸਨ। ਕਸ਼ਮੀਰ ਜਾਂ ਲਾਹੌਰੋਂ ਆਉਂਦਿਆਂ ਜਾਂਦਿਆਂ ਅਮੀਰ ਵਜ਼ੀਰ ਆਪਣੀ ਹਵੇਲੀ ਵਿੱਚ ਟਿਕਾਣਾ ਆਪਣੀ ਸ਼ਾਨ ਦਾ ਇੱਕ ਖਾਸ ਅੰਗ ਸਮਝਦੇ ਸਨ। ਅਕਬਰ ਤੋਂ ਲੈ ਕੇ ਬਹਾਦਰ ਸ਼ਾਹ ਬਾਦਸ਼ਾਹ ਤੱਕ ਮੁਗਲਿਆ ਰਾਜ ਦੇ ਸਭ ਪਤਵੰਤਿਆਂ ਨੇ ਇੱਥੇ ਆਪਣੇ ਮਹਿਲ ਮਾੜੀਆਂ ਉਸਾਰੀਆਂ ਤੇ ਬਗੀਚੇ ਲਗਾਏ। ਬਹਾਦਰ ਸ਼ਾਹ ਦੀ ਪੁੱਤਰੀ ਨੇ ਲੱਖਾਂ ਰੁਪਏ ਖਰਚ ਕੇ ਇੱਥੇ ਸ਼ੇਖ ਅਹਿਮਦ ਮੁਜਾਹਿਦ ਅਲਫਸਾਨੀ ਦਾ ਮਕਬਰਾ ਬਣਵਾਇਆ। ਸਰਹਿੰਦ 52 ਲੱਖ ਦੀ ਬਾਉਨੀ ਮਸ਼ਹੂਰ ਸੀ। ਸਰਹਿੰਦ ਦੇ ਸੂਬੇ ਥੱਲੇ 28 ਪਰਗਣੇ ਸਨ, ਪਰ ਇਹਨਾਂ ਪਰਗਣਿਆਂ ਦੀ ਦੌਲਤ ਨਾਲ ਨਹੀਂ, ਆਉਂਦੇ ਜਾਂਦੇ ਵਜ਼ੀਰਾਂ ਤੇ ਅਮੀਰਾਂ ਦੀ ਦੌਲਤ ਨਾਲ ਸਰਹਿੰਦ ਅਮੀਰ ਹੋਈ ਸੀ। ਸਰਹਿੰਦ ਅਮੀਰ ਸੀ ਕਿਉਂਕਿ ਇੱਥੋਂ ਦੇ ਕਾਰੀਗਰ ਲੱਖਾਂ ਰੁਪਏ ਇਨਾਮ ਪਾਉਂਦੇ ਸਨ। ਦੇਸ਼ ਦੇਸਾਵਰੋਂ ਮਾਇਆ ਜੋੜ ਤੋੜ ਕੇ ਸਰਹਿੰਦ ਲਿਆਉਂਦੇ ਸਨ। ਸਰਹਿੰਦ ਅਮੀਰ ਸੀ ਕਿਉਂਕਿ ਵੇਖੋ ਵੇਖੀ ਹਰ ਅਮੀਰ ਆਪਣੇ ਇੱਥੋਂ ਦੇ ਮਹਿਲ ਨੂੰ ਵੱਧ ਚੜ੍ਹਾ ਕੇ ਸਜਾਉਂਦਾ ਸੀ। ਤੇ ਫਿਰ ਸਰਹਿੰਦ ਨੂੰ ਮਿਲਿਆ ਵਜ਼ੀਰ ਖਾਨ ਵਰਗਾ ਸੂਬੇਦਾਰ। ਵਜ਼ੀਰ ਖਾਨ ਸਰਹਿੰਦ ਨੂੰ ਪਿਆਰ ਕਰਦਾ ਸੀ। ਵਜ਼ੀਰ ਖਾਨ ਨੇ ਸਰਹਿੰਦ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਸੀ। ਉਹ ਹਰ ਸਰਦਾਰ ਤੇ ਅਮੀਰ ਨੂੰ ਸਰਹਿੰਦ ਵਿੱਚ ਮਹਿਲ ਮਾੜੀਆਂ ਬਣਾਉਣ ਵਾਸਤੇ ਨਿਯੁਕਤਾ ਦਿਆ ਕਰਦਾ ਸੀ। ਉਹ ਹਰ ਲੰਘਦੇ ਬਾਦਸ਼ਾਹ ਤੇ ਵਜ਼ੀਰ ਨੂੰ ਬੜੇ ਆਦਰ ਨਾਲ ਮਿਲਦਾ ਸੀ ਤੇ ਸਰਹਿੰਦ ਵਿੱਚ ਆਪਣੀ ਦੌਲਤ ਖਰਚਣ ਦੇ ਲਾਭ ਦੱਸਿਆ ਕਰਦਾ ਸੀ। ਕਹਿੰਦੇ ਹਨ ਕਿ ਹਰ ਸਵੇਰ ਤੇ ਹਰ ਸ਼ਾਮ ਉਹ ਆਪਣੇ ਮਹਿਲ ਦੇ ਬੁਰਜ ਉੱਤੇ ਚੜ੍ਹ ਕੇ 10-12 ਮੀਲ ਵਿੱਚ ਵਿਸ਼ੇ ਸਰਹਿੰਦ ਵੱਲ ਵੇਖਿਆ ਕਰਦਾ ਤੇ ਆਪਣੀ ਅਰਦਲ ਵਿੱਚ ਖਲੋਤੇ ਮੁਸਾਹਿਬਾਂ ਨੂੰ ਕਹਿੰਦਾ, ਸਰਹਿੰਦ ਵਰਗਾ ਸ਼ਹਿਰ ਹੋਰ ਦੁਨੀਆ ਵਿੱਚ ਕਿਤੇ ਨਹੀਂ। ਸਰਹਿੰਦ ਨੂੰ ਮੈਂ ਆਪਣੇ ਲਹੂ ਨਾਲ ਸਿੰਚਿਆ ਹੈ। ਬਿਨਾਂ ਸ਼ੱਕ ਸਰਹਿੰਦ ਸਥਾਈ ਹੋਵੇਗੀ। ਤੇ ਫਿਰ ਉਹ ਤੇ ਉਹਦੇ ਮੁਸਾਹਿਬ ਹੱਥ ਜੋੜ ਕੇ ਖੁਦਾ ਅੱਗੇ ਦੁਆ ਕਰਿਆ ਕਰਦਾ ਕਿ ਯਾ ਰੱਬ, ਸਰਹਿੰਦ ਦੀ ਵਡਾਈ ਸਥਾਈ ਹੋਵੇ, ਸਰਹਿੰਦ ਨੂੰ ਤੱਤੀ ਵਾਹ ਨਾ ਲੱਗੇ। ਪਰ ਤੱਤੀਆਂ ਵਾਵਾਂ ਦੇ ਦੇਸ਼ ਪੰਜਾਬ ਵਿੱਚ ਤੱਤੀ ਵਾਹ ਨਾ ਲੱਗਣ ਦੀ ਦੁਆ ਮੰਗਣਾ ਜਾਂ ਤੱਤੀ ਵਾਹ ਨਾ ਲੱਗਣ ਦੀ ਅਸੀਸ ਦੇਣਾ ਮੂਰਖਤਾ ਹੈ। ਤੱਤੀਆਂ ਵਾਵਾਂ ਦੇ ਦੇਸ਼ ਪੰਜਾਬ ਵਿੱਚ ਕੋਈ ਤੱਤੀ ਵਾਹ ਤੋਂ ਬਚ ਨਹੀਂ ਸਕਦਾ ਤੇ ਨਾ ਹੀ ਕਿਸੇ ਸ਼ਹਿਰ ਦੀ ਵਡਿਆਈ ਪੰਜਾਬ ਦੀ ਧਰਤੀ ਉੱਤੇ ਸਥਾਈ ਹੋ ਸਕਦੀ ਹੈ। ਪੰਜਾਬ ਦੀ ਮਿੱਟੀ ਵਿੱਚ ਕੋਈ ਸ਼ਹਿਰ, ਕੋਈ ਨਿਸ਼ਾਨ ਸਥਾਈ ਨਹੀਂ। ਤਾਂ ਇਸ ਕਿਤਾਬ ਦੇ ਪਹਿਲੇ 2 ਪੇਜ ਸੀਗੇ ਸਰਦੀਜੇ ਕਾਨਾ ਕੀ, ਜਿਹੜਾ ਮੈਂ ਕਹੀ ਕੇ ਪੜ੍ਹ ਕੇ ਸੁਣਾਉਣਾ। ਤਾਂ ਇਹਦੇ ਵਿੱਚ ਤੁਸੀਂ ਹੁਣ ਜੋ ਪੰਜਾਬ ਦੀ ਸਿਫਤ ਸ਼ੁਰੂ ਦੇ ਵਿੱਚ ਉਹਨਾਂ ਨੇ ਕੀਤੀ ਹੈ ਨਰਿੰਦਰਪਾਲ ਸਿੰਘ ਹੋਣਾ ਨੇ, ਫਿਰ ਜੋ ਸਰਹਿੰਦ ਬਾਰੇ ਦੱਸਿਆ ਹੋਇਆ ਕਿ ਸਰਹਿੰਦ ਸ਼ਹਿਰ ਦਾ ਹੁਣ ਕੀ ਹਾਲ ਆ ਤੇ ਪਹਿਲਾਂ ਸਰਹਿੰਦ ਦਾ ਕੀ ਹਾਲ ਸੀਗਾ 18ਵੀਂ ਸਦੀ ਦੇ ਵਿੱਚ। ਤਾਂ ਇਹਦੇ ਲਈ ਨਾ ਇੱਕ ਮੈਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ, ਡਾਕਟਰ ਸੁਖਦਿਆਲ ਸਿੰਘ ਹੋਣਾ ਨੇ ਕਿਤਾਬ ਲਿਖੀ ਸੀ ਚੱਪੜ ਚਿੜੀ ਦੀ ਲੜਾਈ। ਤਾਂ ਉਹਦੇ ਵਿੱਚ ਇੱਕ ਕਮਾਲ ਦੀ ਗੱਲ ਲਿਖਦੇ ਨੇ। ਉਹਦੇ ਵਿੱਚ ਸਾਰਾ ਸਰਹਿੰਦ ਸ਼ਹਿਰ ਦਾ ਹੀ ਜ਼ਿਕਰ ਹੈ ਪੂਰੀ ਕਿਤਾਬ ਦੇ ਵਿੱਚ। ਬੜੇ ਪੁਰਾਣੇ ਹਵਾਲੇ ਨੇ ਉਸ ਕਿਤਾਬ ਦੇ ਲਿਖਣ ਲਈ ਵਰਤੇ ਗਏ ਨੇ, ਜਾਣੀ ਮੁਗਲ ਕਾਲ ਵੇਲੇ ਦੇ ਵੀ। ਉਹ ਕਹਿੰਦੇ ਨੇ ਕਿ ਜੇ ਸਰਹਿੰਦ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਨਾ ਹੁੰਦੀ ਤਾਂ ਇਹ ਅੱਜ ਸ਼ਾਇਦ ਦਿੱਲੀ ਜਾਂ ਲਾਹੌਰ ਤੋਂ ਵੱਡਾ ਸੂਬਾ ਹੋਣਾ, ਵੱਡਾ ਪ੍ਰਾਂਤ ਹੋਣਾ ਸੀ ਸਰਹਿੰਦ ਸ਼ਹਿਰ। ਤੇ ਮਤਲਬ ਵੀ ਸਿੱਖਾਂ ਨੇ ਇੱਥੇ ਕੋਈ ਵੀ ਇੰਨਾ ਗੁੱਸਾ ਸੀ ਇਹਨਾਂ ਦੇ ਵਿੱਚ ਭਰਿਆ ਹੋਇਆ, ਕੋਈ ਵੀ ਇੱਥੇ ਚੀਜ਼ ਨਹੀਂ ਛੱਡੀ। ਜੋ ਸਿੱਖਾਂ ਨੇ ਇਹਦੇ ਤੇ ਹਮਲਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ, ਇਹਦੇ ਬਾਗ ਬਗੀਚਿਆਂ ਤੱਕ ਕੁਛ ਵੀ ਉਹਨਾਂ ਨੇ ਲਿਖਿਆ ਕਿ ਕੁਛ ਰਹਿਣ ਹੀ ਨਹੀਂ ਦਿੱਤਾ। ਜਿਵੇਂ ਕਹਿੰਦੇ ਨਾ ਕਿ ਸਰਹੰਦ ਨੂੰ ਮਿੱਟੀ ਦੇ ਵਿੱਚ ਮਿਲਾਉਣਾ, ਉਹ ਬਿਲਕੁਲ ਇੰਨ ਬਿੰਨ ਵਾਪਰਿਆ। ਤੇ ਹੋਰ ਇਸ ਕਿਤਾਬ ਦੇ ਬਾਰੇ 'ਚ ਉਹ
ਦੇ ਵਿੱਚ ਉਹ ਇੱਕ ਬੜੀ ਸੋਹਣੀ ਗੱਲ ਲਿਖਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ 'ਚ। ਉਹ ਕਹਿੰਦੇ ਨੇ ਕਿ ਉਹ ਲਿਖਦੇ ਨੇ ਕਿ ਪੰਜਾਬ ਦੇ ਵਿੱਚ ਹਾਂਜੀ ਗੁਰਸੇਵਕ ਵੀਰੇ ਤੁਹਾਨੂੰ ਇਨਵਾਈਟ ਕੀਤਾ ਤਾਂ ਤੁਸੀਂ ਰੋਕ ਕੇ ਰਹਿ ਜਾਓ, ਆ ਜਾਓ ਤਾਂ ਮਾਈਕ ਆਫ ਕਰ ਲਿਓ ਬਸ ਜੀ। ਹਾਂਜੀ, ਤਾਂ ਇਸ ਕਿਤਾਬ ਦੇ ਵਿੱਚ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ 'ਚ ਲਿਖਦੇ ਨੇ। ਕਹਿੰਦੇ ਕਿ ਜਦੋਂ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਨੰਦੇੜ ਸਾਹਿਬ ਤੋਂ ਆਉਂਦਾ ਹਜ਼ੂਰ ਸਾਹਿਬ ਤੋਂ ਰਾਹ ਦੇ ਵਿੱਚ ਕਿੰਨਿਆਂ ਸ਼ਹਿਰਾਂ ਨੂੰ ਕੁਚਲਦਾ ਹੈ, ਤਾਂ ਉਹਦੇ ਲਈ ਸਰਹੰਦ ਨੂੰ ਕੁਚਲਣਾ ਕਿੰਨੀ ਕੁ ਵੱਡੀ ਗੱਲ ਸੀ। ਤਾਂ ਉਹ ਕਿਉਂ ਰੁਕਿਆ, ਮਤਲਬ ਉਹਨਾਂ ਦਾ ਹੁਣ ਇਸ ਤੋਂ ਨਜ਼ਰੀਆ ਦੇਖੋ ਲੇਖਕ ਦਾ ਨਰਿੰਦਰਪਾਲ ਸਿੰਘ ਦਾ। ਉਹ ਕਹਿੰਦਾ ਉਹ ਕਿਉਂ ਰੁਕਿਆ ਸਰਹੰਦ ਨੂੰ ਕੁਚਲਣ ਤੋਂ, ਉਹਨੇ ਕਿਉਂ ਆਪਣੇ ਮਾਝੇਵਾਲ ਦੇ ਸਿੱਖਾਂ ਦਾ ਜੋ ਆ ਰਹੇ ਸਨ ਇਕੱਠੇ ਹੋ ਕੇ ਕਿਉਂ ਉਹਨਾਂ ਦਾ ਇੰਤਜ਼ਾਰ ਕੀਤਾ। ਉਹ ਕਹਿੰਦੇ ਨਹੀਂ, ਕਹਿੰਦੇ ਇਹਦੇ ਪਿੱਛੇ ਜੋ ਬਾਬਾ ਬੰਦਾ ਸਿੰਘ ਜੀ ਦੀ ਸੀ ਦੂਰਅੰਦੇਸ਼ੀ ਸੀ ਉਹ ਬੜੀ ਤਕੜੀ ਸੀਗੀ। ਬਾਬਾ ਬੰਦਾ ਸਿੰਘ ਬਹਾਦਰ ਜੀ ਚਾਹੁੰਦੇ ਸਨ ਕਿ ਵਜ਼ੀਰ ਖਾਨ ਆਪਦੀ ਤਿਆਰੀ ਕਰ ਲਵੇ। ਤਾਂ ਇੱਥੋਂ ਤੱਕ ਵੀ ਲਿਖਦੇ ਨੇ ਕਿਤਾਬ 'ਚ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਾਣ ਬੁੱਝ ਕੇ ਆਪਣੀਆਂ ਖਬਰਾਂ ਜਿਹੜੀਆਂ ਨੇ ਉਹ ਵਜ਼ੀਰ ਖਾਨ ਤੱਕ ਜਾਣ ਦਿੱਤੀਆਂ ਕਿ ਵਜ਼ੀਰ ਖਾਨ ਆਪਦੀ ਪੂਰੀ ਤਿਆਰੀ ਕਰ ਲਵੇ। ਤਾਂ ਫਿਰ ਉਹ ਲਿਖਦੇ ਨੇ ਕਿ ਜਦੋਂ ਵਜ਼ੀਰ ਖਾਨ ਨੇ ਪੂਰੀ ਤਿਆਰੀ ਕਰ ਲਈ, ਉਹ ਸਰਹੰਦ ਤੋਂ ਹਟਵਾਂ ਜਿਹੜੀ ਚੱਪੜਚਿੜੀ ਦਾ ਮੈਦਾਨ ਹੈ ਉਹ 12-14 ਮੀਲ ਹੈ, ਉੱਥੇ ਆਇਆ। ਉਹ ਫਿਰ ਲਿਖਦੇ ਨੇ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਸ਼ਹਿਰ 'ਤੇ ਹੀ ਹਮਲਾ ਕਰਨਾ ਹੁੰਦਾ ਤਾਂ ਉਹ ਫਿਰ ਵਲ ਕੇ ਵੀ ਜਾ ਸਕਦਾ ਸੀ, ਵਲ ਪਾ ਕੇ ਵੀ, ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੱਧਾ ਉੱਥੇ ਆਏ, ਉਹਨਾਂ ਨਾਲ ਲੜੇ ਅਤੇ ਉਹ ਕਹਿੰਦੇ ਪਲਾਂ ਦੇ ਵਿੱਚ ਹੀ ਮੁਗਲਾਂ ਦੀ ਫੌਜ ਨੂੰ ਉਹਨਾਂ ਨੇ ਹਰਾ ਕੇ ਵੱਢ ਟੁੱਕ ਕਰਕੇ ਸਿੱਟ ਤੇ ਫਿਰ ਜੋ ਸਰਹੰਦ ਸ਼ਹਿਰ ਦਾ ਹਾਲ ਹੋਇਆ ਤੇ ਉਹ ਸਾਰਿਆਂ ਨੂੰ ਪਤਾ ਹੀ ਹੈ। ਉਹ ਲਿਖਦੇ ਨੇ ਕਿ ਇੱਥੋਂ ਹੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਮੁਗਲ ਰਾਜ ਦੀ ਜੜ ਪੱਟੀ ਜਾਵੇਗੀ, ਅਸਲ 'ਚ ਇਸੇ ਦਿਨ ਹੀ ਮੁਗਲ ਰਾਜ ਦੀ ਜੜ ਆ ਜਿਹੜੀ ਉਹ ਪੱਟੀ ਜਾ ਚੁੱਕੀ ਸੀ। ਬਾਅਦ 'ਚ ਭਾਵੇਂ ਮੁਗਲਾਂ ਨੇ ਬਥੇਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਇੱਥੇ ਟਿਕੇ ਰਹਿਣ ਲਈ, ਪਰ ਕਦੇ ਵੀ ਸਿੱਖਾਂ ਨੇ ਮੁਗਲਾਂ ਦੇ ਪੈਰ ਨਹੀਂ ਲੱਗਣ ਦਿੱਤੇ। ਇੱਥੇ ਬੜੇ ਜਾਣੀ ਬਾਅਦ 'ਚ ਹੋਰ ਯੋਧੇ ਆਉਂਦੇ ਰਹੇ। ਅਤੇ ਬਾਕੀ ਮੈਂ ਇਸ ਕਿਤਾਬ ਬਾਰੇ ਤਾਂ ਇਹੀ ਚਾਹੂੰਗਾ ਕਿ ਮੈਂ ਜੇ ਕਿੰਨਾ ਕੁ ਇਹਦੇ ਬਾਰੇ ਲੰਬਾ ਬੋਲਾਂ ਤਾਂ ਓਨਾ ਥੋੜ੍ਹਾ ਹੈ। ਅਤੇ ਜੇ ਤੁਸੀਂ ਖੁਦ ਇਹਨੂੰ ਪੜ੍ਹਨਾ ਚਾਹੁੰਦੇ ਹੋ, ਬਾਕੀ ਜਿਹੜੇ ਵੀਰ ਨਾਵਲ ਪੜ੍ਹਨ ਦੇ ਸ਼ੌਕੀਨ ਨੇ ਤਾਂ ਫਿਰ ਦੱਸ ਦਿੰਦਾ ਜੋ ਵੀਰਾਂ ਨੇ ਨਵਾਂ ਜੁਆਇਨ ਕੀਤਾ ਹੈ ਕਿ ਸਿਰ ਦੀਜੇ ਕਾਨ ਨਾ ਕੀਜੇ ਨਰਿੰਦਰਪਾਲ ਸਿੰਘ ਜੀ ਹੋਰਾਂ ਦਾ ਨਾਵਲ ਹੈ। ਇਹ 4 ਨਾਵਲਾਂ ਦੇ ਰੂਪ 'ਚ ਸੀਗਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਅਤੇ ਇੱਕ ਸਰਕਾਰ ਬਾਝੋਂ। ਤਾਂ ਫਿਰ ਉਹਨਾਂ ਨੇ ਇਹਨਾਂ ਨੂੰ ਜਾਣੀ 4 ਨਾਵਲਾਂ ਨੂੰ ਇੱਕੋ ਕਿਤਾਬ ਦੇ ਵਿੱਚ ਹੀ ਹੁਣ ਕਰ ਦਿੱਤਾ ਗਿਆ ਹੈ, ਸਿਰ ਦੀਜੇ ਕਾਨ ਨਾ ਕੀਜੇ। ਸੋ ਬੜਾ ਸੋਹਣਾ। ਤਾਂ ਹੋਰ ਵੀ ਆਏ ਨੇ ਸੁਰਿੰਦਰ ਬਾਈ, ਸੰਦੀਪ ਸਿੰਘ ਤੇਜਾ ਬਾਈ ਜੀ ਵੀ ਆ ਗਏ ਆ, ਜੀ ਆਇਆਂ ਨੂੰ ਬਾਈ ਜੀ ਸਾਰਿਆਂ ਨੂੰ। ਅਤੇ ਹੋਰ ਕਿਸੇ ਵੀ ਵੀਰ ਨੇ ਕੋਈ ਗੱਲਬਾਤ ਕਰਨੀ ਹੈ ਵੀਰੇ, ਹੱਥ ਵਾਲੇ ਆਪਸ਼ਨ 'ਤੇ ਕਲਿੱਕ ਕਰ ਦਿਓ। ਗੁਰਸ਼ਰਨ, ਹਾਂਜੀ ਗੁਰਸ਼ਰਨ ਵੀਰੇ ਤੁਹਾਨੂੰ ਮੈਂ ਇਨਵਾਈਟ ਕਰ ਰਿਹਾ। ਹਾਂਜੀ ਗੁਰਸ਼ਰਨ ਵੀਰੇ। ਮੈਂ ਤਾਂ ਬਾਈ ਜੀ ਇੱਕ ਸਵਾਲ ਹੀ ਪੁੱਛਣਾ ਤੇ ਫਿਰ ਮੈਂ ਥੱਲੇ ਚੱਲ ਜੂੰਗਾ। ਤੇ ਮੇਰਾ ਥੋੜਾ ਜਿਹਾ ਜਿਹੜਾ ਪ੍ਰਗਟ ਬਾਈ ਪਹਿਲਾਂ ਗੱਲ ਕਰ ਰਿਹਾ ਸੀ ਉਹਦੇ ਤੇ, ਜਿੱਥੇ ਬਾਈ ਨੇ ਕਿਹਾ ਸੀ ਕਿ ਵੀ ਤਰਕ ਦੀ ਤਾਂ ਇੱਕ ਬਹੁਤ ਹੀ ਛੋਟੀ ਲਿਮਿਟ ਆ, ਕਿਉਂਕਿ ਆਪਾਂ ਅਕਸਰ ਹੀ ਆਪਣਾ ਸਾਰਾ ਕਿਤੇ ਵਾਹ ਪੈਂਦਾ ਹੈ ਕਦੇ ਤਰਕ ਨਾਲ ਸੋਚਣਾ ਚਾਹੀਦਾ, ਰੈਸ਼ਨੈਲਿਟੀ ਇੱਦਾਂ ਉੱਦਾਂ ਹੈ ਨਾ। ਸੋ ਉਹਦੇ ਬਾਰੇ ਮੈਨੂੰ ਪਤਾ ਬਾਈ ਨੇ ਕੀਤਾ ਸੀ, ਪਰ ਮੈਂ ਮਿਸ ਕਰ ਗਿਆ ਸੀ। ਜੇ ਅੱਗੇ ਚੱਲ ਕੇ ਬਾਈ ਕੋਲੇ ਟਾਈਮ ਹੋਵੇ ਤੇ ਕੋਈ ਇਹੋ ਜਿਹਾ ਟੌਪਿਕ ਆਵੇ ਤੇ ਉਹ ਤੇ ਜੇ ਬਾਈ ਖੁੱਲ੍ਹ ਕੇ ਫਿਰ ਵਿਚਾਰ ਰੱਖ ਸਕੇ ਤਾਂ ਮੈਂ ਧੰਨਵਾਦੀ ਹੋਊਂਗਾ ਬਾਈ ਦਾ। ਹਾਂਜੀ ਬਿਲਕੁਲ, ਆਪਣੀ ਗੱਲ 'ਚ ਮੈਂ ਇੰਨਾ ਹੀ ਕਿਹਾ ਸੀ ਇਨੀਸ਼ੀਅਲੀ, ਕਿਉਂਕਿ ਇਹ ਜਿਹੜਾ ਟੌਪਿਕ ਹੈ ਕਾਫੀ ਵੱਡਾ ਵੀ ਹੈ ਤੇ ਇਸ ਗੱਲਬਾਤ ਤੋਂ ਮਤਲਬ ਸਾਡੀ ਆਫ ਦਾ ਟਰੈਕ ਚਲੀ ਜਾਣੀ ਸੀ ਜੇ ਇਹਦੀ ਜ਼ਿਆਦਾ ਐਕਸਪਲੇਨੇਸ਼ਨ ਕਰਦੇ। ਮੈਂ ਇਨੀਸ਼ੀਅਲੀ ਇੰਨਾ ਹੀ ਕਿਹਾ ਸੀ ਕਿ ਤਰਕ ਜਿਹੜਾ ਇਹ ਗਿਆਨ ਪ੍ਰਾਪਤ ਕਰਨ ਦੀ ਇੱਕ ਵਿਧੀ ਹੈ, ਅੰਤਮ ਸੱਚ ਨਹੀਂ ਹੈ। ਤੇ ਸਿਰਫ ਇੱਕ ਗੱਲ ਹੋਰ ਐਡ ਕੀਤੀ ਸੀ ਕਿ ਈਵਨ ਕੁਆਂਟਮ ਫਿਜ਼ਿਕਸ ਨੇ ਵੀ ਹੁਣ ਤੇ ਇਹ ਗੱਲ ਮਤਲਬ ਮੰਨ ਲਈ ਹੈ। ਕੁਆਂਟਮ ਫਿਜ਼ਿਕਸ ਤੋਂ ਜਿਹੜੀ ਹਾਈਜ਼ਨਬਰਗ ਨੇ ਜਿਹੜੀ ਆਪਣੀ ਥਿਊਰੀ ਦਿੱਤੀ ਸੀ ਉੱਥੋਂ ਹੀ ਕੁਆਂਟਮ ਫਿਜ਼ਿਕਸ ਸ਼ੁਰੂ ਹੁੰਦਾ ਤੇ ਕਿ ਤਰਕ ਅਖੀਰ ਨਹੀਂ ਹੈ। ਉਹਨਾਂ ਨੇ ਤੇ ਈਵਨ ਇੱਥੋਂ ਤੱਕ ਗੱਲ ਆਉਂਦੀ ਹੈ ਕਿ ਜਿਹੜਾ ਸਾਰਾ ਪਸਾਰਾ ਹੋਇਆ ਇਹ ਕੌਨਸ਼ੀਅਸਨੈਸ ਤੋਂ ਹੈ, ਚੇਤਨਤਾ ਤੋਂ ਹੈ, ਨਾ ਕਿ ਤਰਕ ਤੋਂ। ਤੇ ਉਹਨਾਂ ਨੇ ਚੇਤਨਤਾ ਨੂੰ ਵੱਡਾ ਕਿਹਾ ਸੀ। ਪਰ ਇਹਦੇ ਬਾਰੇ ਜੇ ਡਿਟੇਲ 'ਚ ਗੱਲ ਕਰਨੀ ਹੈ ਤੇ ਉਹ ਆਪਣੀ ਕਿਤੇ ਅੱਗੇ ਹੋ ਸਕਦੀ ਹੈ। ਇਨੀਸ਼ੀਅਲੀ ਜਿਹੜਾ ਅੱਜ ਦੀ ਗੱਲਬਾਤ ਦੇ ਵਿੱਚ ਇਸ ਬਾਰੇ ਕਹਿਣ ਦਾ ਪਰਪਸ ਸੀ ਉਹ ਸਿਰਫ ਇੰਨਾ ਕੁ ਹੀ ਸੀ ਕਿ ਜਿਹੜਾ ਆਪਣਾ ਇਤਿਹਾਸ ਹੈ ਉਹ ਇਸ ਤਰਕ ਦੇ ਦਾਇਰੇ ਤੋਂ ਬਹੁਤ ਬਾਹਰ ਹੈ, ਬਹੁਤ ਵੱਡਾ ਹੈ।
ਤੇ ਆਪਣੇ ਇਤਿਹਾਸ ਨੂੰ ਉਸ ਦਾਇਰੇ ਦੇ ਵਿੱਚ ਰੱਖ ਕੇ ਵੇਖਾਂਗੇ ਤੇ ਉਸ ਦੀ ਜਿਹੜਾ ਮੂਲ ਹੈ, ਉਸ ਦੀਆਂ ਜੋ ਇੰਸਪੀਰੇਸ਼ਨਸ ਨੇ, ਉਹ ਸਾਰੇ ਤੋਂ ਟੁੱਟ ਜਾਵਾਂਗੇ। ਅੱਜ ਦਾ ਜਿਹੜਾ ਪਰਪਸ ਸੀ ਉਹ ਇੰਨਾ ਕੀ ਸੀ, ਕੋਲੈਬੋਰੇਸ਼ਨ ਇਹਦੀ ਅੱਗੇ ਕਿਤੇ ਹੋ ਸਕਦੀ ਹੈ। ਹਾਂਜੀ ਬਿਲਕੁਲ ਨਾ, ਉਹੀ ਕਿ ਜਿਸ ਤਰ੍ਹਾਂ ਕਹਿ ਚੁੱਕੇ ਤੁਸੀਂ ਕਿ ਸਾਡਾ ਜਿਹੜਾ ਇਤਿਹਾਸ ਆ ਉਹ ਇੱਕ ਪ੍ਰੇਮ ਤੇ ਰੂਹਾਨੀਅਤ ਦੇ ਸਿਰ ਤੇ ਆ ਨਾ, ਜਿਸ ਦੀ ਨੀਂਹ ਹੀ ਪ੍ਰੇਮ ਤੇ ਰੂਹਾਨੀਅਤ ਦੇ ਸਿਰ ਤੇ ਰੱਖੀ ਗਈ, ਤਾਂ ਉੱਥੇ ਤਾਂ ਇਹ ਮੰਨਣਾ ਬਣਦਾ ਕਿ ਤਰਕ ਦਾ ਤਾਂ ਕੋਈ ਕੰਮ ਨਹੀਂ ਗਾ ਨਾ। ਤੇ ਚਲੋ ਫਿਰ ਆਪਾਂ ਇਹ ਅਗਲੀ ਵਾਰ ਰੱਖਾਂਗੇ। ਤਾਂ ਹੁਣ ਇੱਕ ਆ ਵੀਰ ਇਹਨਾਂ ਨੇ ਹੱਥ ਖੜਾ ਕੀਤਾ, ਆ ਬਾਈ ਜੀ ਤੁਹਾਡਾ ਨਾਮ ਤਾਂ ਨਹੀਂ, ਚਲੋ ਤੁਸੀਂ ਆ ਕੇ ਦੱਸ ਦਿਓ, ਤਾਂ ਉਹਨਾਂ ਨੂੰ ਇਨਵਾਈਟ ਸਪੀਕ ਕਰ ਰਹੇ ਹਾਂ। ਬਾਈ ਨੇ ਲਿਖਿਆ ਹੋਇਆ ਠੰਡੀ ਖੀਰ। ਬਾਈ ਜੀ ਪਹਿਲਾਂ ਆਪਣਾ ਨਾਮ ਦੱਸਿਆ ਜੋ। ਨਾਮ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਹੈ ਜੀ। ਹਾਂਜੀ ਵੀਰੇ, ਜੀ ਜੀ। ਤੇ ਮੈਂ ਉਹੀ ਕੁਐਸਚਨ ਗੁਰਸ਼ਰਨ ਵਾਲਾ ਸੀਗਾ ਵੀਰੇ, ਤੇ ਉਹ ਆਨਸਰ ਹੋ ਗਿਆ ਸੀ। ਕੋਈ ਨਾ ਆਪਾਂ ਰੂਮ ਜਿਸ ਦਿਨ ਉੱਥੇ ਹੋਊਗਾ ਥੋੜਾ ਐਲੈਬੋਰੇਟਲੀ ਪੁੱਛ ਲਾਂਗੇ। ਹਾਂਜੀ ਜੀ ਹਾਂਜੀ ਜੀ ਵੀਰੇ, ਕੋਈ ਗੱਲ ਨਹੀਂ। ਬਾਈ ਸੰਦੀਪ ਸਿੰਘ ਤੇਜਾ, ਬਾਈ ਜੀ ਆਉਂਗੇ ਬੋਲਣ ਲਈ 2 ਮਿੰਟ? ਆ ਸਕਦੇ ਹੋ? ਹਾਂਜੀ ਬਾਈ ਜੀ। ਹਾਂਜੀ ਬਾਈ ਖਾਲਸਾ ਬਾਈ ਫਤਿਹ। ਬਹੁਤ ਸੋਹਣੀ ਗੱਲਬਾਤ ਹੀ ਆ, ਖਾਸ ਕਰਕੇ ਜਿਹੜਾ ਇਹ ਡਿਸਕ੍ਰਿਪਸ਼ਨ ਜੀ ਉਹਦੀ ਦਿੱਤੀ ਆ ਸਰਹੰਦ ਬਾਰੇ, ਤੇ ਜੋ ਜਿਵੇਂ ਵੀ ਉਹ ਸਾਰੀ ਗੱਲ ਹੋਈ ਆ, ਮੈਂ ਇੱਥੋਂ ਹੀ ਸ਼ੁਰੂ ਕੀਤਾ ਆ। ਮੈਨੂੰ ਪਹਿਲਾਂ ਨਹੀਂ ਪਤਾ ਵੀ ਪਹਿਲਾਂ ਕਿੱਥੋਂ ਗੱਲ ਸ਼ੁਰੂ ਹੋਈ ਸੀ ਜੀ। ਤੇ ਬਾਕੀ ਜਿਹੜਾ ਸਰਹੰਦ ਆ ਇਹ ਮਤਲਬ ਮੁਗਲ ਪੀਰੀਅਡ ਵੇਲੇ ਡਿਵੈਲਪ ਹੋਇਆ ਸਿਟੀ ਨਹੀਂ। ਜਿਹੜਾ ਹਿਊਮਨ ਸਾਂਗ ਵੇਲੇ ਵੀ ਇਹ ਜਿਹੜਾ ਸੀ ਉਹ ਵੀ ਲਿਖਦਾ ਵੀ ਇਹ ਉਸ ਟਾਈਮ ਇਹਦਾ ਨਾਂ ਸਰਹੰਦ ਨਹੀਂ ਸੀ, ਪਰ ਇਹਦਾ ਨਾਂ ਹੋਰ ਸੀ। ਪਰ ਇੱਥੇ ਇਹ ਬਹੁਤ ਵੱਡਾ ਵਪਾਰ ਕੇਂਦਰ ਸੀ। ਹੋ ਸਕਦਾ ਇਹਦੀ ਜਿਓਗ੍ਰਾਫਿਕਲੀ ਆਪਾਂ ਕਿਸੇ ਤਰ੍ਹਾਂ ਵੇਖੀਏ ਤੇ ਅੰਮ੍ਰਿਤਸਰ ਨੂੰ, ਆਪਾਂ ਉਦੋਂ ਅੰਮ੍ਰਿਤਸਰ ਹੈ ਨਹੀਂ ਸੀ ਏਡਾ ਸ਼ਹਿਰ, ਕੋਈ ਬਣਿਆ ਨਹੀਂ ਸੀ, ਗੁਰੂ ਰਾਮਦਾਸ ਸਾਹਿਬ ਦੇ ਵੇਲੇ ਹੀ ਆ। ਤੇ ਜਿਓਗ੍ਰਾਫਿਕਲੀ ਕੋਈ ਕਿਸੇ ਤਰ੍ਹਾਂ ਇਹ ਵਪਾਰ ਰੂਟ ਜਾਂ ਜਿਹੜੇ ਸਿਲਕ ਰੂਟ ਸੀ ਉਹਨਾਂ ਦੇ ਵਿੱਚ ਆਉਂਦਾ ਹੋਊਗਾ ਕਿਸੇ ਤਰ੍ਹਾਂ, ਜਾਂ ਦਿੱਲੀ ਤੋਂ ਪਸ਼ਾਵਰ ਵਾਲੇ ਰੂਟ ਦੇ ਉੱਤੇ ਹੋਣ ਕਰਕੇ ਕਿਸੇ ਤਰ੍ਹਾਂ, ਜਾਂ ਲਾਹੌਰ ਦੇ ਵਿੱਚ। ਪਰ ਉਦੋਂ ਉਹ ਮੈਂਸ਼ਨ ਕਰਦਾ ਆ ਸਰਹੰਦ ਬਾਰੇ। ਜੇ ਮੈਨੂੰ ਰੀਅਲੀ ਟੌਪਿਕ ਦਾ ਨਹੀਂ ਪਤਾ, ਮੈਂ ਤਾਂ ਕਰਕੇ ਕਿੰਨਾ 2 ਮਿੰਟ ਸੁਣ ਲੈਂਦਾ ਕਿ ਟੌਪਿਕ ਕਾਹਦੇ ਬਾਰੇ ਸੀ, ਤੇ ਫਿਰ ਜੇ ਮੈਂ ਸਰਹੰਦ ਬਾਰੇ ਸੁਣਿਆ ਸੀ ਬਸ। ਠੀਕ ਹੈ ਜੀ। ਇਹ ਸੀਗਾ ਜਿਹੜਾ ਟੌਪਿਕ ਸੀਗਾ ਨਾ ਆਪਣਾ ਬਾਈ ਜੀ, ਉਹਦੇ ਤੇ ਵਿੱਚ ਦਿਆ ਜੋ ਵਿਚਾਰ ਜ਼ਰੂਰ ਵੀ ਬਾਈ ਪ੍ਰਗਟ ਨੇ ਸ਼ੁਰੂ ਕੀਤਾ ਸੀ। ਇਹ ਕਹਿੰਦਾ ਵੀ ਸਾਨੂੰ ਅਕਸਰ ਕਿਹਾ ਜਾਂਦਾ, ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਨਾ ਵੀ ਤੁਸੀਂ ਇੱਕ ਤਰਫਾ ਕਾਹਤੋਂ ਪੜ੍ਹਦੇ ਹੋ। ਜਿਵੇਂ ਆਪਾਂ ਸਿੱਖ ਇਤਿਹਾਸ ਬਾਰੇ ਪੜ੍ਹਨ ਲੱਗ ਪਏ ਹੈ ਨਾ, ਤੇ ਆਪਾਂ ਨੂੰ ਕੋਈ ਕਹਿ ਦੇ ਵੀ ਤੁਸੀਂ ਤਾਂ ਇੱਕ ਤਰਫਾ ਹੀ ਪੜ੍ਹ ਰਹੇ ਹੋ, ਜਿਵੇਂ ਵੀ ਸਿਰਫ ਵਿਸ਼ਵਾਸ ਵਾਲਾ ਪੱਖ, ਤੁਸੀਂ ਦੂਸਰਾ ਪੱਖ ਕਿਉਂ ਨਹੀਂ ਦੇਖਦੇ। ਜਿਵੇਂ ਕਹਿੰਦੇ ਖੁਸ਼ਵੰਤ ਸਿੰਘ ਉਹਨਾਂ ਨੇ ਲਿਖਿਆ ਹੋਇਆ ਇਤਿਹਾਸ ਹੈ ਨਾ, ਜਾਂ ਰਾਜਮੋਹਨ ਗਾਂਧੀ ਨੇ ਲਿਖਤਾ, ਜਿਵੇਂ ਵਿੱਚ ਜੋ ਵੀ ਉਹਨਾਂ ਨੇ ਲਿਖਿਆ ਹੋਇਆ ਵੀ ਤੁਸੀਂ ਬੈਲੈਂਸਡ ਕਿਉਂ ਨਹੀਂ ਪੜ੍ਹਦੇ ਗੇ ਸਾਰਾ। ਤੇ ਇਹਦੇ ਤੇ ਸੀਗੀ ਗੱਲਬਾਤ ਹੈ ਨਾ, ਵੀ ਅਸੀਂ ਕਿਉਂ ਯਾਰ ਪੜ੍ਹਨਾ ਦੂਸਰਾ ਪੱਖ ਨੂੰ, ਅਸੀਂ ਆਪਦਾ ਪੱਖ ਪੜ੍ਹਾਂਗੇ ਨਾ, ਜੇ ਅਸੀਂ ਨਹੀਂ ਪੜ੍ਹਾਂਗੇ ਤਾਂ ਹੋਰ ਕੌਣ ਪੜ੍ਹੇਗਾ। ਤੇ ਦੂਸਰੀ ਫਿਰ ਜਿਹੜੀ ਗੱਲਬਾਤ ਹੋਈ ਸੀ ਉਹ ਇੱਕ ਕਿਤਾਬ ਬਾਰੇ ਸੀਗੀ, ਸਿਰਦੀਜੇ ਕਾਨਾ ਕੀ, ਜੇ ਨਰਿੰਦਰਪਾਲ ਸਿੰਘ ਉਹਨਾਂ ਦਾ ਨਾਵਲ ਸੀ। ਤੇ ਉਹ ਅਸੀਂ ਸੋਚਿਆ ਕਿ 2 ਹਫ਼ਤਿਆਂ ਬਾਅਦ ਕਿਸੇ ਵਧੀਆ ਕਿਤਾਬ ਦਾ ਰਿਵਿਊ ਕਰਦਿਆ ਕਰਾਂਗੇ। ਤੇ ਮੈਂ ਉਹਦੇ ਪਹਿਲੇ 2 ਪੇਜ ਪੜ੍ਹ ਕੇ ਸੁਣਾਏ ਸੀ, ਉਹ ਜਿਹਦੇ ਵਿੱਚੋਂ ਸਾਰੀ ਗੱਲਬਾਤ ਸੀ। ਸੋ ਆਹ ਚੱਲ ਰਹੀ ਸੀ। ਤਾਂ ਬਾਈ ਜੀ ਇਹਦੇ ਬਾਰੇ ਥੋੜ੍ਹਾ ਜਿਹੀ ਗੱਲਬਾਤ ਕਰੋ ਹੈ ਨਾ, ਜੇ ਤੁਸੀਂ ਕਰ ਸਕਦੇ ਹੋ ਤਾਂ। ਵੀ ਜਿਹੜੇ ਸਾਨੂੰ ਕਹਿੰਦੇ ਆ ਕਿ ਯਾਰ ਤੁਸੀਂ ਇੱਕ ਪੱਖ ਤੋਂ ਕਿਉਂ ਪੜ੍ਹਦੇ ਹੋ, ਜਿਵੇਂ ਆਪਣੇ ਇਤਿਹਾਸ ਨੂੰ ਆਪਾਂ ਪੜ੍ਹਨ ਲੱਗ ਗਏ, ਸਿੱਖ ਇਤਿਹਾਸ ਨੂੰ, ਵੀ ਤੁਸੀਂ ਸ਼ਰਧਾ ਵਿਸ਼ਵਾਸ ਵਾਲੇ ਪੱਖ ਨੂੰ ਕਿਉਂ ਜ਼ਿਆਦਾ ਵੇਖਦੇ ਹੋ, ਤੇ ਵੀ ਤਰਕ ਵਾਲੇ ਪੱਖ ਤੋਂ ਵੀ ਦੇਖੋ, ਜਾਨੀ ਜਿਨ੍ਹਾਂ ਦਾ ਕਹਿਣ ਦਾ ਮਕਸਦ ਹੈ। ਜੀ ਬਾਈ ਜੀ। ਸੰਦੀਪ ਬਾਈ ਵੀਰੇ 1 ਮਿੰਟ ਦਾ ਬਸ ਮੈਨੂੰ ਟਾਈਮ ਦਿਓ। ਮੈਂ ਇੱਥੇ ਨਾ ਉਹ ਰੀਸੈਂਟਲੀ ਨਾ ਇੱਕ ਆਰਟੀਕਲ ਜਿਹਾ ਛਪਿਆ ਸੀ ਇਹਦੇ ਮਤਲਬ ਉਹਦੇ ਬਾਰੇ, ਤੇ ਬੁੱਕ ਮੇਰੇ ਹੱਥ 'ਚ ਆ। ਬਸ ਮੈਂ 2 ਮਿੰਟ ਮੈਂ ਉਹ ਲੱਭ ਲਾਂ, ਫਿਰ ਮੈਂ ਤੁਹਾਡੇ ਕੋਲ। ਹਾਂਜੀ ਹਾਂਜੀ ਠੀਕ ਹੈ ਬਾਈ ਜੀ, ਠੀਕ ਹੈ। ਤੇ ਬਾਕੀ ਕੋਈ ਹੋਰ ਵੀਰ ਨੇ ਵੀ ਗੱਲਬਾਤ ਕਰਨੀ ਹੋਵੇ ਤਾਂ ਵੀਰੇ ਜ਼ਰੂਰ ਦੱਸਿਓ। ਤੇ ਗੁਰਸੇਵਕ ਬਾਈ ਆ ਜਾਓ, ਤੁਸੀਂ ਵੀ ਬੋਲੋ ਕੋਈ 2 ਅੱਖਰ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਕੁਲਜੀਤ ਸਿੰਘ ਖੋਸਾ ਤੇ ਜਿੰਨੇ ਵੀ ਸਾਡੇ ਹੈਗੇ ਨੇ ਸਰੋਤੇ ਨਾਲ ਜੁੜੇ ਹੋਏ। ਤੋ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਪਹਿਲੀ ਵਾਰ ਕਲੱਬ ਹਾਊਸ ਮੈਂ ਜੁਆਇਨ ਕੀਤਾ, ਤੇ ਸੋਚਿਆ ਤਾਂ ਹੀ ਸੀਗਾ ਸਰੋਤਾ ਬਣ ਕੇ ਸੁਣਨਾ, ਕਿਉਂਕਿ ਬਹੁਤ ਸੋਹਣਾ ਪ੍ਰਗਟ ਵੀਰ ਨੇ ਤੇ ਵੀਰੇ ਤੁਸੀਂ ਦੱਸ ਰਹੇ ਸੀ। ਪਰ ਜਦੋਂ ਕਿਤਾਬ ਦਾ ਜ਼ਿਕਰ ਆਇਆ ਨਾ, ਸਿਰਦੀਜੇ ਕਾਂਡ ਨਾ ਕੀਜੇ, ਸੋ ਮੈਨੂੰ ਲੱਗਾ ਕਿ ਥੋੜ੍ਹੀ ਜਿਹੀ ਇਨਪੁਟ ਜ਼ਰੂਰ ਪਾਵਾਂ, ਕਿਉਂਕਿ ਪਿਛਲੇ ਸਾਲ ਹੀ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਜਦੋਂ ਆਪਣਾ ਕਿਸਾਨੀ ਅੰਦੋਲਨ ਸ਼ੁਰੂ ਹੋਣਾ ਸੀਗਾ। ਤੇ ਉੱਤੋਂ ਜਿਹੜਾ ਆਪਣਾ ਅੱਜ ਦਾ ਵਿਸ਼ਾ ਆ ਸਿੱਖ ਇਤਿਹਾਸ ਨੂੰ ਵੇਖਣ ਤੇ ਪੜ੍ਹਨ ਦਾ ਨਜ਼ਰੀਆ ਕੀ ਹੋਵੇ, ਉਹਨਾਂ ਰਿਲੇਟ ਕਰਕੇ ਮੈਂ ਨਾ ਕੁਛ ਕੁ ਕਹਿਣਾ ਚਾਹੂੰਗਾ। ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮੈਂ ਐਜ਼ ਏ ਸਪੀਕਰ ਟੁੱਟਿਆ ਹੋਇਆ ਹੈ ਤੇ ਕਾਫੀ ਦੂਰ ਵਾਂ ਇਹਨਾਂ ਚੀਜ਼ਾਂ ਤੋਂ। ਪਰ ਕੁਲਜੀਤ ਸਿੰਘ ਖੋਸਾ ਵੀਰ, ਇੱਕ ਚੀਜ਼ ਜਿਹੜੀ ਦੇਖਣ 'ਚ ਆਈ ਹੈ ਨਾ, ਕਿ ਆਹ ਆ ਕਿ ਮੈਨੂੰ ਲੱਗਦਾ ਕਿ ਜ਼ਿਆਦਾਤਰ ਜਿਹੜੇ ਪੰਜਾਬੀ ਨੇ ਸਿੱਖ
ਸਿੱਖ ਲੋਕ ਨੇ ਉਹ ਪੰਜਾਬ ਨੂੰ ਬਿਲੋਂਗ ਕਰਦੇ ਨੇ, ਖੇਤੀਬਾੜੀ ਨੂੰ ਬਿਲੋਂਗ ਕਰਦੇ ਨੇ। ਜਿੰਨੇ ਗਹੁ ਦੇ ਨਾਲ, ਜਿੰਨੇ ਇੰਟਰਸਟ ਦੇ ਨਾਲ ਅਸੀਂ ਆਪਣੀਆਂ ਫਰਦਾਂ ਪੜ੍ਹਦੇ ਹਾਂ ਨਾ ਜ਼ਮੀਨ ਦੀਆਂ, ਸਾਨੂੰ ਉਨਾ ਹੀ ਇੰਟਰਸਟ ਸਿੱਖ ਇਤਿਹਾਸ 'ਚ ਹੋਣਾ ਚਾਹੀਦਾ ਆ, ਕਿਉਂਕਿ ਸਿੱਖ ਇਤਿਹਾਸ ਤੋਂ ਬਗੈਰ ਜੋ ਸਾਡੀ ਗਤੀ ਹੈ ਨਹੀਂ। ਜੇ ਅਸੀਂ ਦੂਰ ਨਾ ਜਾਈਏ, ਅਸੀਂ ਇੱਕ ਸਾਲ ਦੇ ਵਿੱਚ ਜਿਹੜੇ 11 ਮਹੀਨੇ ਲੰਘੇ ਨਾ, ਇਹ 'ਚ ਸਾਨੂੰ ਸਿੱਖਣ ਨੂੰ ਮਿਲ ਗਿਆ ਬਹੁਤ। ਮੈਂ ਕਹਿੰਦਾ ਵਧੀਆ ਹੋਇਆ ਤੁਸੀਂ ਇਹ ਕਿਤਾਬ ਮੈਨੂੰ ਭੇਜੀ ਸੀ ਪਿਛਲੇ ਸਾਲ, ਜਦੋਂ ਮੈਂ ਨਾਵਲ ਹਜੇ ਪੜ੍ਹ ਕੇ ਹਟਿਆ ਸੀ, ਉਦੋਂ ਹੀ ਸਾਡਾ ਅੰਦੋਲਨ ਚੱਲ ਪਿਆ। ਏਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਹੂ ਬਹੂ ਚੱਲ ਰਿਹਾ ਆ, ਸਾਡੇ ਨਾਲ ਹੂ ਬਹੂ ਹੋ ਰਿਹਾ ਜੋ ਇਹਦੇ ਵਿੱਚ ਨਾਵਲ 'ਚ ਲਿਖਿਆ ਹੋਇਆ। ਇਹਦਾ ਮੈਂ ਉੱਥੇ ਸ਼ੰਭੂ ਜਦੋਂ ਮੌਕਾ ਮਿਲਿਆ ਸੀ ਨਾ, ਅਸੀਂ ਗਏ ਸੀ ਇੱਥੇ ਜੋ ਸ਼ੰਭੂ ਮੋਰਚਾ ਲੱਗਾ ਸੀ, ਉੱਥੇ ਜਾਣ ਦਾ ਮੌਕਾ ਮਿਲਿਆ। ਉੱਥੇ ਵੀ ਮੈਂ ਜ਼ਿਕਰ ਕੀਤਾ ਸੀਗਾ ਕਿ ਨਰਿੰਦਰ ਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਸਿੱਖ ਹੀ ਸਰਵਾਈਵ ਕਰ ਸਕਦੇ ਨੇ, ਇਹ 'ਚ ਦੋ ਰਾਏ ਨਹੀਂ। ਆਹ ਨਹੀਂ ਗੱਲ ਕਿ ਮੈਂ ਸਿੱਖ ਹਾਂ ਤਾਂ ਮੈਂ ਤਾਂ ਕਹਿ ਰਿਹਾ। ਤੇ ਜੇ ਨਿਊਟਰਲ ਦੀ ਜਿਹੜੀ ਗੱਲ ਕਰਦੇ ਨੇ ਲੋਕ ਬਹੁਤੇ ਕਿ ਨਿਊਟਰਲ ਰਹਿ ਕੇ ਚੱਲੋ ਜਾਂ ਦੂਸਰਾ ਪੱਖ ਪੜ੍ਹੋ, ਸੋ ਸਾਨੂੰ ਜਾਣੀ ਕਿ ਇਤਿਹਾਸ 'ਚ ਹੀ ਪਤਾ ਲੱਗਣਾ ਕਿ ਇੱਕ ਸਿੱਖ ਹੀ ਸਰਵਾਈਵ ਕਰ ਸਕੇ। ਜ਼ਮੀਨ, ਇੱਕ ਜਿਹੜੀ ਜ਼ਮੀਨ ਆ ਉਹ ਸਿੱਖਾਂ ਨੂੰ ਹੀ ਰੱਖ ਸਕੀ। ਜਿੰਨੀ ਵਾਰ ਅਸੀਂ ਸਿੱਖੀ ਤੋਂ ਦੂਰ ਹੋਏ ਹਾਂ, ਦੇਖ ਲਓ ਅਸੀਂ ਟੁੱਟਦੇ ਜਾ ਰਹੇ ਹਾਂ। ਫਿਰ ਜਿੰਨਾ ਅਸੀਂ ਦੂਰ ਹੁੰਦੇ ਹਾਂ, ਸਾਡੇ ਕੋਲ 11 ਮਹੀਨਿਆਂ ਦੀਆਂ ਐਗਜ਼ਾਮਪਲਸ ਨੇ। ਸੋ ਮੈਂ ਇਹੀ ਕਹਾਂਗਾ, ਲੌਂਗ ਸਟੋਰੀ ਸ਼ਾਰਟ ਜਦੋਂ ਅੰਗਰੇਜ਼ੀ 'ਚ ਕਹਿੰਦੇ ਆ ਕਿ ਕਿੰਨੇ ਕੁ ਪਿਆਰ ਦੇ ਨਾਲ ਜਾਂ ਕਿਸ ਨਜ਼ਰੀਏ ਦੇ ਨਾਲ ਸਿੱਖ ਇਤਿਹਾਸ ਪੜ੍ਹਨਾ ਆ। ਦੂਸਰੇ ਪੱਖ ਬਾਰੇ ਤੁਸੀਂ ਬੈਟਰ ਦੱਸ ਸਕਦੇ ਨੇ, ਪ੍ਰਗਟ ਵੀਰ ਬਹੁਤ ਸੋਹਣਾ ਦੱਸ ਕੇ ਗਏ ਨੇ, ਜਾਂ ਹੋਰ ਸਰੋਤੇ ਨੇ ਉਹ ਮਤਲਬ ਬੈਟਰ ਤਰੀਕੇ ਨਾਲ ਦੱਸ ਸਕਦੇ ਨੇ। ਪਰ ਮੈਂ ਇੰਨਾ ਕਹਾਂਗਾ ਜਿਹੜੇ ਜ਼ਿਮੀਂਦਾਰ ਨਾਲ ਜੁੜੇ ਹੋਏ ਆ ਨਾ, ਜਿਹੜੇ ਸਿੱਖ ਨੇ, ਜਿੰਨੇ ਗਹੁ ਦੇ ਨਾਲ, ਜਿੰਨੇ ਪ੍ਰੇਮ ਦੇ ਨਾਲ ਆਪਣੀਆਂ ਫਰਦਾਂ ਪੜ੍ਹਦੇ ਨੇ, ਉਨੇ ਗਹੁ ਦੇ ਨਾਲ ਇਤਿਹਾਸ ਪੜ੍ਹਨਗੇ, ਕਿਉਂਕਿ ਇਹੀ ਸਾਡਾ ਸਰਮਾਇਆ ਆ, ਇਹੀ ਸਾਡੇ ਕੋਲ, ਤਾਂ ਹੀ ਅੱਗੇ ਸਰਵਾਈਵ ਕਰ ਸਕਾਂਗੇ ਜੇ ਸਾਨੂੰ ਇਤਿਹਾਸ ਦੇ ਬਾਰੇ ਅਸੀਂ ਜਾਣੂ ਹੋਵਾਂਗੇ। ਸੋ ਇੰਨਾ ਹੀ ਅੱਜ ਕਹਾਂਗਾ, ਤੇ ਅਗਲੇ ਪ੍ਰੋਗਰਾਮਾਂ 'ਚ ਜ਼ਰੂਰ ਮੈਂ ਆਪਣੀ ਇਨਪੁਟ ਦਿਆ ਕਰਾਂਗਾ। ਧੰਨਵਾਦ। ਹਾਂਜੀ ਵੀਰੇ, ਮੈਂ ਨਾ ਆਰਟੀਕਲ ਆ ਇਹਦਾ ਪੜ੍ਹ ਸਕਦਾ, ਮੇਰੇ ਕੋਲ 2 ਮਿੰਟ ਹੈਗੇ? ਹਾਂਜੀ ਜ਼ਰੂਰ ਜੀ, ਜਿੰਨਾ। ਹਾਂ, ਇਹ ਹਾਵਰਡ ਜੇਨ ਆ, ਉਹਦਾ ਤੇਗਿੰਦਰ ਨੇ ਉਹਦਾ ਐਸੇ ਕੀਤਾ ਆ, ਅਮਰੀਕਨ ਯੂਨੀਵਰਸਿਟੀ ਦਾ ਪ੍ਰੋਫੈਸਰ ਆ, ਤੇ ਉਹਨੇ ਮਤਲਬ ਬੁੱਕ ਲਿਖੀ ਆ ਦ ਪੋਲੀਟਿਕਸ ਆਫ ਹਿਸਟਰੀ। ਤੇ ਦ ਪੋਲੀਟਿਕਸ ਆਫ ਹਿਸਟਰੀ ਦੇ ਉਹਦੇ ਵਿੱਚੋਂ ਜੋ ਉਹਨੇ ਮੈਨਸ਼ਨ ਕੀਤਾ ਆ, ਉਹਨੂੰ ਉਹਨੇ ਕੱਢਿਆ ਆ। ਮੈਂ ਉਹਦਾ ਹੀ ਕੱਢਦਾ। ਮਤਲਬ ਬੇਸਿਕਲੀ ਕੀ ਹੋਇਆ ਕਿ 1913-14 ਦੇ ਵਿੱਚ ਇੱਕ ਲੁਡਲੂ ਦਾ ਕਤਲੇਆਮ ਹੋਇਆ ਸੀ। ਉੱਥੇ ਅਮਰੀਕਨ ਕੋਈ ਨਾ ਰੌਕਫੈਲਰ ਹੀ, ਉਹਨਾਂ ਦੀਆਂ ਖਾਣਾਂ 'ਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਸੀ, ਮਜ਼ਦੂਰਾਂ ਨੇ ਆਪਣੀ ਹੜਤਾਲ ਕੀਤੀ, ਤੇ ਹੜਤਾਲ ਤੋੜਨ ਨੂੰ ਕੋਲੋਰਾਡੋ ਜਿਹੜਾ ਆ, ਉੱਥੋਂ ਦੇ ਨੈਸ਼ਨਲ ਗਾਰਡਾਂ ਨੇ ਇੱਥੇ ਮਜ਼ਦੂਰਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਹਮਲਾ ਕਰਕੇ ਔਰਤਾਂ ਤੇ ਬੱਚਿਆਂ ਨੂੰ ਜਿੰਦਾ ਜਲਾ ਦਿੱਤਾ ਸੀ। ਤੇ ਇਹਦੀ ਕਿਤੇ ਵੀ ਹਿਸਟੋਰੀਕਲੀ ਕਿਤੇ ਵੀ ਇਹ ਮਿਲਦਾ ਨਹੀਂ। ਜਦੋਂ ਉਹਦੇ ਬਾਰੇ ਉਹਨੇ ਰਿਸਰਚ ਕੀਤੀ ਤੇ ਉਹਨੂੰ ਕਿਤੇ ਨਹੀਂ ਮਿਲਿਆ। ਫਿਰ ਉਹਨੇ ਇਹ ਵੇਖਿਆ ਕਿ ਇਤਿਹਾਸ ਜਿਹੜਾ ਆ, ਉਹ ਜ਼ਰੂਰੀ ਨਹੀਂ ਕਿ ਉਹ ਇਤਿਹਾਸ ਦੇ ਵਿੱਚ ਮਤਲਬ ਇੱਕ ਪਾਸੜ ਹੀ ਹੁੰਦਾ ਹਮੇਸ਼ਾ। ਤੇ ਫਿਰ ਉਹਨੇ ਜੋ ਉਹਦਾ ਨਜ਼ਰੀਆ ਆ, ਉਹ ਮੈਂ ਹੂ ਉਹਦਾ ਬੋਲਦਾ। ਕਹਿੰਦਾ ਇਤਿਹਾਸ ਵੀ ਇੱਕ ਨਫੀਸ ਹਸਤੀ ਹੈ, ਦੋਵੇਂ ਇੱਕੋ ਜਿਹੀਆਂ ਭੂਮਿਕਾ ਨਿਭਾਉਂਦੇ ਹਨ, ਦੋਵੇਂ ਹੀ ਅਮੂਰਤ ਹਨ। ਰੱਬ ਬਾਰੇ ਗੱਲ ਕਰਦਾ, ਰੱਬ ਬਾਰੇ ਤੇ ਇਤਿਹਾਸ ਬਾਰੇ। ਰੱਬ ਨੂੰ ਕਹਿੰਦਾ ਇਤਿਹਾਸ ਨੂੰ ਪੁਕਾਰਨਾ ਰੱਬ ਨੂੰ ਪੁਕਾਰਨ ਦੇ ਬਰਾਬਰ ਹੈ, ਕਿਉਂਕਿ ਰੱਬ ਦੀ ਤਰ੍ਹਾਂ ਇਤਿਹਾਸ ਵੀ ਇੱਕ ਨਫੀਸ ਹਸਤੀ ਹੈ, ਦੋਵੇਂ ਇੱਕੋ ਜਿਹੀਆਂ ਭੂਮਿਕਾ ਨਿਭਾਉਂਦੇ ਹਨ, ਦੋਵੇਂ ਹੀ ਅਮੂਰਤ ਹਨ। ਰੱਬ ਤੇ ਇਤਿਹਾਸ ਦੋਵੇਂ ਅਸਲੀਅਤ ਵਿੱਚ ਨਿਰਾਰਥ ਰਹਿੰਦੇ ਹਨ ਜਦੋਂ ਤੱਕ ਉਹਨਾਂ ਵਿੱਚ ਕੋਈ ਅਰਥ ਨਹੀਂ ਭਰਦਾ। ਜਿਵੇਂ ਕੋਈ ਇਹ ਨਹੀਂ ਕਹਿ ਸਕਦਾ ਕਿ ਰੱਬ ਨੇ ਤੁਹਾਡੇ ਲਈ ਕੀ ਹੁਕਮ ਲਿਖੇ ਹਨ, ਇਸੇ ਤਰ੍ਹਾਂ ਇਤਿਹਾਸ ਬਾਰੇ ਵੀ ਕੋਈ ਨਹੀਂ ਦੱਸ ਸਕਦਾ ਕਿ ਇਤਿਹਾਸ ਅਸਲ ਵਿੱਚ ਤੁਹਾਡੇ ਲਈ ਕੀ ਹੁਕਮ ਦਿੰਦਾ ਹੈ। ਇਹ ਦੋਵੇਂ ਖਾਲੀ ਬਰਤਨ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਢੰਗ ਨਾਲ ਜਿਵੇਂ ਚਾਹੋ ਭਰ ਸਕਦੇ ਹੋ। ਇਤਿਹਾਸ ਵਿੱਚ ਅਜਿਹੇ ਵਾਕਿਆਤ ਹਨ ਜਦੋਂ ਰੱਬ ਰਾਜਨੀਤਿਕ ਸੱਤਾ ਦਬਾਉਣ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਇਤਿਹਾਸ ਨੂੰ ਆਵਾਜ਼ ਮਾਰੀ ਜਾਂਦੀ ਹੈ। ਇਸ ਦੇ ਤਹਿਤ ਤੱਥਾਂ ਨੂੰ ਨਵੇਂ ਸਿਰੇ ਤੋਂ ਜੋੜ ਕੇ ਨਵੀਂ ਵਿਆਖਿਆ ਨਾਲ ਆਪਣੇ ਧਰਮ, ਨਸਲ, ਜਾਤ, ਇਲਾਕਾ, ਭਾਸ਼ਾ ਅਤੇ ਸੱਭਿਆਚਾਰ ਨੂੰ ਉੱਤਮ ਦੱਸ ਕੇ ਸੱਤਾ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ। 20ਵੀਂ ਸਦੀ ਦੇ ਆਖਰੀ ਅੱਧ ਵਿੱਚ ਪਹਿਚਾਣ ਦੀ ਰਾਜਨੀਤੀ ਦੇ ਸਹਾਰੇ ਆਪਣੇ ਆਪਣੇ ਇਤਿਹਾਸ ਦੇ ਨਾਂ ਹੇਠ ਵੱਖ-ਵੱਖ ਦੇਸ਼ਾਂ ਵਿੱਚ ਸੱਤਾ ਧਿਆਈ ਗਈ ਤੇ ਨਵੇਂ ਦੇਸ਼ ਵੀ ਬਣੇ, ਜਿਵੇਂ ਈਸਟ ਤੈਮੂਰ, ਮੌਂਟੇਨੇਗਰੋ, ਸਰਬੀਆ, ਕੋਸੋਵੋ, ਸਾਊਥ ਸੁਡਾਨ ਅਤੇ ਰਵਾਂਡਾ। ਅੱਜ ਇੱਕ ਵਾਰੀ ਫੇਰ ਇਤਿਹਾਸ ਨੂੰ ਵਧੇਰੇ ਪੁਕਾਰਿਆ ਜਾ ਰਿਹਾ ਹੈ। ਅਮਰੀਕਾ ਤੋਂ ਲੈ ਕੇ ਯੂਰਪ ਤੇ ਏਸ਼ੀਆ ਦੇ ਦੇਸ਼ਾਂ ਵਿੱਚ ਬਹੁਗਿਣਤੀ ਭਾਈਚਾਰੇ ਦੇ ਦ੍ਰਿਸ਼ਟੀਕੋਣ ਤੋਂ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਦ੍ਰਿਸ਼ਟੀਕੋਣ ਅਧੀਨ ਵੱਖ-ਵੱਖ ਨਸਲੀ ਗਰੁੱਪਾਂ ਵਿੱਚ ਬੇਵਿਸ਼ਵਾਸੀ ਵਧਾਉਣ ਅਤੇ ਪੁਰਾਣੇ ਨਫ਼ਰਤ ਭਰੇ ਕਾਰਨਾਮਿਆਂ ਨੂੰ ਮੁੜ ਸੁਰਜੀਤ ਕਰਨ ਲਈ ਇਤਿਹਾਸ ਦਾ ਸਹਾਰਾ ਲਿਆ ਜਾ ਰਿਹਾ ਹੈ।
ਕਿਉਂਕਿ ਅਤੀਤ ਬਾਰੇ ਵਿਵਾਦ ਭਾਈਚਾਰਿਆਂ ਵਿੱਚ ਅਸਹਿਣਸ਼ੀਲਤਾ ਪੈਦਾ ਕਰਨ, ਦੁਸ਼ਮਣੀ ਵਧਾਉਣ ਅਤੇ ਹਿੰਸਕ ਕਾਰਵਾਈਆਂ ਨੂੰ ਉਤਸ਼ਾਹਿਤ ਕਰਦਾ ਹੈ। ਇਸ ਦੇ ਤਹਿਤ ਜਿੱਥੇ ਇੱਕ ਪਾਸੇ ਦੇਸ਼ ਵਿੱਚ ਕੌਮੀ ਭਾਵਨਾ ਨੂੰ ਬਹੁਗਿਣਤੀ ਦੇ ਧਰਮ, ਨਸਲ, ਭਾਸ਼ਾ ਨਾਲ ਲਬਰੇਜ਼ ਕਰਕੇ ਅਤੇ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਦੂਸਰੇ ਪਾਸੇ ਕਿਸੇ ਇੱਕ ਫਿਰਕੇ ਨਾਲ, ਨਸਲ ਜਾਂ ਧਿਰ ਨੂੰ ਦੁਸ਼ਮਣ ਮੰਨ ਲਿਆ ਜਾਂਦਾ ਹੈ। ਪੂਰੇ ਦੇਸ਼ ਨੂੰ ਹਿਸਟੀਰੀਆ, ਪਾਗਲਪਨ ਦੀ ਪੱਧਰ ਤੇ ਇਕਮੁੱਠ ਕਰਕੇ ਆਪਣੇ ਹੱਕਾਂ ਵਿੱਚ ਵੋਟਾਂ ਭੁਗਤਾ ਕੇ ਸੱਤਾ ਹਥਿਆਈ ਜਾਂਦੀ ਹੈ। ਮਤਲਬ ਇਹ ਐਂ ਲੱਗਦਾ ਜਿੱਦਾਂ ਇੰਡੀਆ ਨੂੰ ਮੁੱਖ ਰੱਖ ਕੇ ਲਿਖਿਆ ਹੋਇਆ, ਪਰ ਇਹਨੇ ਅਮਰੀਕਨ ਇਹ ਬੰਦਾ ਸੀ ਤੇ ਉਹਨੇ ਉਹ ਦੇਖਿਆ ਤੇ ਵੇਖੋ ਵੀ ਉਹਦੀ ਕੰਸੈਪਟ ਦੀ ਯੂਨੀਵਰਸਲਾਈਜੇਸ਼ਨ ਕਿਵੇਂ ਆ। ਕਿ ਅੱਗੇ ਫਿਰ ਲਿਖਦਾ ਆ, ਜਦੋਂ ਅਸੀਂ ਇਤਿਹਾਸ ਪੜ੍ਹਦੇ ਨਹੀਂ ਤਾਂ ਇਸ ਨੂੰ ਭੁੱਲ ਜਾਂਦੇ ਹਾਂ ਤਾਂ ਅਜਿਹਾ ਵਾਪਰਦਾ ਹੈ। ਜੇ ਤੁਸੀਂ ਇਤਿਹਾਸ ਨਹੀਂ ਜਾਣਦੇ ਤਾਂ ਇਹ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਤੁਸੀਂ ਕੱਲ੍ਹ ਜੰਮੇ ਹੋ। ਜੇ ਤੁਸੀਂ ਕੱਲ੍ਹ ਜੰਮੇ ਹੋ ਤਾਂ ਕੋਈ ਵੀ ਸੱਤਾਧਾਰੀ ਵਿਅਕਤੀ ਮਾਈਕਰੋਫੋਨ ਜਾਂ ਟੀਵੀ ਦੀ ਸਕਰੀਨ ਤੇ ਆ ਕੇ ਤੁਹਾਨੂੰ ਕਹੇਗਾ ਆਪਾਂ ਦੁਨੀਆ ਦੇ ਉਸ ਕੋਨੇ, ਅਫਗਾਨਿਸਤਾਨ, ਜਿਵੇਂ ਵੀਅਤਨਾਮ, ਇਰਾਕ ਆਦਿ ਵਿੱਚ ਲੜਾਈ ਕਰਨ ਜਾਣਾ ਹੈ। ਇਸ ਦੇ ਲਈ ਉਹ ਚੰਗਾ ਕਾਰਨ ਦੱਸੇਗਾ ਜਾਂ ਦੂਸਰਾ ਤੁਸੀਂ ਉਸ ਦੀ ਗੱਲ ਉੱਪਰ ਇੱਕਦਮ ਸਹਿਮਤ ਹੋ ਜਾਵੋਗੇ ਕਿਉਂਕਿ ਤੁਹਾਡੇ ਕੋਲ ਇਸ ਨੂੰ ਜਾਂਚਣ ਪਰਖਣ ਵਾਸਤੇ ਕੋਈ ਮਾਪਦੰਡ ਨਹੀਂ ਹੈ। ਅਜਿਹਾ ਤਾਂ ਹੀ ਵਾਪਰਦਾ ਹੈ ਕਿਉਂਕਿ ਅਸੀਂ ਇਤਿਹਾਸਕ ਤੌਰ ਤੇ ਅਨਪੜ੍ਹ ਹੁੰਦੇ ਹਾਂ। ਇਤਿਹਾਸ ਸਾਨੂੰ ਇੱਕ ਤਰਫਾ ਪੜ੍ਹਾਇਆ ਜਾਂਦਾ ਹੈ। ਕਿਸੇ ਵੀ ਇਤਿਹਾਸਕ ਘਟਨਾ ਦੀਆਂ ਕਈ ਤੰਦਾਂ ਹੁੰਦੀਆਂ ਹਨ। ਕਿਹੜੀ ਤੰਦ ਨੂੰ ਲੈ ਕੇ ਇਤਿਹਾਸਕਾਰ ਜਾਂ ਰਾਜਨੀਤੀਵਾਨ ਆਪਣਾ ਡਿਸਕੋਰਸ ਸਿਰਜਦੇ ਹਨ ਜਾਂ ਕਿਹੜੀਆਂ ਨੂੰ ਯਾਦਾਸ਼ਤ ਵਿੱਚੋਂ ਖਾਰਜ ਕਰਦੇ ਹਨ, ਇਹ ਇਤਿਹਾਸ ਤੈਅ ਨਹੀਂ ਕਰਦਾ। ਇਹ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਲਈ ਲੜ ਰਹੀਆਂ ਧਿਰਾਂ ਨਿਰਧਾਰਿਤ ਕਰਦੀਆਂ ਹਨ, ਜਿਨ ਦੇ ਅਨੁਸਾਰ ਸਾਰਾ ਇਤਿਹਾਸ ਹੀ ਸਬਜੈਕਟਿਵ ਹੈ ਤੇ ਸਾਰੇ ਦਾ ਸਾਰਾ ਹੀ ਕਿਸੇ ਨਾ ਕਿਸੇ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਦਾ ਹੈ। ਇਤਿਹਾਸ ਅਣਗਿਣਤ ਤੱਥਾਂ ਵਿੱਚੋਂ ਕੁਝ ਨੂੰ ਚੁਣ ਕੇ ਲਿਖਿਆ ਜਾਂਦਾ ਹੈ ਤੇ ਹਰ ਕੋਈ ਇਸ ਦੀ ਚੋਣ ਆਪਣੇ ਮੁੱਲਾਂ ਦੇ ਆਧਾਰ ਅਤੇ ਜੋ ਉਸ ਨੂੰ ਮਹੱਤਵਪੂਰਨ ਲੱਗਦਾ ਹੈ ਮੁਤਾਬਕ ਕਰਦਾ ਹੈ। ਇੱਕ ਇਤਿਹਾਸਕਾਰ ਇੱਕ ਤੱਥ ਨੂੰ ਮਹੱਤਵਪੂਰਨ ਆਖਦਾ ਹੈ ਤੇ ਦੂਸਰਾ ਕਿਸੇ ਹੋਰ ਨੂੰ। ਵਰਤਮਾਨ ਦੀ ਰਾਜਨੀਤੀ ਅਨੁਸਾਰ ਆਪਣਾ ਆਪਣਾ ਭੂਤਕਾਲ ਬਦਲਿਆ ਜਾਂਦਾ ਹੈ। ਇਸ ਤਰ੍ਹਾਂ ਇਤਿਹਾਸ ਅਲੱਗ-ਅਲੱਗ ਦ੍ਰਿਸ਼ਟੀਕੋਣ, ਵਿਆਖਿਆਵਾਂ ਅਤੇ ਨਿਰਣਿਆਂ ਨੂੰ ਪੇਸ਼ ਕਰਦਾ ਹੈ। ਇਹਦਾ ਨਾਮ ਜਿਹੜਾ ਹਾਵਰਡ ਜਿਨ ਬਹੁਤ ਹੀ ਸੂਝਵਾਨ ਪ੍ਰਤੀਵਿਰਤੀ ਦਾ ਮੁਜ਼ਾਹਰਾ ਕਰਦਾ ਹੋਇਆ ਕਹਿੰਦਾ ਹੈ ਕਿ ਇਤਿਹਾਸ ਵਿੱਚ ਕਿਸੇ ਵਿਅਕਤੀ, ਧਰਮ, ਜਾਤ, ਨਸਲ ਆਦਿ ਨੂੰ ਦੋਸ਼ੀ ਕਰਾਰ ਦੇਣਾ ਭਵਿੱਖ ਤੇ ਨਿਰਭਰ ਕਰਦਾ ਹੈ, ਨਾ ਕਿ ਭੂਤਕਾਲ ਉੱਪਰ। ਸੋ ਚਾਹੀਦਾ ਇਹ ਹੈ ਕਿ ਇਤਿਹਾਸਕਾਰ ਆਪਣਾ ਬਹੁਤ ਵਧੀਆ ਗੱਲ ਲਿਖੀ ਇਹਨੇ, ਕਹਿੰਦਾ ਸੋ ਚਾਹੀਦਾ ਇਹ ਹੈ ਕਿ ਇਤਿਹਾਸਕਾਰ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰੇ। ਮੈਂ ਇਸ ਦ੍ਰਿਸ਼ਟੀਕੋਣ ਤੋਂ ਇਤਿਹਾਸ ਨੂੰ ਦੇਖਿਆ ਹੈ, ਇਹ ਮੇਰਾ ਨਜ਼ਰੀਆ ਹੈ। ਉਹ ਕਹਿੰਦਾ ਕਿ ਲਿਖ ਦੇਣਾ ਚਾਹੀਦਾ, ਇਹ ਗੱਲ ਸਪਸ਼ਟ ਲਿਖੀ ਜਾਵੇ ਕਿ ਮੈਂ ਨਿਰਪੱਖਤਾ ਦਾ ਦਾਅਵਾ ਨਹੀਂ ਕਰਦਾ। ਉਸਨੇ ਆਪਣਾ ਧਿਆਨ ਉਹਨਾਂ ਤੱਥਾਂ ਜਾਂ ਘਟਨਾਵਾਂ ਉੱਪਰ ਕੇਂਦਰਿਤ ਕੀਤਾ ਹੈ ਜਿਸ ਵਿੱਚ ਉਸਦੀ ਦਿਲਚਸਪੀ ਸੀ। ਇਸ ਨੂੰ ਲਿਖਣ ਦਾ ਮੁੱਖ ਨਿਸ਼ਾਨਾ ਇਸ ਵਿੱਚ ਅਮਰੀਕਨ ਇਤਿਹਾਸ ਦੇ ਉਹ ਭਾਗ ਸ਼ਾਮਲ ਕਰਨਾ ਸੀ ਜਿਸ ਉੱਪਰ ਸਰਸਰੀ ਜਿਹੀ ਨਜ਼ਰ ਮਾਰ ਕੇ ਲੰਘਿਆ ਜਾ ਸਕਦਾ ਹੈ ਜੋ ਅਮਰੀਕਾ ਦੀ ਵੱਡੀ ਪਿਕਚਰ ਲਈ ਕਾਨੂੰਨ ਮੁਨਾਸਬ ਹੈ। ਇਹ ਸਾਰਾ ਆਰਟੀਕਲ ਹੀ ਵੈਸੇ ਵਧੀਆ ਆ, ਬਸ ਬੇਸਿਕਲੀ ਮੈਂ ਆਹ ਚੀਜ਼ ਜਿਹੜੀ ਹੈ ਦੱਸੀ। ਠੀਕ ਹੈ। ਹਾਂਜੀ ਵੀਰੇ, ਬਹੁਤ ਧੰਨਵਾਦ। ਤੁਸੀਂ ਤਾਂ ਥੋੜੀ ਕਮੀ ਪੂਰੀ ਕਰਤੀ ਰਹਿੰਦੀ। ਬਾਕੀ ਆ ਜਿਹੜੇ ਵੀਰ ਆਏ ਨੇ ਸਾਰਿਆਂ ਨੂੰ ਜੀ ਆਇਆਂ। ਬਾਈ ਤੇ ਜਸਦੀਪ ਸਿੰਘ, ਜਨੋਦਾ ਵੀ ਆਏ ਹੋਏ ਨੇ, ਦਲਵਿੰਦਰ ਸਿੰਘ ਬਾਈ, ਹੋਰ ਸਾਰੇ ਵੀਰਾਂ ਦਾ ਧੰਨਵਾਦ। ਤਾਂ ਬਾਈ ਗੁਰਤੇਜ ਸਿੰਘ ਆ ਚੁੱਕੇ ਨੇ। ਬਾਈ ਗੁਰਤੇਜ ਸਿੰਘ ਜੀ ਆ ਜਾਓ, ਜੀ ਆਏ ਨੇ। ਹਾਂਜੀ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਡਰਾਈਵ ਕਰਦਾ, ਜੇ ਬਾਹਲਾ ਰੌਲਾ ਪੈਂਦਾ ਦੱਸ ਦਿਓ ਫਿਰ ਮੈਂ। ਨਾ ਜੀ ਨਾ ਕੋਈ ਗੱਲ ਨਹੀਂ, ਬੋਲੋ ਤੁਸੀਂ। ਅੱਛਾ, ਪਹਿਲਾਂ ਸੰਦੀਪ ਬਾਈ ਮੈਨੂੰ ਆਹ ਭੇਜ ਦੋਗੇ ਤੁਸੀਂ ਫੇਸਬੁੱਕ ਦੇ ਉੱਤੇ ਆ ਜਿਹੜਾ ਪੜਿਆ ਸਾਰਾ। ਦੂਜੇ ਨੰਬਰ ਤੇ ਮੈਂ ਸੰਦੀਪ ਬਾਈ ਦੀ ਗੱਲ 'ਚ ਹੀ ਐਡ ਕਰਦਾ ਇੱਕ ਦੋ ਜੀ। ਆਪਣੇ ਮੈਨੂੰ ਬਾਅਦ 'ਚ ਹੀ ਸਮਝ ਆਇਆ ਸੰਦੀਪ ਬਾਈ ਵਾਲੇ ਤੋਂ, ਮੈਨੂੰ ਪਹਿਲਾਂ ਵਿਸ਼ਾ ਵਾਲਾ ਸਮਝ ਨਹੀਂ ਆਇਆ ਵੀ ਆਪਾਂ ਗੱਲ ਕਿੱਧਰ ਨੂੰ ਤੋਰਨੀ ਹੈ ਨਾ। ਤੇ ਇਤਿਹਾਸ ਦਾ ਜਿਹੜਾ ਇੱਕ ਤਾਂ ਆਪਾਂ ਜੇ ਵੈਸਟਰਨ ਕਿਸੇ ਫਿਲਾਸਫਰ ਦੀ ਲੈਣੀ ਹੋਵੇ, ਜਿੱਦਾਂ ਟੀ ਐਚ ਕਾਰ ਆ ਨਾ, ਟੀ ਐਚ ਕਾਰ ਕਹਿੰਦਾ ਮਤਲਬ ਉਹਨੂੰ ਹਿਸਟਰੀ ਦਾ ਬਹੁਤ ਵੱਡਾ ਇੰਟਰਪ੍ਰੀਟੇਟਰ ਮੰਨਿਆ ਜਾਂਦਾ ਵੀ ਉਹ ਉਹਨੇ ਜਿਹੜੀ ਇੰਟਰਪ੍ਰੀਟੇਸ਼ਨ ਕੀਤੀ ਹੈ, ਵਿਆਖਿਆ ਕੀਤੀ ਹੈ ਹਿਸਟਰੀ ਦੀ, ਉਹ ਬਹੁਤ ਲੋਕ ਸਹਿਮਤ ਨੇ ਉਹਦੇ ਨਾਲ। ਉਹਦੀ ਇੱਕ ਕੋਟ ਆ, ਉਹ ਕੋਟ ਨੂੰ ਆਪਾਂ ਜੇ ਸਿੱਖ ਸੰਦਰਭ ਦੇ ਵਿੱਚ ਦੇਖਣਾ ਹੋਵੇ, ਭਾਵ ਕਿ ਜੇ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ, ਕਾਫੀ ਜੱਚਦੀ ਆ। ਉਹ ਕਹਿੰਦਾ ਮੰਨ ਲਓ ਤੱਥਾਂ ਦੀ ਅਣਹੋਂਦ ਦੇ ਵਿੱਚ ਵੀ ਇਤਿਹਾਸ ਆ ਜਿਹੜਾ
ਉਹ ਕਿਹਾ ਜਾ ਸਕਦਾ ਵੀ ਇਤਿਹਾਸ ਆ, ਉਹਨੂੰ ਤੱਥਾਂ ਦੀ ਜਾਂ ਸਨਾਂ ਦੀ ਹੈ ਨਾ ਜਾਂ ਇਸ ਤਰ੍ਹਾਂ ਦੀ ਕੋਈ ਉਹਦਾ ਗੁਲਾਮ ਨਹੀਂ ਆ। ਸੋ ਇਦੋਂ ਅੱਗੇ ਜੇ ਫਿਰ ਆਪਾਂ ਆਪਣੇ ਸਕੋਲਰਾਂ ਦੀ ਗੱਲ ਕਰੀਏ, ਪ੍ਰੋਫੈਸਰ ਪੂਰਨ ਸਿੰਘ ਤਾਂ ਬਹੁਤ ਵੱਡੇ ਲੈਵਲ ਵਾਲੀ ਗੱਲ ਕਰਦੇ ਆ ਨਾ। ਉਹ ਕਹਿੰਦੇ ਆ ਜਿਹੜਾ ਖਾਲਸੇ ਦਾ ਇਤਿਹਾਸ ਆ ਨਾ, ਜਿਹੜਾ ਅਕਾਲ ਦਾ ਇਤਿਹਾਸ ਆ, ਵੀ ਅਕਾਲ ਦਾ ਇਤਿਹਾਸ ਹੈਗਾ ਵੀ ਉਹ ਜਿਹੜਾ ਕਾਲ ਦੇ ਵਿੱਚ ਬੰਨ੍ਹ ਕੇ ਨਹੀਂ ਕਿਹਾ ਜਾ ਸਕਦਾ। ਕਾਲ ਭਾਵ ਕਿ ਸਮਾਂ, ਜਿੱਥੇ ਸਮੇਂ ਦੀ ਲੋੜ ਆ, ਤੱਤ ਦੀ ਲੋੜ ਆ, ਕਿਹੜੀ ਤਰੀਕ ਨੂੰ ਕਿ ਉਹ ਹੈ ਨਾ, ਵੀ ਜਿਹੜਾ ਅਕਾਲ ਆ ਉਹ ਸਮੇਂ ਤੋਂ ਰਹਿਤ ਆ। ਇਸ ਲਈ ਵੀ ਜਿਹੜਾ ਖਾਲਸੇ ਦਾ ਇਤਿਹਾਸ ਜਦੋਂ ਕਹਿਣਾ, ਉਹ ਕੋਈ ਘਟਨਾਵਾਂ ਦਾ ਸਮੂਹ ਨਹੀਂ ਹੋਣਾ ਵੀ ਆਹ ਘਟਨਾ ਇੱਥੇ ਹੋਈ, ਉਹ ਇੱਥੇ ਹੋਈ। ਉਹ ਖਾਲਸੇ ਦੇ ਜਿਹੜਾ ਸਰਬੱਤ ਦੇ ਭਲੇ ਦਾ ਸੰਕਲਪ ਆ, ਉਸ ਦਾ ਜਾਂ ਆਪਾਂ ਕਹਿੰਦੇ ਜੋ ਗੁਰਬਾਣੀ ਦਾ ਅਮਲ ਆ, ਉਸ ਦੀ ਵਿਆਖਿਆ ਗਈ ਸਾਰੀ ਸਿੱਖ ਇਤਿਹਾਸ ਆ ਜਿਹੜਾ। ਉਹ 'ਚ ਤੱਥਾਂ ਦੀ ਜਾਂ ਆਪਾਂ ਕਹਿੰਦੇ ਕਿ ਸਨਾਂ ਦੀ ਜਾਂ ਤਰੀਖਾਂ ਦੀ ਇਹਦੀ ਕੋਈ ਗੁਲਾਮੀ ਨਹੀਂ ਹੈਗੀ ਆ। ਹੁਣ ਬਾਕੀ ਇਹ ਗੱਲ ਜਿਹੜੀ ਬਾਈ ਸੰਦੀਪ ਨੇ ਅਖੀਰ ਦੇ ਉੱਤੇ ਕੀਤੀ ਸੀ ਨਾ, ਵੀ ਬੰਦੇ ਦਾ ਹਰ ਇੱਕ ਦਾ ਨਜ਼ਰੀਆ ਹੁੰਦਾ, ਉਹ ਉਹਨੂੰ ਕਿਹੜੇ ਤਰੀਕੇ ਦੇ ਨਾਲ ਪੇਸ਼ ਕਰਦਾ ਗਾ। ਇਹਦੀ ਆਪਾਂ ਇੱਕ ਰੀਸੈਂਟ ਐਗਜ਼ਾਮਪਲ ਲੈਂਦੇ ਹਾਂ। ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਰਿਹਾ ਸੀਗਾ, ਉਦੋਂ ਸੰਤਾਂ ਨੇ ਡਿਸਾਈਡ ਕੀਤਾ ਸੀਗਾ ਵੀ ਆਪਾਂ 8 ਵਜੇ ਸ਼ਹੀਦੀ ਪਾਵਾਂਗੇ, ਹੈ ਨਾ ਜੀ। ਉਦੋਂ ਇੱਕ ਦਿਨ ਮੰਨ ਲਓ 6 ਜੂਨ ਨੂੰ ਹੈ ਨਾ, ਉਦੋਂ ਇੱਕ ਦਿਨ ਪਹਿਲਾਂ ਸ਼ਾਇਦ ਸ਼ਾਮ ਨੂੰ ਭਾਈ ਅਮਰੀਕ ਸਿੰਘ ਥੱਲੇ ਪਾਣੀ ਲੈਣ ਆਉਂਦੇ ਆ ਜਾਂ ਸਮਥਿੰਗ, ਕੋਈ ਏਦਾਂ ਦੀ ਗੱਲ ਹੁੰਦੀ ਆ ਕੋਈ ਉੱਥੇ। ਉਹਨਾਂ ਨੂੰ ਸਾਹਿਬ ਸਿੰਘ ਆ ਜਿਹੜਾ ਬਾਥਰੂਮ ਆਉਂਦੇ, ਬਾਥਰੂਮ ਚ ਮਿਲਦੇ ਹੈ ਜੀ, ਬਾਥਰੂਮ 'ਚ ਗੱਲ ਹੋਈ, ਬਾਥਰੂਮ 'ਚ ਆਉਂਦੇ, ਹਾਂ ਬਾਥਰੂਮ 'ਚ ਹੋਈ ਉਹ ਗੱਲ ਹੈ ਨਾ। ਤੇ ਉੱਥੇ ਭਾਈ ਆਪਣੇ ਅਮਰੀਕ ਸਿੰਘ ਉਹਨੂੰ ਕਹਿੰਦੇ ਹੈ ਨਾ ਵੀ ਦੇਖ ਲਓ ਸਿੰਘ ਸਾਹਿਬ, ਅਜੇ ਵੀ ਸਮਾਂ ਹੈਗਾ। ਹੁਣ ਇੱਥੇ ਆਪਾਂ ਇਹਨੂੰ ਦੇਖੀਏ ਵੀ ਜਿਹੜਾ ਇੱਕ ਕਮਜ਼ੋਰ ਮਨ ਆ, ਜਿਹੜਾ ਦੁਨਿਆਵੀ ਪੱਧਰ ਤੋਂ ਸੋਚਦਾ, ਉਹਨੇ ਇਹਨੂੰ ਇਹ ਤਰੀਕੇ ਨਾਲ ਇੰਟਰਪ੍ਰੇਟ ਕੀਤਾ ਜਿਹਨੂੰ ਕਹਿ ਰਹੇ ਨੇ ਭਾਈ ਅਮਰੀਕ ਸਿੰਘ ਹੈ ਨਾ, ਵੀ ਅਮਰੀਕ ਸਿੰਘ ਮੈਨੂੰ ਕਹਿ ਰਿਹਾ ਵੀ ਦੇਖ ਲਓ ਸਰਕਾਰ ਨਾਲ ਗੱਲ ਕਰਕੇ ਜੇ ਕੰਮ ਟਲ ਜੇ ਵੀ ਅਜੇ ਵੀ ਸਮਾਂ ਹੈਗਾ। ਪਰ ਜਿਹੜੀ ਭਾਈ ਅਮਰੀਕ ਸਿੰਘ ਜਿਹੜੇ ਲੈਵਲ ਦੇ ਉੱਤੇ ਖੜੀ ਸੀ, ਉਹ ਇਹ ਕਹਿ ਰਹੇ ਸੀ ਵੀ ਜੇ ਤੁਸੀਂ ਸ਼ਹੀਦ ਹੋਣਾ, ਸ਼ਹਾਦਤ ਦਾ ਭਾਵ ਕਿ ਬਾਟਾ ਪ੍ਰਾਪਤ ਕਰਨਾ, ਤੇ ਦੇਖ ਲਓ ਅਜੇ ਵੀ ਸਮਾਂ ਹੈਗਾ। ਮੈਨੂੰ ਲੱਗਦਾ ਇਹ ਰੀਸੈਂਟ ਐਗਜ਼ਾਮਪਲ ਆਪਾਂ ਜੇ ਦੇਣੀ ਹੋਵੇ ਪਿਛਲੇ ਇਤਿਹਾਸ ਦੇ ਵਿੱਚੋਂ, ਵੀ ਇੱਥੋਂ ਬਹੁਤ ਵੱਡੀ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਕਿਹੜੀ ਧਾਰਾ ਦਾ ਬੰਦਾ ਉਹ ਕਿਵੇਂ ਦੇਖਦਾ ਇਤਿਹਾਸ ਨੂੰ, ਹੈ ਨਾ। ਵੀ ਉਹ ਹੁਣ ਡਾਇਲੋਗ ਇੱਕੋ ਹੀ ਆ ਉੱਥੇ, ਵੀ ਭਾਈ ਅਮਰੀਕ ਸਿੰਘ ਨੇ ਕੁਝ ਕੁ ਮਤਲਬ ਸ਼ਬਦ ਹੀ ਬੋਲੇ ਨੇ, ਪਰ ਉਸ ਨੂੰ ਜਿੰਨੇ ਕੁ ਬੰਦੇ ਦਾ ਉਹਦਾ ਲੈਵਲ ਆ, ਉਹ ਉਹਨੂੰ ਉਸ ਤਰੀਕੇ ਦੇ ਨਾਲ ਹੀ ਸਮਝਿਆ। ਪਰ ਅਸਲ ਜਿਹੜੀ ਗੱਲ ਸੀ ਉਹ ਹੈਗੀ ਆ ਦੈਵੀ ਮੰਨ ਲਓ ਸ਼ਹਾਦਤ ਦੀ, ਤੇ ਦੂਜੇ ਪਾਸੇ ਹੈਗੀ ਆ ਜਾਨ ਬਚਾਉਣ ਦੀ ਤੇ ਉਹਦੀ ਆਪਣੇ ਇੱਕ ਆਪਾਂ ਕਹਿੰਦੇ ਕਿ ਪਾਵਰ ਇੰਜੋਏ ਦੀ ਜਾਂ ਉਹਦਾ ਹਿੱਸਾ ਬਣਨ ਦੀ। ਸੋ ਜਿਹੜਾ ਸਿੱਖ ਇਤਿਹਾਸ ਆ, ਮੈਨੂੰ ਲੱਗਦਾ ਇਹਨੂੰ ਆਪਾਂ ਜਿੱਦਾਂ ਪਹਿਲਾਂ ਬਾਈ ਨੇ ਕਿਹਾ ਸੀ ਨਾ, ਬੜਾ ਸ਼ਿੱਦਤ ਨਾਲ ਪੜ੍ਹਨਾ ਚਾਹੀਦਾ। ਮਤਲਬ ਸ਼ਿੱਦਤ ਦੇ ਨਾਲ ਪੜ੍ਹਨ ਦੀ ਥਾਂ ਵੀ ਆਪਾਂ ਨੂੰ ਇਹਦਾ ਪਾਠ ਵਾਂਗੂ ਕਰਨਾ ਚਾਹੀਦਾ ਇਹਨੂੰ। ਵੀ ਇਹ ਤਾਂ ਪੜ੍ਹਦਿਆਂ ਹੀ ਤੁਹਾਡਾ ਵੀ ਜਿੱਦਾਂ ਸਾਖੀ ਤੁਸੀਂ ਸੁਣਦੇ ਹੋ ਨਾ, ਸਾਖੀ ਸੁਣਦੇ ਤੁਸੀਂ ਸਾਖੀ ਵਰਗੇ ਹੋ ਜਾਂਦੇ ਹੋ। ਤੁਹਾਨੂੰ ਸਾਖੀ ਦੀਆਂ ਡੇਟਾਂ ਰੱਖਣ ਦੇ ਲਈ ਤੁਹਾਨੂੰ ਆਪਣਾ ਦਿਮਾਗੀ ਕਸਰਤ ਨਹੀਂ ਕਰਨੀ ਪੈਂਦੀ। ਆਪਣੇ ਕੁਝ ਇਤਿਹਾਸਕਾਰ ਹੋਏ ਨੇ ਜਿਨ੍ਹਾਂ ਨੇ ਥੋੜਾ ਜਿਹਾ ਨੀਰਸ ਕਰਤਾ ਕੰਮ, ਹੈ ਨਾ, ਜਿਨ੍ਹਾਂ ਨੇ ਸਨਾਂ ਦੇ ਵਿੱਚ ਜ਼ਿਆਦੇ ਪੈ ਗਏ, ਹੈ ਨਾ, ਜਾਂ ਤੱਥਾਂ ਨੂੰ ਕ੍ਰਾਸ ਚੈੱਕ ਜੇ ਕਰਕੇ ਇਹਨੇ ਇਹ ਕਿਹਾ, ਇੰਨੇ ਇਹ ਤੇ ਸਹਿਮਤ ਨੇ ਸਾਰੇ, ਜੇ ਉਹ ਚੀਜ਼ ਬੜੀ ਉਹ ਹੋਰ ਹੀ ਤਰੀਕੇ ਦਾ ਕਰ ਦਿੰਦੀ ਆ ਤੁਹਾਡਾ ਜਿਹੜਾ ਤੁਸੀਂ ਰਸ ਵੀ ਮਾਰਨਾ ਹੁੰਦਾ ਤੇ ਇੰਸਪਾਇਰ ਵੀ ਉਦੋਂ ਹੋਣਾ ਹੁੰਦਾ ਗਾ। ਸੋ ਇਸ ਲਈ ਸਾਡਾ ਜਿਹੜਾ ਆਪਾਂ ਜੇ ਸਾਖੀਆਂ ਨੂੰ ਛੱਡ ਦਈਏ, ਬਾਕੀ ਜਿਹੜਾ ਸਾਡਾ ਇਤਿਹਾਸ ਦਾ ਸਾਰਾ ਉਹ ਕਾਵਿ ਰੂਪ ਦੇ ਵਿੱਚ ਹੀ ਲਿਖਿਆ ਗਿਆ ਗਾ, ਕਿਉਂਕਿ ਜਿਹੜਾ ਕਾਵਿ ਰੂਪ ਦੇ ਵਿੱਚ ਲਿਖਣਾ ਗਾ ਇਤਿਹਾਸ ਆ, ਉਹ ਪਹਿਲਾਂ ਲਿਖਦੇ ਹੀ ਇੱਦਾਂ ਸੀਗਾ ਸਾਰਾ, ਹੈ ਨਾ। ਉਹ ਮਨੁੱਖੀ ਮਨ ਦੇ ਉੱਤੇ ਬੜਾ ਲੰਮੇਰੇ ਸਮੇਂ ਦੇ ਲਈ ਉਹਨਾਂ ਦੇ ਯਾਦ ਰਹਿੰਦਾ। ਹੁਣ ਫੋਰ ਐਗਜ਼ਾਮਪਲ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਭੁੱਲ ਜਾਈਏ, ਪਰ ਆਪਾਂ ਨੂੰ ਇਹ ਜਿਹਨੇ ਵੀ ਲਿਖੀ ਆ, ਜਿਹੜੇ ਪਾਸੇ ਵੀ ਆਈ ਹੋਈ ਆ, ਵੀ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਜਾਂ ਵੀ ਮੋੜੀ ਵਾਡਾ ਕੱਚ ਵਾਲਿਆ ਮੇਰੀ ਰੰਨ ਬਸਰੀ ਨੂੰ ਜਾਂਦੀ, ਹੈ ਨਾ। ਸੋ ਇਹ ਕਾਵਿ ਰੂਪ ਵਿੱਚੋਂ ਕਈਆਂ ਗੱਲਾਂ ਨੇ, ਜਿੱਦਾਂ ਆਪਣੇ ਰਤਨ ਸਿੰਘ ਭੰਗੂ ਦਾ ਸਾਰਾ ਕਾਵਿ ਰੂਪ ਦੇ ਵਿੱਚ ਆ, ਗਿਆਨੀ ਗਿਆਨ ਸਿੰਘ ਦਾ, ਹੈ ਨਾ, ਉਹਨਾਂ ਦੇ ਆਪਾਂ ਕਿੰਨੇ ਹੀ ਜਿਹੜੀਆਂ ਉਹਨਾਂ ਦੇ ਛੰਦ ਨੇ ਉਹ ਉਂਝ ਹੀ ਜ਼ੁਬਾਨ ਦੇ ਉੱਤੇ ਚੜ੍ਹੇ ਹੁੰਦੇ ਆ। ਜੇ ਆਪਾਂ ਤੁਕ ਪੜ੍ਹਨੀ ਹੋਵੇ ਨਾ ਤਾਂ ਉਹ ਇੰਨੀ ਗੱਲ ਪ੍ਰਭਾਵ ਛੱਡਦੀ ਹੈ, ਤੇ ਨਾ ਲੰਮੇਰੇ ਸਮੇਂ ਦੇ ਲਈ ਸਾਡੇ ਉਹ ਯਾਦ ਰਹਿੰਦੀ ਆ। ਸੋ ਇਸ ਲਈ ਸਿੱਖ ਇਤਿਹਾਸ ਦਾ ਜਿਹੜਾ
ਨਜ਼ਰੀਆ ਹੈਗਾ, ਅਖੀਰਲੀ ਗੱਲ ਹੀ ਮੈਂ ਕਹਿਣਾ ਉਹ ਹੈਗਾ ਵੀ ਇਹਨੂੰ ਇੱਕ ਅਕਾਲ ਦਾ ਇਤਿਹਾਸ ਮੰਨ ਕੇ ਪੜ੍ਹਨਾ। ਜਿਹੜਾ ਦੂਜਾ ਨੀਰਸ ਤਰੀਕੇ ਦਾ ਇਤਿਹਾਸ ਆ, ਜਿਹੜਾ ਵੈਸਟਰਨ ਸਟਾਈਲ ਨੇ ਜ਼ਿਆਦਾ ਦਿੱਤਾ ਸਾਨੂੰ, ਉਹ ਬੰਦੇ ਨੂੰ ਕੋਈ ਸਿੱਖ ਨੂੰ ਕੋਈ ਇੰਸਪਾਇਰ ਨਹੀਂ ਉਹ ਕਰ ਸਕਦਾ। ਉਹਦੇ ਲਈ ਖੜਨ ਦੇ ਲਈ ਸਾਡਾ ਜਿਹੜਾ ਰਵਾਇਤੀ ਤਰੀਕਾ ਸਾਨੂੰ ਇਤਿਹਾਸ ਦਾ ਉਹ ਰੱਖਣਾ ਚਾਹੀਦਾ ਗਾ ਜੀ। ਬਾਈ ਤੇ ਬਾਕੀ ਬਹੁਤ ਧੰਨਵਾਦ ਬਾਈ ਗੁਰਤੇਜ ਬਾਈ ਸੰਦੀਪ, ਤੁਸੀਂ ਆਏ ਬਾਈ, ਬੜਾ ਵਧੀਆ ਲੱਗਿਆ। ਸੋ ਅਗਲੀ ਵਾਰੀ ਵੀ ਨਾ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਤੇ ਸਮੇਂ ਨਾਲ ਹੀ ਆ ਜਾਇਆ ਕਰਿਆ ਜੀ। ਬਾਕੀ ਬਾਈ ਜੀ ਜਿਹੜਾ ਚਲੋ ਇਤਿਹਾਸ ਦੀ ਗੱਲ ਕਰਦੇ ਹੀ ਆ ਨਾ, ਕਈ ਕਹਿੰਦੇ ਆ ਕਿ ਆਪਾਂ ਨੂੰ ਇਤਿਹਾਸ ਕਿਉਂ ਪੜ੍ਹਨਾ ਚਾਹੀਦਾ। ਮੈਨੂੰ ਵੀ ਕਿਸੇ ਨੇ ਸਵਾਲ ਕੀਤਾ, ਮੈਂ ਕਿਹਾ ਕਿ ਯਾਰ ਬਈ ਇੰਨਾ ਕੀ ਆ ਆਪਣੇ ਇਤਿਹਾਸ ਬਾਰੇ ਮੈਂ ਦੱਸਣਾ ਕਿ ਮੈਂ ਪੜ੍ਹਿਆ 18ਵੀਂ ਸਦੀ ਦਾ ਸਿੱਖ ਇਤਿਹਾਸ ਪੜ੍ਹਿਆ। ਮੇਰੇ ਤੇ ਜਦੋਂ ਕੋਈ ਮੁਸ਼ਕਲ ਆਉਂਦੀ ਆ ਨਾ, ਕੁਛ ਵੀ ਹੁੰਦਾ ਮੈਨੂੰ, ਤਾਂ ਮੇਰੀਆਂ ਅੱਖਾਂ ਮੂਹਰੇ ਘੁੰਮ ਜਾਂਦਾ ਉਹ ਪਿਛਲਾ ਸਾਰਾ ਸਾਡੇ ਵਡੇਰਿਆਂ ਦਾ, ਵੀ ਉਹਨਾਂ ਨੇ ਕਿਸ ਤਰ੍ਹਾਂ ਉਹ ਜੂਝੇ ਨੇ। ਤਾਂ ਮੇਰੇ ਅੰਦਰ ਇੱਕ ਹਿੰਮਤ ਆ ਜਾਂਦੀ ਹੈ ਕਿ ਯਾਰ ਵੀ ਤੈਨੂੰ ਕੀ ਗੋਲੀ ਵੱਜੀ, ਇੰਨੀਆਂ ਵੱਡੀਆਂ ਔਕੜਾਂ ਸਹਿਲੀਆਂ ਸਾਡੇ ਵਡੇਰਿਆਂ ਨੇ, ਤਾਂ ਤੂੰ ਤਾਂ ਫਿਰ ਵੀ ਚੰਗੇ ਭਲੇ ਮੁਲਕ 'ਚ ਬੈਠਾ। ਤਾਂ ਮਤਲਬ ਇਤਿਹਾਸ ਕਿਤੇ ਤੁਹਾਨੂੰ ਡਿੱਗਣ ਨਹੀਂ ਦਿੰਦਾ ਹੈਗਾ ਨਾ। ਤਾਂ ਕਈ ਹੁਣ ਹੁੰਦੇ ਆ ਤੁਹਾਨੂੰ ਕਈ ਤੋੜਨ ਵਾਲੇ ਵੀ, ਕਿਸੇ ਨੇ ਇੱਕ ਨੇ ਇਹ ਵੀ ਕਿਹਾ ਸੀਗਾ ਕਿ ਯਾਰ ਤੂੰ ਇਤਿਹਾਸ ਵੱਲ ਨੂੰ ਬੜਾ ਜਾਂਦਾ ਵੀ, ਯਾਨੀ ਪੜ੍ਹਦੇ ਕਰਦੇ ਹੋ ਨਾ, ਤਾਂ ਵੀ ਮੋਨਾ ਤੂੰ ਹੈਗਾ ਕੇਸ ਨਹੀਂ ਰੱਖ ਸਕਿਆ ਤੇ ਆਪ ਇਤਿਹਾਸ ਨੂੰ ਪੜ੍ਹੀ ਜਾਂਦੇ ਹੋ ਨਾ, ਵੀ ਕੋਈ ਦੂਸਰਾ ਕੁਛ ਵੱਖਰਾ ਵੀ ਪੜ੍ਹੋ ਨਾ, ਤਰਕ ਦੇ ਆਧਾਰ ਤੇ ਵੀ ਪੜ੍ਹੋ। ਮੈਂ ਕਿਹਾ ਯਾਰ ਵੀ ਜੇ ਮੈਂ ਮੋਨਾ ਹੈ ਠੀਕ ਹੈ, ਤਾਂ ਮੈਨੂੰ ਕਿਸੇ ਪਾਗਲ ਕੁੱਤੇ ਨੇ ਵੱਢਿਆ ਵੀ ਮੈਂ ਆਪਣੇ ਵਡੇਰਿਆਂ ਤੇ ਤਰਕ ਕਰਦਾ ਫਿਰਾਂ ਜਾਂ ਆਪਣੇ ਇਤਿਹਾਸ ਨੂੰ ਨਿੰਦਾ, ਤਾਂ ਵੀ ਇਹ ਕੀ ਗੱਲਬਾਤ ਹੋ ਗਈ ਹੈ ਨਾ। ਤਾਂ ਖੈਰ ਬਥੇਰੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਇੱਕ ਗਲਜੀਤ ਮੈਂ ਹੋਰ ਗੱਲ ਐਡ ਕਰ ਰਹੀ, ਤੁਸੀਂ ਵੀ ਚਲੋ ਇੱਕ ਪੱਖ ਦੱਸਿਆ ਹਨਾ ਵੀ ਆਪਾਂ ਨੂੰ ਢਹਿੰਦੀ ਕਲਾ ਦੇ ਵਿੱਚ ਨਹੀਂ ਜਾਣ ਦਿੰਦਾ ਇਤਿਹਾਸ ਹਨਾ, ਜਿਹੜਾ ਸਿੱਖ ਇਤਿਹਾਸ ਆ ਨਾ, ਇਤਿਹਾਸ ਦਾ ਵੀ ਦੂਜਾ ਪੱਖ ਇਹਦਾ ਇਹ ਵੀ ਹੈਗਾ ਵੀ ਇਤਿਹਾਸ ਆਪਣਾ ਸਿਰਫ ਇਕੱਲਾ ਕੰਨ ਰਸ ਨਹੀਂ, ਆਪਾਂ ਨੂੰ ਮੌਜੂਦਾ ਸਮੇਂ ਦੇ ਵਿੱਚ ਜੋ ਰਾਜਨੀਤਿਕ ਪ੍ਰਬੰਧ ਚੱਲ ਰਿਹਾ ਹਨਾ, ਉਸ ਦੇ ਉੱਤੇ ਉਹਨੂੰ ਕਸਵੱਟੀ ਦੇ ਉੱਤੇ ਲਾ ਕੇ ਆਪਣੇ ਇਤਿਹਾਸ ਦੇ ਆਪਾਂ ਨੂੰ ਭਵਿੱਖ ਸਿਰਜਣ ਦੇ ਲਈ ਵੀ ਇਤਿਹਾਸ ਆ ਜਿਹੜਾ ਸਿੱਖ ਇਤਿਹਾਸ ਉਹ ਸਾਨੂੰ ਥਾਂ ਦੇ ਉੱਤੇ ਗਾਈਡ ਕਰਦਾ ਨਾ। ਫੋਰ ਐਗਜ਼ਾਮਪਲ ਹੁਣ ਆਪਾਂ ਭਾਈ ਰਤਨ ਸਿੰਘ ਭੰਗੂ ਦਾ ਇੱਕ ਛੰਦ ਆਉਂਦਾ ਵੀ ਮਿਸਲ ਵੰਡ ਅਬ ਕਬੂ ਨਾ ਪਾਵੋ, ਲੜ ਮਿਲ ਏਦਾਂ ਵੀ ਖੜ ਤੁਮ ਪੰਥ ਬਚਾਵੋ ਹਨਾ, ਮੈਂ ਭੁੱਲ ਗਿਆ ਕੀ ਪੰਥ ਸੀ ਉਹਦੀ। ਤੇ ਵੀ ਇਹ ਸਦਾ ਹੀ ਸਿੱਖਾਂ ਦੀ ਇਹ ਚੀਜ਼ ਯਾਦ ਰਹਿਣੀ ਚਾਹੀਦੀ ਆ ਵੀ ਸਾਨੂੰ ਮਿਸਲ ਵੰਡ ਆ ਜਿਹੜੀ ਜਦੋਂ ਸੰਭਾਵੀ ਸੀ ਵੰਡੇ ਜਾਵਾਂ, ਉਹਦੇ ਵਿੱਚ ਆਪਣੇ ਧੜੇ ਨੂੰ ਜ਼ਿਆਦਾ ਪ੍ਰਧਾਨਗੀ ਦੇਵਾਂਗੇ। ਠੀਕ ਆ, ਹੋਣੀ ਚਾਹੀਦੀ ਜਥੇਬੰਦੀਆਂ ਤਾਂ ਕੋਈ ਗੱਲ ਨਹੀਂ ਆ ਵੀ, ਪਰ ਜੇਕਰ ਇੱਕ ਦੂਜੇ ਪ੍ਰਤੀ ਇੰਨੀ ਜ਼ਿਆਦਾ ਈਰਖਾ ਰੱਖਾਂਗੇ ਫਿਰ ਉਹ ਭਾਉਣੀ ਨਹੀਂ ਸਾਨੂੰ ਹਨਾ ਵੀ ਖੜ ਮਿਲ ਅਬ ਤੁਮ ਪੰਥ ਬਚਾਵੋ। ਵੀ ਜੇ ਰਲ ਮਿਲ ਕੇ ਚੱਲਾਂਗੇ ਇੱਕ ਦੂਜੇ ਦੀ ਰਿਸਪੈਕਟ ਕਰਕੇ ਤੇ ਫਿਰ ਪੰਥ ਬਚਾਇਆ ਜਾ ਸਕਦਾ। ਭਾਵ ਇਤਿਹਾਸ ਦੇ ਅਨੇਕਾਂ ਹੀ ਪੱਖ ਨੇ। ਜੇ ਤੁਸੀਂ ਕੌਮੀ ਨਿੱਜੀ ਤੌਰ ਤੇ ਠੀਕ ਆ, ਜਦੋਂ ਬੰਦਾ ਕਿਸੇ ਚੀਜ਼ ਢਹਿੰਦੀ ਕਲਾ ਫੀਲ ਕਰਦਾ ਉਦੋਂ ਉਹਨੂੰ ਇੰਸਪਾਇਰ ਕਰਦਾ, ਪਰ ਇਹਨੂੰ ਅਸੀਂ ਆਪਾਂ ਕਹਦੇ ਕਿ ਇੱਕ ਵਿਸ਼ਾਲ ਰੂਪ ਦੇ ਵਿੱਚ ਜਦੋਂ ਲੈਂਦੇ ਹਾਂ ਉਦੋਂ ਇਹਦੀ ਬਹੁਤ ਵੱਡੀ ਪ੍ਰਸੰਗਤਤਾ ਬਣਦੀ ਹੈ ਇਹਦੀ। ਇਹਦੇ ਖੋਸੇ ਵਾਲੀ ਗੱਲ ਤੋਂ ਇੱਕ ਇਤਿਹਾਸਕ ਗੱਲ ਜੀ ਵੀ ਯਾਦ ਆ ਗਈ ਵੀ ਸਰਦਾਰ ਗੰਡਾ ਸਿੰਘ ਹੋਣੀ ਅੰਮ੍ਰਿਤਸਰ ਖਾਲਸਾ ਕਾਲਜ ਰਹਿੰਦੇ ਹੁੰਦੇ ਸੀ ਤੇ 1947 ਦੀ ਆ ਇਹ 47 ਦੀ ਆ ਵਾਰਤਾ। ਤੇ ਇਹਨਾਂ ਦੀ ਜਿਹੜੀ ਭੈਣ ਸੀ ਇਹ ਇੱਧਰ ਸ਼ਰੀਫਪੁਰੇ ਹੀ, ਮਹੱਲਾ ਸ਼ਰੀਫਪੁਰੇ ਬਿਲਕੁਲ ਮੁਸਲਮਾਨਾਂ ਦਾ ਇਲਾਕਾ ਆ। ਜਿਹੜਾ ਅੰਮ੍ਰਿਤਸਰ ਦਾ ਬੱਸ ਅੱਡਾ ਆ ਇਹਦੇ ਸਾਹਮਣੇ ਜਿਹੜਾ ਇਲਾਕਾ ਹੈ ਸਾਰਾ ਮੁਸਲਮਾਨਾਂ ਦਾ ਇਲਾਕਾ। ਤੇ ਇਹ ਅਜੇ ਵੀ ਜਿਹੜੇ ਉੱਧਰੋਂ 47 ਤੋਂ ਬਾਅਦ ਜਿਹੜੇ ਵਸੇ ਆ ਉਹ ਇੱਧਰ ਆਣ ਕੇ ਵੱਸ ਗਏ ਫਿਰ, ਕਿਉਂਕਿ ਇਹ ਸਾਰਾ ਇਲਾਕਾ ਖਾਲੀ ਹੋ ਗਿਆ ਹੈ। ਸੋ ਇਹਨਾਂ ਦੀ ਭੈਣ ਜਿਹੜੀ ਸੀ ਉੱਥੇ ਰਹਿੰਦੀ ਹੁੰਦੀ ਸੀ ਤੇ ਹੁਣ ਜਦੋਂ ਦੰਗੇ ਸ਼ੁਰੂ ਹੋ ਗਏ ਤੇ ਉਹ ਮੁਸਲਮਾਨ ਕਹਿੰਦੇ ਸੀ ਅੰਮ੍ਰਿਤਸਰ ਚੋਂ ਵੀ ਆਪਾਂ ਨਿਕਲਦੇ ਨਹੀਂ ਆ। ਤੇ ਉਹਨਾਂ ਕੋਲ ਮਤਲਬ ਵੀ ਉਹਨਾਂ ਕਰਪੂਨਾ ਬਣਾਉਣੀਆਂ ਸ਼ੁਰੂ ਕਰਤੀਆਂ, ਤਿੱਖੇ ਆਂਦੇ ਵੀ ਕੱਢ ਕੇ ਵਿਖਾ ਲਏ ਵੀ ਜਿੰਨੇ ਕੱਢਣਾ ਹੈ। ਤੇ ਹੁਣ ਇਹਨਾਂ ਨੂੰ ਮਤਲਬ ਹੁਣ ਉੱਥੇ ਇਹਨਾਂ ਦੀ ਸਿਸਟਰ ਸੀ, ਭੈਣ ਸੀ, ਉਹ ਉਹਨਾਂ ਦਾ ਘਰ ਸੀ। ਤੇ ਗੰਡਾ ਸਿੰਘ ਵਾਲਿਆਂ ਦਾ ਵੀ ਸਪਿਰਿਟ ਮਤਲਬ ਉੱਥੋਂ ਇਤਿਹਾਸ ਦੇ ਵਿੱਚੋਂ ਵੀ ਜੇ ਉਹ 1.25 ਲੱਖ ਨਾਲ ਇੱਕ ਲੜ ਸਕਦਾ ਤੇ ਮੈਂ ਕੀ ਆ। ਤੇ ਆਂਦੇ ਵੀ ਇਹਨਾਂ ਟਾਂਗਾ ਲਿਆ ਤੇ ਟਾਂਗਾ ਲੈ ਕੇ ਤੇ ਸਿੱਧਾ ਹੀ ਉੱਥੇ ਉਹਦੇ ਭੈਣ ਦੇ ਘਰ ਪਹੁੰਚ ਗਏ। ਉੱਥੋਂ ਸਮਾਨ ਲੱਦ ਕੇ ਜਦੋਂ ਆਂਦੇ ਜਾਣ ਲੱਗੇ ਤੇ ਉਹਨਾਂ ਨੂੰ ਪਤਾ ਲੱਗ ਗਿਆ। ਉਹਨੇ ਜਦੋਂ ਆਂਦੇ ਬਾਹਰ ਇਕੱਠੀ ਹੋ ਕੇ ਇਹਨਾਂ ਦੇ ਟਾਂਗੇ ਅੱਗੇ ਆ ਬੈਠੀ ਤੇ ਇਹਨਾਂ ਨੂੰ ਲੱਗਾ ਵੀ ਹੁਣ ਜੂਝਣ ਦਾ ਵੇਲਾ ਆ। ਕਹਿੰਦੇ ਵੀ ਪਿਸਤੌਲ ਰੱਖਿਆ ਸੀ ਤੇ ਪਿਸਤੌਲ ਕੱਢ ਕੇ ਤੇ ਅਗਲੇ ਬੰਨੇ
ਉਹ ਕਰਦੇ, ਕਹਿੰਦੇ ਵੀ ਹਾਂ ਮੈਂ ਲੈ ਕੇ ਮਰੂੰਗਾ ਜਿੰਨੇ ਮਰਨਾ, ਤੇ ਹੁਣ ਆ ਜੇ ਜਿੰਨੇ ਆ। ਤੇ ਉਹ ਜਿਹੜੀਆਂ ਭੀੜਾਂ ਹੁੰਦੀਆਂ ਇੱਦਾਂ ਹੀ ਹੁੰਦੀਆਂ, ਤਿੱਤਰ ਬਿੱਤਰ ਹੋ ਗਈ। ਮਤਲਬ ਗੱਲ ਇਹ ਆ ਵੀ ਇੰਸਪੀਰੇਸ਼ਨ ਜਿਹੜੀ ਆ ਬੰਦੇ ਦੀ ਹੈ ਨਾ, ਇਤਿਹਾਸ ਉਹਨੇ ਪੜ੍ਹਿਆ ਸੀ, ਉਹਨੇ ਵਾਚਿਆ ਸੀ, ਉਹਨੇ ਜੀਵਿਆ ਸੀ, ਉਹਨੂੰ ਪਤਾ ਸੀ ਕਿ ਮੈਂ ਇੱਕ ਆਮ ਬੰਦਾ ਝਗਦਾ ਆ, ਕੋਈ ਕਈ ਹੁੰਦੇ ਹੋ 100 ਗੱਲਾਂ ਸਕੀਮਾਂ ਬਣਾਉਣੀਆਂ ਸੀ, ਪਰ ਬੰਦਾ ਸਿੱਧਾ ਹਿੱਕ 'ਚ ਜਾ ਵੱਜਾ ਸਿਰਫ ਇਤਿਹਾਸ ਦੇ ਉਹ ਜਿਹੇ ਇੰਸਪੀਰੇਸ਼ਨ ਦੇ ਨਾਲ। ਠੀਕ ਹੈ ਵੀਰੇ? ਹਾਂਜੀ ਬਿਲਕੁਲ। ਹਾਂਜੀ ਜੀ ਪ੍ਰਗਟ ਬਾਈ। ਜੀ ਵੀਰ ਜੀ, ਮੈਂ ਥੋੜ੍ਹਾ ਜਿਹਾ ਆਫ ਦਾ ਟੋਪਿਕ ਇੱਕ ਛੋਟਾ ਜਿਹਾ ਸਵਾਲ ਹੀ ਪੁੱਛਣਾ ਬਸ। ਜੇ ਤੁਹਾਨੂੰ ਪਤਾ ਹੈ ਕਿ ਮੈਂ ਇਤਿਹਾਸ ਦੀ ਲਾਈਫ ਸਕਿੱਲਸ ਦੇ ਪਰਸਪੈਕਟਿਵ ਤੋਂ ਉਹਦੇ ਉੱਤੇ ਕੰਮ ਕਰ ਰਿਹਾ ਥੋੜ੍ਹਾ ਜਿਹਾ। ਅਤੇ ਡਾਕਟਰ ਜਸਵੰਤ ਸਿੰਘ ਨੇਕੀ ਹੋਰਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਨੇ, ਗੁਰਮਤਿ ਮਨੋਵਿਗਿਆਨ, ਸਦਾ ਵਿਕਾਸ ਜਾਂ ਅਚੇਤਨ ਦੀ ਲੀਲਾ, ਅਤੇ ਇਹਨਾਂ ਤੋਂ ਇਲਾਵਾ ਜੇ ਕਿਸੇ ਵੀ ਜਿਹੜੇ ਸਾਡੇ ਵੀਰ ਜੁੜੇ ਹੋਏ ਨੇ, ਜੇ ਕਿਸੇ ਨੂੰ ਵੀ ਪਤਾ ਹੋਏ ਕਿ ਗੁਰਬਾਣੀ ਤੇ ਆਪਣੇ ਇਤਿਹਾਸ ਨੂੰ ਲਾਈਫ ਸਕਿੱਲਸ ਦੇ ਨਾਲ ਸਿੱਧਾ ਜੋੜਦੇ ਹੋਏ ਕੋਈ ਕਿਤਾਬਾਂ ਹੋਣ ਤੇ ਉਹ ਸੁਜੈਸਟ ਕਰ ਦਿਓ। ਜੀ ਜੀ ਜ਼ਰੂਰ ਬਾਈ। ਤਾਂ ਕੋਈ ਗੱਲ ਨਹੀਂ, ਇਹਦੇ ਬਾਰੇ ਤਾਂ ਵੀਰੇ ਆਪਾਂ ਹੈ ਨਾ ਗੱਲਬਾਤ ਕਰ ਲਾਂਗੇ ਵਟਸਐਪ 'ਤੇ ਵੀ ਜਾਂ ਕਾਲ 'ਤੇ ਜੀ। ਅਤੇ ਬਾਕੀ ਚਲੋ ਠੀਕ ਆ ਵੀਰੇ। ਹੋਰ ਕਿਸੇ ਵੀਰ ਨੇ ਵੀ ਕੋਈ ਗੱਲਬਾਤ ਕਰਨੀ ਆ ਜਾਓ, ਫਿਰ ਆਪਾਂ ਖ਼ਤਮ ਕਰਦੇ ਹਾਂ। ਕੋਈ ਆਪਣਾ ਟਾਈਮ ਘੰਟੇ ਕੁ ਦਾ ਹੀ ਸੀਗਾ, ਤਾਂ ਮੇਰੇ ਖਿਆਲ 'ਚ 1 ਘੰਟਾ 15 ਮਿੰਟ ਹੋ ਗਏ ਨੇ, 15 ਮਿੰਟ ਉੱਤੇ ਚਲੇ ਗਏ ਨੇ। ਹਾਂ ਗੁਰਸੇਵਕ ਬਾਈ, ਤੁਸੀਂ ਕਹਿ ਰਹੇ ਸੀ ਕਿ 1 ਮਿੰਟ ਲਈ ਆਇਓ। ਹਾਂਜੀ ਅਮਨੀ, ਟੌਪਿਕ 'ਤੇ ਤਾਂ ਚਲੋ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਸੀ। ਮੈਂ ਸਿਰਫ ਜਿੰਨੇ ਸਾਡੇ ਹੋਰ ਵੀਰ ਜੁੜੇ ਨੇ ਬਾਅਦ ਦੇ ਵਿੱਚ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਨਹੀਂ ਸੁਣਿਆ, ਸੋ ਉਹਨਾਂ ਨੂੰ ਮੈਂ ਦੱਸਦਾ ਚੱਲਾਂ ਕਿ ਸਾਡੇ ਬੈਕ ਐਂਡ 'ਤੇ ਸੁਰਿੰਦਰ ਸਿੰਘ ਬਾਤੀ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਆ। ਅਤੇ ਜਿਹੜੇ ਵੀਰਾਂ ਨੇ ਪੂਰਾ ਪ੍ਰੋਗਰਾਮ ਨਹੀਂ ਸੁਣਿਆ, ਉਹ YouTube ਦੇ ਉੱਤੇ ਅਸੀਂ ਪੋਸਟ ਕਰ ਦਾਂਗੇ ਪ੍ਰੋਗਰਾਮ ਨੂੰ, ਅਤੇ ਪੰਜਾਬ ਰੀਡਰਸ ਦਾ YouTube ਚੈਨਲ 'ਤੇ ਜਾ ਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹਾਂ। ਅਤੇ ਨਾਲ ਦੀ ਨਾਲ ਤੁਸੀਂ ਟੌਪਿਕ ਸੁਜੈਸ਼ਨ ਵੀ ਦੇ ਸਕਦੇ ਹੋ, ਕਿਉਂਕਿ ਫੋਰਟਨਾਈਟਲੀ ਯਾਨੀ ਕਿ 15 ਦਿਨਾਂ ਬਾਅਦ, ਜਾਣੀ ਕਿ 2 ਹਫ਼ਤਿਆਂ ਬਾਅਦ ਅਸੀਂ ਆਹ ਪ੍ਰੋਗਰਾਮ ਕੋਸ਼ਿਸ਼ ਕਰਾਂਗੇ ਕਿ ਕਰ ਸਕੀਏ ਕਲੱਬ ਹਾਊਸ ਦੇ ਉੱਤੇ। ਅਤੇ ਬਹੁਤ ਵਧੀਆ ਲੱਗਾ ਪ੍ਰੋਗਰਾਮ ਦੇ ਵਿੱਚ ਵਿਚਾਰ ਸੁਣ ਕੇ, ਕਿਉਂਕਿ ਇਨਪੁੱਟ ਬਹੁਤ ਜ਼ਿਆਦਾ ਆ ਰਹੀ ਹੈ ਵਧੀਆ ਤਰੀਕੇ ਨਾਲ। ਸੋ ਤੁਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਜਾਣਕਾਰੀ ਭਰਪੂਰ ਵੀ ਸੁਣ ਸਕਦੇ ਹੋ ਪੰਜਾਬ ਰੀਡਰਸ ਦੇ YouTube ਚੈਨਲ ਦੇ ਉੱਤੇ ਜਾ ਕੇ। ਸੋ ਇਹ ਪ੍ਰੋਗਰਾਮ ਵੀ ਅਸੀਂ ਪੋਸਟ ਕਰ ਦਾਂਗੇ, ਰਿਕਾਰਡਿੰਗ ਹੋ ਰਹੀ ਆ। ਸੋ ਅਤੇ ਪਹਿਲੇ ਪ੍ਰੋਗਰਾਮ ਵੀ ਜਿਹੜੇ ਕੀਤੇ ਹੋਏ ਆ ਹੋਰ ਵਿਸ਼ਿਆਂ ਦੇ ਉੱਤੇ ਸਿੱਖ ਇਤਿਹਾਸ ਨਾਲ ਸੰਬੰਧਿਤ, ਤੁਸੀਂ ਉਹ ਵੀ ਸੁਣ ਸਕਦੇ ਹੋ, ਅਤੇ ਉਹ ਸੁਣ ਕੇ ਵੀ ਫੀਡਬੈਕ ਦੇ ਸਕਦੇ ਹੋ, ਕੁਛ ਗਲਤੀਆਂ ਦੇ ਸੁਝਾਅ ਵੀ ਦੇ ਸਕਦੇ ਹੋ। ਸੋ ਤੁਸੀਂ ਪਲੀਜ਼ ਜਾ ਕੇ ਸੁਣ ਲਿਓ ਉੱਥੋਂ। ਅਤੇ ਹਾਂਜੀ ਕੁਲਜੀਤ ਸਿੰਘ ਸਾਹਿਬ ਜੀ, ਇਹੀ ਸੀ ਜਿਹੜੀ ਮੈਂ ਦੱਸਣਾ ਸੀ, ਅਤੇ ਪਲੀਜ਼ ਕੈਰੀ ਔਨ। ਤਾਂ ਹਾਂਜੀ ਫਿਰ ਆਪਾਂ ਚਲੋ ਸਮਾਪਤੀ ਕਰਦੇ ਹਾਂ ਅੱਜ, ਬਸ ਇੰਨਾ ਹੀ। ਜੇ ਕੋਈ ਹੋਰ ਗੱਲਬਾਤ ਕਰਨੀ ਹੈ ਕਰ ਸਕਦੇ ਹੋ 1-2 ਮਿੰਟ ਦੇ ਵਿੱਚ। ਤਾਂ ਫਿਰ ਅਗਲੀ ਵਾਰੀ ਹੁਣ 2 ਹਫ਼ਤਿਆਂ ਦੇ ਬਾਅਦ ਰੱਖਿਆ ਕਰਾਂਗੇ ਜ਼ਰੂਰ, ਕਿਉਂਕਿ ਹਫ਼ਤੇ ਬਾਅਦ ਤਾਂ ਹੋ ਜਾਂਦਾ ਹੈ ਉਹੀ। ਤਾਂ 2 ਹਫ਼ਤਿਆਂ 'ਚ ਵਧੀਆ ਬੰਦਾ ਇਹਨੇ ਕੁਛ ਪੜ੍ਹਨਾ ਹੁੰਦਾ ਹੈ ਨਾ, ਤਾਂ ਉਹ ਇਕੱਠਾ ਵੀ ਕਰ ਲੈਂਦਾ ਬੋਲਣ ਪੜ੍ਹਨ ਜੋਗਾ। ਤਾਂ ਫਿਰ ਆਪਾਂ 2 ਹਫ਼ਤਿਆਂ ਦੇ ਬਾਅਦ ਹੀ ਮਿਲਾਂਗੇ। ਤਾਂ ਜੀ ਠੀਕ ਹੈ ਜੀ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਧੰਨਵਾਦ ਬਹੁਤ ਬਹੁਤ ਜੀ।